ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਥੋੜਾ ਡਿਫਰੈਂਟ ਹੈ। ਇਹ ਸਲਾਈਟਲੀ ਇਹ ਸਮਝ ਲਓ ਵੀ ਫਿਲੋਸਫੀਕਲ ਹੈਗਾ। ਇਹ ਉਸ ਤਰ੍ਹਾਂ ਦਾ ਨਹੀਂ ਹੈ ਜਿਸ ਤਰ੍ਹਾਂ ਦਾ ਉਹ ਫੇਥ ਹੀਲਿੰਗ ਜਾਂ ਪ੍ਰੈਕਟੀਕਲ ਦੀ ਗੱਲ ਕਰ ਰਹੇ ਸੀ। ਇਹ ਹੈ ਪੰਜਾਬ ਇੱਕ ਰੂਹਾਨੀ ਸਫ਼ਰ ਸਪਤ ਸਿੰਧੂ ਤੋਂ 47 ਦੀ ਵੰਡ ਤੱਕ। ਜੇ ਪਤਾ ਹੁੰਦਾ ਤਾਂ ਮੈਂ ਥੋੜ੍ਹਾ ਜਿਹਾ ਕੋਈ ਐਬਸਟਰੈਕਟ ਜਿਹਾ ਬਣਾ ਕੇ ਭੇਜ ਦਿੰਦਾ। ਅਸੀਂ ਸਾਡੀ ਗੱਲ ਲੇਟ ਹੋਈ, ਤੁਹਾਨੂੰ ਸਰਕੂਲੇਟ ਵੀ ਕਰ ਦਿੰਦੇ ਅਸੀਂ। ਅਤੇ ਇੱਕ ਦੋ ਮਾਫੀਆਂ ਮੈਂ ਪਹਿਲਾਂ ਹੀ ਮੰਗ ਲਾਂ ਕਿਉਂਕਿ ਜ਼ਿਆਦਾ ਅੰਗਰੇਜ਼ੀ ਦੇ ਵਿੱਚ ਪੜ੍ਹਾਉਂਦੇ ਰਹੇ ਹਾਂ ਸਾਰੀ ਉਮਰ। ਵਾਈਫ ਵੀ ਅੰਗਰੇਜ਼ੀ ਦੀ ਪ੍ਰੋਫੈਸਰ ਐਂਡ ਹੈੱਡ ਸੀ, ਸੋ ਧੱਕੇ ਨਾਲ ਅੰਗਰੇਜ਼ੀ ਦਾ ਕੋਈ ਲਫ਼ਜ਼ ਕਿਤੇ ਨਾ ਕਿਤੇ ਆ ਵੜਦਾ ਵਿੱਚ। ਪੰਜਾਬੀ ਉਨੀ ਸ਼ੁੱਧ ਮੈਂ ਨਾ ਬੋਲ ਸਕਾਂ। ਜੇ ਤੁਹਾਨੂੰ ਕੋਈ ਲੱਗੇ ਕਿ ਟਰਮ ਸਮਝ ਨਹੀਂ ਆ ਰਹੀ ਜਾਂ ਔਖੀ ਹੈ ਜਾਂ ਹੋਰ ਹੈ ਤਾਂ ਆਪਾਂ ਉਹਨੂੰ ਨਾਲ ਹੀ ਪੰਜਾਬੀ 'ਚ ਵੀ ਕਰ ਲਾਂਗੇ। ਅਤੇ ਕੁਛ ਟਰਮਾਂ ਸੋਸ਼ੋਲੋਜੀ ਦੀਆਂ ਜਿਸ ਤਰ੍ਹਾਂ ਹੈਗੀਆਂ ਨੇ। ਸੋ ਆਪਾਂ ਅੱਜ ਜਿਹੜੀ ਗੱਲ ਕਰਾਂਗੇ ਇਹ ਬਹੁਤ ਲੰਮਾ ਪੀਰੀਅਡ ਹੈ ਪੰਜਾਬ ਦਾ, ਲਗਭਗ 5000 ਸਾਲ ਦਾ ਇਤਿਹਾਸ ਹੈ। ਇਹਦੇ 'ਤੇ ਵੋਲੀਊਮ ਦੇ ਵੋਲੀਊਮ ਲਿਖੇ ਵੀ ਹੋਏ ਨੇ, ਲਿਖੇ ਜਾ ਵੀ ਸਕਦੇ ਨੇ, ਪਰ ਆਪਾਂ ਥੋੜ੍ਹੀ ਜਿਹੀ ਸਲਾਈਟਲੀ ਡਿਫਰੈਂਟ ਗੱਲ ਕਰਾਂਗੇ ਜਿਹੜੀ ਅਕਸਰ ਕਿਤਾਬਾਂ ਦੇ ਵਿੱਚ ਨਹੀਂ ਉਸ ਤਰੀਕੇ ਦੇ ਨਾਲ ਮਿਲਦੀ। ਇੱਕ ਤਾਂ ਇਹ ਕਿ ਪੰਜਾਬ ਐਜ਼ ਏ ਸੰਕਲਪ ਕਿ ਪੰਜਾਬ ਕੀ ਹੈ। ਜਦੋਂ ਅਸੀਂ ਇਹ ਲਫ਼ਜ਼ ਬੋਲਦੇ ਹਾਂ ਪੰਜਾਬ ਤਾਂ ਦਿਮਾਗ ਦੇ ਵਿੱਚ ਇਹ ਨਕਸ਼ਾ ਆ ਜਾਂਦਾ ਹੈ ਕਿ ਸ਼ੰਭੂ ਬਾਰਡਰ ਤੋਂ ਲੈ ਕੇ ਬਾਘਾ ਬਾਰਡਰ ਤੱਕ ਦਾ ਜਿਹੜਾ ਏਰੀਆ ਹੈ ਇਹ ਸਾਡੇ ਮਨ ਦੇ ਵਿੱਚ ਇੱਕ ਇਮੇਜ ਬਣ ਜਾਂਦਾ ਹੈ ਕਿ ਇਹ ਪੰਜਾਬ ਹੈ। ਹਿਸਟੋਰੀਕਲੀ ਜਦੋਂ ਛੋਟੇ ਹੁੰਦੇ ਮੈਂ ਘੱਟੋ ਘੱਟ ਜਦੋਂ ਪੜ੍ਹਦਾ ਸੀ ਤਾਂ ਮੈਨੂੰ ਲੱਗਦਾ ਸੀ ਵੀ ਪੰਜਾਬ ਬਾਬੇ ਨਾਨਕ ਤੋਂ ਸ਼ੁਰੂ ਹੋਇਆ ਹੈ। ਹਿਸਟੋਰੀਕਲੀ ਮੈਨੂੰ ਨਹੀਂ ਸੀ ਪਤਾ ਕਿ ਉਹ ਤੋਂ ਪਹਿਲਾਂ ਵੀ ਕੁਛ ਹੈਗਾ ਹੈ, ਕਿਉਂਕਿ ਇਸ ਤਰ੍ਹਾਂ ਸਕੂਲਾਂ ਕਾਲਜਾਂ ਦੇ ਵਿੱਚ ਜਿਹੜਾ ਪੜ੍ਹਾਇਆ ਜਾਂਦਾ ਪੰਜਾਬ ਬਾਰੇ ਜਾਂ ਹਿਸਟਰੀ ਵੀ ਜਿਹੜੀ ਪੜ੍ਹਾਈ ਜਾਂਦੀ ਹੈ ਉਸ ਟਾਈਮ ਦੀ ਹੋਈ ਸਾਡੇ ਕੋਲ ਜ਼ਿਆਦਾ ਇਨਫੋਰਮੇਸ਼ਨ ਹੈ। ਸੋ ਜਦੋਂ ਅਸੀਂ ਮਨ ਦੇ ਵਿੱਚ ਚਿਤਵਦੇ ਹਾਂ, ਅਸੀਂ ਪੰਜਾਬੀ ਸੁਸਾਇਟੀ ਦੇ ਉੱਪਰ ਇੱਕ ਪੇਪਰ ਇੰਟਰੋਡਿਊਸ ਕਰਿਆ ਸੀ। ਮੈਨੂੰ ਇਹ ਮੌਕਾ ਮਿਲਿਆ ਉਸ ਟਾਈਮ ਇਹ ਜਾਣਨ ਦਾ, ਪੜ੍ਹਨ ਦਾ, ਕਰਨ ਦਾ। ਪੰਜਾਬ ਦਾ ਜਿਹੜਾ ਸੰਕਲਪ ਹੈ ਇਹ ਕਈ ਰੂਪ ਨੇ ਇਹਦੇ। ਇੱਕ ਤਾਂ ਜਗਰਾਫੀਕਲ ਖਿੱਤਾ ਹੈ ਕਿ 5 ਦੇਸ਼ਾਂ ਦਾ ਦਰਿਆਵਾਂ ਦਾ ਇਲਾਕਾ ਹੈ ਇਹ, ਜਾਂ ਸਪਤ ਸਿੰਧੂ ਸੀ, ਸਿੰਧ ਤੋਂ ਲੈ ਕੇ ਸਰਸਵਤੀ ਸੀ, ਪੰਜ ਦਰਿਆ ਵਿਚਾਲੇ ਆ ਜਾਂਦੇ ਨੇ। ਅਤੇ ਸਰਸਵਤੀ ਇਹ ਕਿਹਾ ਜਾਂਦਾ ਜਿਹੜੀ ਖੋਜ ਹੋ ਰਹੀ ਹੈ, ਜਿਵੇਂ ਘੱਗਰ ਹੈ ਜਾਂ ਟਾਂਗਰੀ ਨਦੀ ਹੈ ਜਿਹੜੀ ਪੰਜਾਬ ਅਤੇ ਹਰਿਆਣੇ ਦੇ ਅੰਬਾਲੇ ਦੇ ਲਾਗੇ ਦੀ ਲੰਘਦੀ ਹੈ, ਸਰਸਾ ਤੱਕ ਉਧਰ ਜਾਂਦੀ ਹੈ। ਇੱਥੇ ਸਰਸਵਤੀ ਦਰਿਆ ਸੀ ਬਹੁਤ ਵੱਡਾ, ਜਿਹੜਾ ਹੌਲੀ ਹੌਲੀ ਡਿਸਅਪੀਅਰ ਹੋ ਗਿਆ। ਇਹ ਤੋਂ ਪਰਲੇ ਪਾਸੇ ਜੇ ਅਸੀਂ ਦੇਖੀਏ ਤਾਂ ਉਹਨੂੰ ਜਮਨਾ ਦਾ ਬੇਸਨ ਕਹਿੰਦੇ ਨੇ, ਕਿ ਜਮਨਾ ਨਦੀ ਦਾ ਆਧਾਰ ਹੁੰਦਾ। ਉਹਦਾ ਅਤੇ ਇਸ ਇਲਾਕੇ ਦਾ ਜਗਰਾਫੀਕਲੀ ਫਿਜ਼ੀਕਲ ਜੋਗਰਾਫੀ 'ਤੇ ਇੱਕ ਬਹੁਤ ਅੱਛਾ ਆਰਟੀਕਲ ਗੁਰਦੇਵ ਸਿੰਘ ਗੋਸਲ ਦਾ ਹੈ। ਉਹ ਪੰਜਾਬ ਜਰਨਲ ਆਫ ਸਟੱਡੀਜ਼ ਦੇ ਛਪਿਆ ਹੋਇਆ, ਕਿਸੇ ਨੇ ਪੜ੍ਹਨਾ ਹੋਵੇ ਤਾਂ ਤੁਸੀਂ ਪੜ੍ਹ ਸਕਦੇ ਹੋ। ਉਹਨੇ ਦੱਸਿਆ ਕਿ ਜਗਰਾਫੀਕਲੀ ਇੱਕ ਆਪਣੇ ਆਪ ਦੇ ਵਿੱਚ ਯੂਨਿਟ ਸੀਗਾ ਜਿਸ 'ਚ 7 ਦਰਿਆ ਵਗਦੇ ਸੀ। ਸੋ ਇਸ ਕਰਕੇ ਸਪਤ ਸਿੰਧੂ ਇਹਦਾ ਨਾਂ ਪਹਿਲਾਂ ਪਿਆ ਹੋਇਆ ਸੀ। ਔਰ ਇਹ ਵੀ ਵਿਸ਼ਵਾਸ ਕੀਤਾ ਜਾਂਦਾ ਕਿ ਸਾਡੀ ਇਸ ਸਭਿਅਤਾ ਤੋਂ ਪਹਿਲਾਂ ਇੱਕ ਹੋਰ ਸਭਿਅਤਾ ਇੱਥੇ ਹੋ ਕੇ ਖਤਮ ਹੋ ਗਈ, ਜਿਨ੍ਹਾਂ ਨੂੰ ਅਸੀਂ ਹੜੱਪਾ ਮੋਹਨਜੋਦੜੋ ਦੀ ਸਭਿਅਤਾ ਕਹਿੰਦੇ ਹਾਂ। ਉਹਦਾ ਕਾਫੀ ਸਮਾਨ ਮਿਲਿਆ, ਉਹਦੇ 'ਤੇ ਜਿਹੜੀ ਲਿਪੀ ਲਿਖੀ ਹੋਈ ਉਹ ਨਹੀਂ ਪੜ੍ਹੀ ਜਾ ਸਕੀ। ਇਸ ਕਰਕੇ ਸਾਨੂੰ ਇਹ ਸਮਝ ਨਹੀਂ ਪੂਰੀ ਆ ਰਹੀ, ਪਰ ਇਹ ਲੱਗਦਾ ਹੈ ਕਿ ਬਹੁਤ ਸਾਰੇ ਸ਼ਹਿਰ ਲੱਭੇ ਨੇ, ਬਹੁਤ ਸਾਰਾ ਵਿਕਸਿਤ ਸਭਿਅਤਾ ਉਹ ਸੀਗੀ ਇੱਕ ਕਿਸਮ ਦੀ, ਅਤੇ ਉਹ ਹੋ ਕੇ ਚਲੀ ਗਈ। ਇਹ ਜਿਹੜੇ 5000 ਸਾਲ ਨੇ ਇਹਦੇ 'ਚ ਹੁਣ ਦੇ 2000 ਹਿਸਟੋਰੀਕਲ ਨੇ, ਜਿਹੜੇ ਪਹਿਲੇ ਨੇ ਲਗਭਗ ਮਿਥਿਹਾਸਿਕ ਨੇ। ਉਹਨਾਂ 'ਚ ਅਸੀਂ ਸੁਣਦੇ ਹਾਂ ਕਿ ਆਰੀਅਨਸ ਆਏ ਜੀ, ਦਰਾਵੜਸ ਨੂੰ ਉਹਨੇ ਕੱਢਿਆ, ਇਹ ਕੀਤਾ। ਮਿਥਿਹਾਸ 'ਚ ਬੜਾ ਕੁਛ ਮਿਲ ਜਾਂਦਾ ਹੈ। ਇਹ ਆਪਾਂ ਡਿਸਕਸ ਕਰਾਂਗੇ ਕਿ ਕਿਉਂ ਇਸ ਇਲਾਕੇ ਦੇ ਵਿੱਚ ਜ਼ਿਆਦਾ ਲੋਕ ਕਿਉਂ ਆਉਂਦੇ, ਕਿਉਂਕਿ ਸੋਸ਼ੋਲੋਜੀ ਮੇਰਾ ਵਿਸ਼ਾ ਹੈ। ਸੋਸ਼ੋਲੋਜੀ ਐਜ਼ ਏ ਸਬਜੈਕਟ ਵੈਸਟ ਦੇ ਵਿੱਚ ਡਿਵੈਲਪ ਹੋਇਆ ਹੈ। ਉੱਥੇ ਇੰਡਸਟਰੀਅਲ ਸੁਸਾਇਟੀ ਦੀ ਜਦੋਂ ਰਾਈਜ਼ ਹੋਈ ਤਾਂ ਉਦੋਂ ਲੋਕਾਂ ਨੇ ਸੋਚਣਾ ਸ਼ੁਰੂ ਕੀਤਾ, ਵਿਦਵਾਨਾਂ ਨੇ, ਕਿ ਸਮਾਜ ਕੀ ਹੁੰਦਾ ਹੈ ਜਾਂ ਕੀ ਸਮਾਜ ਆਪਣੇ ਆਪ ਦੇ ਵਿੱਚ ਕੋਈ ਐਸਾ ਵਿਸ਼ਾ ਹੈ ਜਿਹਨੂੰ ਪੜ੍ਹਿਆ ਜਾ ਸਕੇ। ਸੋ ਅਗਸਤ ਕੌਂਤ ਵਗੈਰਾ ਨੇ ਸ਼ੁਰੂ ਕੀਤਾ ਕਿ ਜੀ ਸਮਾਜ ਆਉਣ ਵਾਲੇ ਸਮੇਂ 'ਚ ਸਮਾਜ ਵਿਗਿਆਨ ਹੈ ਜਿਹੜਾ ਬੜਾ ਇੰਪੋਰਟੈਂਟ ਸਬਜੈਕਟ ਹੋਊਗਾ ਇਹ। ਪਰ ਉਹਨਾਂ ਸਮਾਜਾਂ ਦੇ ਵਿੱਚੋਂ ਉਹ ਚੀਜ਼ ਨਿਕਲੀ ਕਿ ਜਿਹੜੇ ਨੋਰਮਲੀ ਵਿਕਸਿਤ ਹੋਏ, ਹੌਲੀ ਹੌਲੀ ਉਹ ਟਰਾਈਬਲ ਸੁਸਾਇਟੀਆਂ ਤੋਂ, ਜੰਗਲਾਂ ਤੋਂ, ਪਿੰਡਾਂ 'ਚ ਆਏ, ਸ਼ਹਿਰਾਂ 'ਚ ਆਏ, ਸ਼ਹਿਰ ਵਸ ਗਏ, ਇੰਡਸਟਰੀ ਬਣ ਗਈ। ਉਹ ਸਨਅਤੀ ਸਭਿਅਤਾ ਸੀ ਜਿਹੜੀ ਇੰਡਸਟਰੀਅਲ ਸਿਵਲਾਈਜੇਸ਼ਨ, ਉਹਦਾ ਸਬਜੈਕਟ ਹੈ ਨਿਕਲਿਆ ਹੋਇਆ ਉਹਦੇ ਵਿੱਚੋਂ। ਜਾਂ ਦੂਜਾ ਇਹ ਸੋਸ਼ੋਲੋਜੀ ਜਦੋਂ ਇੰਡੀਆ ਦੇ ਵਿੱਚ ਆਈ ਤਾਂ ਅੰਗਰੇਜ਼ਾਂ ਨੇ ਜਦੋਂ ਰਾਜ ਕਰਨਾ ਸੀ, ਉਹਨਾਂ ਨੇ ਲੋਕਲ ਜਿਨ੍ਹਾਂ ਦੇ ਉੱਪਰ ਰਾਜ ਕਰਨਾ ਸੀ ਉਹਨਾਂ ਨੂੰ ਸਮਝਣ ਲਈ ਜਾਂ ਉਹਨਾਂ ਨੂੰ ਪੜ੍ਹਨ ਲਈ ਲੋਕਾਂ ਨੂੰ, ਤਾਂ ਕਿ ਵਧੀਆ ਰਾਜ ਕਰ ਸਕਣ, ਉਹਨਾਂ ਨੇ ਸਬਜੈਕਟ ਡਿਵੈਲਪ ਕਰਿਆ ਸੀ। ਸੋ ਇਹਦਾ ਕਲੋਨੀਅਲ ਪਾਸਟ ਹੈ। ਜਿਹੜਾ ਸਾਡਾ ਸੋਸ਼ੋਲੋਜੀਕਲ ਗਿਆਨ ਹੈ ਉਹਨੂੰ ਅੱਖਾਂ ਮੀਚ ਕੇ ਨਹੀਂ ਮੰਨਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ। ਸਾਨੂੰ ਜਦੋਂ ਥੋੜ੍ਹੀ ਬਹੁਤ ਪੜ੍ਹਦੇ ਸੁਣਦੇ ਅਕਲ ਆਈ ਤਾਂ ਮੈਨੂੰ ਇਹ ਲੱਗਿਆ ਕਿ ਇਹ ਅੰਗਰੇਜ਼ਾਂ ਦਾ ਇੱਕ
ਤੁਸੀਂ ਲਿਟਰੇਚਰ ਦੇ ਬੱਚੇ ਹੋ, ਤੁਸੀਂ ਪੜ੍ਹਿਆ ਹੋਣਾ, ਐਡਵਰਡ ਸਾਇਡ ਨੇ ਇੱਕ ਬੁੱਕ ਲਿਖੀ ਸੀਗੀ, ਉਹ ਬੜੀ ਮਸ਼ਹੂਰ ਹੈ, ਓਰੀਐਂਟਲਿਜ਼ਮ, ਕਿ ਜਦੋਂ ਹਾਕਮ ਸਾਨੂੰ ਦੇਖਦਾ ਹੈ ਤਾਂ ਉਹ ਆਪਣੇ ਮਨ ਦੇ ਵਿੱਚ ਸਾਡਾ ਜਿਹੜਾ ਇੱਕ ਇਮੇਜ ਸਿਰਜਦਾ ਹੈ ਉਹ ਸਾਨੂੰ ਐਕਸੈਪਟ ਨਹੀਂ ਕਰ ਲੈਣਾ ਚਾਹੀਦਾ, ਉਹਦੀਆਂ ਲੋੜਾਂ ਮੁਤਾਬਕ ਹੁੰਦਾ ਅਸਲ ਦੇ ਵਿੱਚ ਉਹ। ਸੋ ਇਹ ਸਬਜੈਕਟ ਦੀ ਇੱਕ ਲਿਮਿਟੇਸ਼ਨ ਇਹ ਸੀਗੀ। ਸੋ ਇਸ ਕਰਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਇਸ ਖਿੱਤੇ ਨੂੰ ਪੜ੍ਹਿਆ ਵੀ ਨਹੀਂ, ਸਮਝ ਵੀ ਨਹੀਂ ਸਕੇ। ਸੋ ਜਿੰਨੀਆਂ ਕੁ ਹੁਣ ਰਿਸਰਚ ਮਿਲਦੀ ਹੈ, ਇੱਕ ਭੂਗੋਲਿਕ ਖਿੱਤਾ ਕਹਿ ਸਕਦੇ ਹਾਂ ਅਸੀਂ। ਦੂਜਾ ਇਹ ਹੈ ਕਿ ਇੱਕ ਸੱਭਿਆਚਾਰਕ ਖਿੱਤਾ ਹੈ ਕਿ ਜਿੱਥੇ ਸਭਿਅਤਾ ਹੌਲੀ ਹੌਲੀ ਵਿਕਸਿਤ ਹੋਈ, ਜਿਨ੍ਹਾਂ ਦਾ ਪਹਿਲਾ ਕੰਮ ਐਨੀਮਲ ਹਸਬੈਂਡਰੀ ਸੀ, ਬਾਅਦ 'ਚੋਂ ਖੇਤੀ ਵਾਲੇ ਬਣ ਗਏ। ਇਸੇ ਤਰੀਕੇ ਦੇ ਨਾਲ ਅਸੀਂ ਭਾਸ਼ਾਈ ਇਲਾਕਾ ਕਹਿ ਸਕਦੇ ਹਾਂ ਇਹਨੂੰ, ਇੱਕ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ। ਪੰਜਾਬੀ ਦੇ 18 ਡਾਇਲੈਕਟ ਸਰਾਈਕੀ ਤੋਂ ਲੈ ਕੇ ਪੁਆਧੀ ਤੱਕ, ਇਹ ਵਾਂਗਰੂ ਤੱਕ ਮਿਲਦੇ ਨੇ, ਅੱਜ ਦੀ ਡੇਟ 'ਚ ਵੀ ਬੋਲੇ ਜਾ ਰਹੇ ਨੇ। ਇੱਕੋ ਤਰ੍ਹਾਂ ਦੀ ਪੰਜਾਬੀ ਸਾਰੀ ਜਗ੍ਹਾ ਨਹੀਂ ਬੋਲੀ ਜਾ ਰਹੀ। ਇਸੇ ਤਰੀਕੇ ਦੇ ਨਾਲ ਅਸੀਂ ਪੰਜਾਬੀ ਭਾਈਚਾਰਾ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਸਬ ਕਲਚਰ ਨੇ ਸਾਡੇ 'ਚ, ਬਹੁਤ ਸਾਰੇ ਭਾਈਚਾਰੇ ਨੇ, ਕਿ ਇਹ ਵੀ ਆਪਾਂ ਡਿਸਕਸ ਕਰਾਂਗੇ। ਇੱਕ ਐਡਮਿਨਿਸਟ੍ਰੇਟਿਵ ਯੂਨਿਟ ਦੇ ਤੌਰ 'ਤੇ ਇਹਦੇ ਬਾਰਡਰ ਬੜੇ ਬਦਲਦੇ ਰਹੇ ਨੇ। ਪ੍ਰਸ਼ਾਸਨਿਕ ਇਕਾਈ ਜਿਹਨੂੰ ਅਸੀਂ ਕਹਿ ਸਕਦੇ ਹਾਂ, ਕਿਸੇ ਟਾਈਮ ਦਿੱਲੀ ਪੰਜਾਬ ਦਾ ਹਿੱਸਾ ਸੀ, ਪਿਸ਼ਾਵਰ ਵੀ ਪੰਜਾਬ ਦਾ ਹਿੱਸਾ ਸੀ। ਜੇ ਪੁਰਾਣੇ ਨਕਸ਼ੇ 1881 ਦਾ ਜਿਹੜਾ ਸੈਂਸਸ ਹੋਇਆ ਉਦੋਂ ਚੱਕ ਕੇ ਦੇਖੋ ਤਾਂ ਇਹ ਸਾਰਾ ਹਰਿਆਣਾ, ਹਿਮਾਚਲ, ਰਾਜਸਥਾਨ, ਯੂਪੀ ਦਾ ਕਾਫੀ ਸਾਰਾ ਵੈਸਟਰਨ ਦਾ ਹਿੱਸਾ ਇਹ ਪੰਜਾਬ ਸੀ ਅਸਲ ਦੇ ਵਿੱਚ। ਅਤੇ ਉਹ ਤੋਂ ਬਾਅਦ ਦੇ ਵਿੱਚ ਪਾਰਟੀਸ਼ਨ ਹੋਈ, ਪਾਕਿਸਤਾਨ ਦੇ ਵਿੱਚ ਪੰਜਾਬ ਚਲਿਆ ਗਿਆ, ਇੱਧਰ ਪੰਜਾਬ ਫਿਰ ਲੜੇ ਸਾਡੇ ਲੋਕ ਆਪਸ ਵਿੱਚ, ਇੱਧਰ ਹਿਮਾਚਲ ਅਲੱਗਾ ਹੋ ਗਿਆ, ਹਰਿਆਣਾ ਅਲੱਗਾ ਹੋ ਗਿਆ। ਲੇਟੈਸਟ ਤੁਸੀਂ ਦੇਖਿਆ ਹੋਣਾ ਚੰਡੀਗੜ੍ਹ ਦਾ ਵੀ ਪਤਾ ਨਹੀਂ, ਔਰ ਚੰਡੀਗੜ੍ਹ ਦੇ ਵਿੱਚ ਲੇਟੈਸਟ ਸਰਵੇ ਮੇਰੇ ਇੱਕ ਦੋਸਤ ਨੇ ਕੀਤਾ, ਉੱਥੇ ਘਰਾਂ ਦੇ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ। ਜਿਹੜੇ ਬਹੁਤ ਗੁਰਮੁਖ ਬੰਦੇ ਨੇ, ਸਿੱਖ ਆਫੀਸਰ IAS ਤੇ IPS, ਉਹਨਾਂ ਦੇ ਘਰਾਂ ਦੀ ਉਹਨੇ ਮਤਲਬ ਉਹਨੇ ਕੋਈ ਬੁੱਕ ਲਿਖੀ ਸੀ ਪੰਜਾਬੀ 'ਚ, ਕਿਸੇ ਨੂੰ ਦਿੱਤੀ ਤਾਂ ਉਹ ਕਹਿੰਦਾ ਜੀ ਮੈਨੂੰ ਤਾਂ ਗੁਰਮੁਖੀ ਨਹੀਂ ਆਉਂਦੀ। ਪੰਜਾਬੀ ਅਫਸਰ ਸੀ, 5 ਪੌੜੀਆਂ ਦਾ ਪਾਠ ਕਰਨ ਵਾਲਾ, ਰੋਜ਼ ਸਵੇਰੇ ਉੱਠ ਕੇ। ਉਹਨੂੰ ਬੜੀ ਹੈਰਾਨੀ ਹੋਈ ਤਾਂ ਉਹਨੇ ਸਰਵੇ ਕਰਵਾਇਆ ਔਰ ਉਹਨੇ ਮੈਨੂੰ ਦੱਸੀ ਇਹ ਗੱਲ, ਕਹਿੰਦਾ ਵੀ ਜਿਹੜੇ ਇੱਥੇ ਸਰਦਾਰ ਨੇ ਚੰਡੀਗੜ੍ਹ ਦੇ ਸਿੱਖ ਅਫਸਰ, ਉਹਨਾਂ ਦੇ ਘਰਾਂ 'ਚ ਹਿੰਦੀ ਬੋਲੀ ਜਾਂਦੀ ਹੈ। ਸੋ ਇਹ ਪੰਜਾਬ ਦੇ ਬਾਰਡਰ ਨੇ ਜਿਹੜੇ ਮੈਂ ਉਸ ਪ੍ਰਸੰਗ 'ਚ ਕਹਿ ਰਿਹਾ, ਇਹ ਬਦਲਦੇ ਰਹੇ ਨੇ ਬਹੁਤ ਸਾਰੇ ਇਕਾਈਆਂ ਦੇ ਤੌਰ 'ਤੇ, ਪੋਲੀਟਿਕਸ ਦੇ ਤੌਰ 'ਤੇ। ਸੋ ਇਸ ਕਰਕੇ ਜਦੋਂ ਅਸੀਂ ਪੰਜਾਬ ਕਹਿੰਦੇ ਹਾਂ ਲਫ਼ਜ਼, ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਪੰਜਾਬ ਦਾ ਮਤਲਬ ਇਹ ਪੰਜਾਬ ਨਹੀਂ ਹੈ ਸਿਰਫ। ਔਰ ਬਹੁਤ ਸਾਰਾ ਵੱਡਾ ਹਿੱਸਾ ਚਲਿਆ ਗਿਆ, ਲਗਭਗ 15 ਮੁਲਕਾਂ ਦੇ ਵਿੱਚ ਪੰਜਾਬੀ ਅੱਜ ਵਸੇ ਹੋਏ ਨੇ, ਪਾਕਿਸਤਾਨੀ ਵੀ ਅਤੇ ਅਸੀਂ ਵੀ। ਮੈਂ ਪਿੱਛੇ ਜੇ ਇੱਕ ਅਸੀਂ ਕੋਸ਼ਿਸ਼ ਕੀਤੀ ਸੀ, ਇੱਥੇ ਸਾਇੰਸਿਸ ਡਿਪਾਰਟਮੈਂਟ ਆਪਣੀ ਯੂਨੀਵਰਸਿਟੀ ਦੇ ਵਿੱਚ ਹੈਗਾ ਸੀ, ਮੈਂ ਖੁਸ਼ਕਿਸਮਤੀ ਨਾਲ ਉਹਦਾ ਡਾਇਰੈਕਟਰ ਰਿਹਾ। ਅਸੀਂ ਇੱਕ ਪ੍ਰੋਜੈਕਟ ਬਣਾਇਆ ਸੀ ਕਿ ਪੰਜਾਬੀ ਸਪੀਕਿੰਗ ਲੋਕ ਨੇ ਜਿਹੜੇ ਵਰਲਡ ਦੇ ਵਿੱਚ, ਇਸ ਪਲੈਨਟ ਦੇ ਉੱਪਰ, ਉਹਨਾਂ ਦਾ ਸੈਂਸਸ ਕੀਤਾ ਜਾਵੇ। ਉਹ ਅਨਫੋਰਚੂਨੇਟਲੀ ਨਹੀਂ ਸਿਰੇ ਚੜ੍ਹ ਸਕਿਆ। 8 ਕਰੋੜ ਤੋਂ ਲੈ ਕੇ 12 ਕਰੋੜ ਤੱਕ ਅਸੀਂ ਮਤਲਬ ਸੈਂਸਸ ਦਾ ਸਾਡੇ ਕੋਲ ਪਾਕਿਸਤਾਨ ਦਾ ਹੈਗਾ, ਇੱਧਰਲੇ ਪੰਜਾਬ ਦਾ ਹੈਗਾ। ਇੰਨਾ ਵੱਡਾ ਗੈਪ, 4 ਕਰੋੜ ਦਾ ਗੈਪ, ਮੇਰਾ ਨਹੀਂ ਖਿਆਲ ਕਿਸੇ ਭਾਸ਼ਾਈ ਕਮਿਊਨਿਟੀ ਦੇ ਬਾਰੇ ਇੰਨਾ ਵਾਈਲਡ ਗੈਸ ਲੱਗਦਾ ਹੋਵੇ ਕਿ 4 ਕਰੋੜ ਦਾ ਵਾਧਾ ਘੱਟ ਹੈ। ਸੋ ਇਸ ਕਰਕੇ ਸਾਨੂੰ ਆਪਣੇ ਆਪ ਬਾਰੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈ ਪੰਜਾਬੀਆਂ ਨੂੰ ਖੁਦ, ਅਤੇ ਅਸੀਂ ਜਿੰਨਾ ਕੁ ਸਾਡਾ ਏਰੀਆ ਹੁੰਦਾ ਹੈ ਉਨੇ ਕੁ ਨੂੰ ਹੀ ਅਸੀਂ ਪੰਜਾਬ ਸਮਝ ਲੈਂਦੇ ਹਾਂ ਕਈ ਵਾਰੀ। ਇਸੇ ਤਰ੍ਹਾਂ ਹਿਸਟੋਰੀਕਲੀ ਜਿਸ ਤਰ੍ਹਾਂ ਮੈਂ ਸਮਝਦਾ ਸੀ ਕਿ ਬਾਬੇ ਨਾਨਕ ਤੋਂ ਸ਼ੁਰੂ ਹੋਇਆ, ਹਿਸਟੋਰੀਕਲੀ ਜੇ ਸਾਨੂੰ ਜਿਹੜੇ ਰੈਫਰੈਂਸ ਮਿਲਦੇ ਨੇ ਉਹ ਮਿਥਿਹਾਸ 'ਚੋਂ ਮਿਲਦੇ ਨੇ। ਪਹਿਲੇ ਨੇ ਜਿਹੜੇ ਮਿਥਿਹਾਸ ਦੇ ਵਿੱਚ ਤੁਸੀਂ ਵੈਦਿਕ ਕਾਲ ਜਿਹਨੂੰ ਅਸੀਂ ਕਹਿੰਦੇ ਹਾਂ ਕਿ 1500 ਈਸਵੀ ਪੂਰਵ ਤੋਂ 1000 ਈਸਵੀ ਪੂਰਵ ਤੱਕ ਜਿਹੜੇ ਵੇਦ ਨੇ ਉਹ ਰਚੇ ਗਏ ਨੇ। ਰਿਗਵੇਦ ਉਹਨਾਂ ਦੇ ਵਿੱਚ ਲਿਖਿਆ ਗਿਆ ਸੀ। ਮੈਂ ਜਿੰਨੀ ਕੁ ਰਿਸਰਚ ਕਰ ਸਕਿਆ, ਰਿਗਵੇਦ ਆ ਜਿਹੜਾ ਅੰਬਾਲਾ ਅਤੇ ਕੁਰੂਕਸ਼ੇਤਰ ਹੈ ਜਿਹੜਾ ਪਿੱਪਲੀ ਦਾ ਏਰੀਆ, ਇੱਥੇ ਦੀ ਜਿਹੜਾ ਦਰਿਆ ਵਗਦਾ ਸੀ ਉਹਦੇ ਕੰਢੇ 'ਤੇ ਲਿਖਿਆ ਗਿਆ ਸੀ, ਜਿਹੜੀ ਦੁਨੀਆ ਦੀ ਸਭ ਤੋਂ ਪਹਿਲੀ ਕਿਤਾਬ ਸਮਝੀ ਜਾਂਦੀ ਹੈ। ਬਾਅਦ ਦੇ ਵੇਦ ਤਾਂ ਚਲੋ ਹੋਰ ਤਰ੍ਹਾਂ ਲਿਖੇ ਗਏ, ਖੈਰ। ਸੋ ਇਹ ਇੱਕ ਮੋਟਾ ਨਕਸ਼ਾ ਤੁਸੀਂ ਆਪਣੇ ਮਨ ਦੇ ਵਿੱਚ ਰੱਖ ਕੇ ਚੱਲੋ। ਜਿਹੜੇ ਖਿੱਤੇ ਬਾਰੇ ਆਪਾਂ ਗੱਲ ਕਰਾਂਗੇ ਕਿ ਇੱਥੇ ਕੀ ਕੁਝ ਹੋਇਆ, ਸਾਡੇ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਲੋਕ ਹੋ ਕੇ ਗਏ। ਸਭ ਤੋਂ ਵੱਡੀ ਜਿਹੜੀ ਏਰੀਏ ਦੀ ਡਿਸਟਿੰਕਸ਼ਨ ਹੈ ਸਾਰੀ ਦੁਨੀਆ ਨਾਲੋਂ, ਉਹ ਇਹ ਹੈ ਕਿ ਇੱਥੇ ਕਿਹਾ ਜਾਂਦਾ ਹੈ ਕਿ ਲੋਕ ਆ ਕੇ ਵੱਸਦੇ ਰਹੇ ਨੇ, ਹਮਲੇ ਹੁੰਦੇ ਰਹੇ ਨੇ। ਆਰੀਅਨਸ ਆਏ, ਉਹਨੇ ਦਰਾਵੜ ਨੂੰ ਕੱਢਤਾ। ਬਾਅਦ ਵਿੱਚ ਤਾਂ ਗਿਣਤੀ ਕੋਈ ਨਹੀਂ ਰਹੀ, ਸੀਥੀਅਨਸ, ਹੁਨਸ, ਮੁਗਲ, ਪਤਾ ਨਹੀਂ ਕਿਹੜੇ ਕਿਹੜੇ ਆਏ। ਕਪੂਰ ਸਾਹਿਬ ਇਸੇ ਡਿਪਾਰਟਮੈਂਟ ਦੇ ਮਿਲ ਰਹੇ ਨੇ, ਉਹਨਾਂ ਨੇ ਇੱਕ ਵਾਰ ਕਿਹਾ ਸੀ ਵੀ ਇੱਥੇ ਸਾਰੀ ਗਿਣਤੀ ਲਿਸਟ ਬਣਾ ਕੇ ਇੰਨੇ ਲੋਕ ਆਏ ਜਿਨ੍ਹਾਂ ਨੇ ਆ ਕੇ ਕਹਿੰਦਾ ਸਾਡੇ 'ਤੇ ਰਾਜ ਕੀਤਾ। ਉਹ ਕਹਿੰਦੇ ਮੈਨੂੰ ਹੈਰਾਨੀ ਹੈ ਵੀ ਜਿਹੜੇ ਨਹੀਂ ਆਏ ਉਹ ਕਿਉਂ ਨਹੀਂ ਆਏ। ਜੇ ਉਹ ਆਉਂਦੇ ਉਹਨਾਂ ਨੇ ਵੀ ਰਾਜ ਹੀ ਕਰਨਾ ਸੀ ਸਾਡੇ 'ਤੇ, ਕਿਉਂਕਿ ਅਸੀਂ ਗੁਲਾਮ ਬਣਨ ਦੇ ਮਾਹਰ ਹੋ ਗਏ ਸੀ। ਇਹ ਬੜੀ ਦਿਲਚਸਪ ਗੱਲ ਹੈ ਆਪਣੇ ਆਪ ਦੇ ਵਿੱਚ, ਜਿਹੜੀ ਇਸ ਇਲਾਕੇ 'ਤੇ ਵੈਸੇ ਨਹੀਂ ਟੁੱਕਦੀ।
ਜੇ ਬਾਕੀ ਹਿੰਦੁਸਤਾਨ ਦੇ ਨਾਲ ਅਸੀਂ ਜਿਹੜਾ ਗੰਗੈਟਿਕ ਪਲਾਨ ਹੈ, ਜਿਹੜਾ ਜਿਹਨੂੰ ਮਗਧ ਰਾਜ ਕਹਿੰਦੇ ਸੀ, ਜੇ ਉਹਦੇ ਨਾਲ ਕੰਪੇਅਰ ਕਰੀਏ, ਉਹਦੇ ਮੁਕਾਬਲੇ ਇੱਥੇ ਗੁਲਾਮੀ ਦਾ ਤੱਤ ਹੈ ਜਿਹੜਾ ਅੱਜ ਵੀ ਘੱਟ ਹੈ, ਪਹਿਲਾਂ ਵੀ ਘੱਟ ਸੀ। ਉਹਦੇ ਕੁਝ ਰੀਜ਼ਨ ਨੇ, ਆਪਾਂ ਡਿਸਕਸ ਕਰਾਂਗੇ ਉਹ। ਪਰ ਕਿਉਂਕਿ ਆਪਣਾ ਟੌਪਿਕ ਥੋੜਾ ਜਿਹਾ ਜ਼ਿਆਦਾ ਧਰਮ ਤੇ ਰੂਹਾਨੀਅਤ ਦੇ ਉੱਪਰ ਫੋਕਸ ਹੋਊਗਾ, ਉਹਦੇ ਤੇ ਕਿਤੇ ਫਿਰ ਵੀ ਕੋਈ ਆਪਾਂ ਲੈਕਚਰ ਕਰ ਸਕਦੇ ਹਾਂ। ਰਾਮਾਇਣ ਤੇ ਮਹਾਭਾਰਤ ਦੇ ਵਿੱਚ ਸਾਨੂੰ ਦੋ ਚੀਜ਼ਾਂ ਮਿਲਦੀਆਂ ਨੇ। ਇੱਕ ਤਾਂ ਰਾਮਾਇਣ ਦੇ ਵਿੱਚ ਮੈਨੂੰ ਯੂਪੀ ਦੇ ਕਿਸੇ ਸਕਾਲਰ ਨੇ ਬਹੁਤ ਇੰਟਰਸਟਿੰਗ ਗੱਲ ਦੱਸੀ। ਅੰਮ੍ਰਿਤਸਰ ਅਸੀਂ ਯੂਨੀਵਰਸਿਟੀ ਦੇ ਵਿੱਚ ਬੈਠੇ ਸੀ, ਉੱਥੇ ਨਾਲ ਹੀ ਸਵਾਮੀ ਰਾਮ ਤੀਰਥ ਹੈ। ਸਵਾਮੀ ਰਾਮ ਤੀਰਥ ਬਾਰੇ ਮਸ਼ਹੂਰ ਹੈ ਕਿ ਉਹ ਮਹਾਰਿਸ਼ੀ ਵਾਲਮੀਕ ਦਾ ਆਸ਼ਰਮ ਸੀ, ਉੱਥੇ ਸੀਤਾ ਆ ਕੇ ਰਹੀ ਸੀ, ਜਿੱਥੇ ਉਹ ਇੱਕ ਬੱਚਾ ਉਹਦੇ ਪਹਿਲਾਂ ਸੀਗਾ, ਇੱਕ ਬੱਚਾ ਹੋਰ ਹੋਇਆ, ਤੇ ਉਹ ਫਿਰ ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਚੱਕਰਵਰਤੀ ਬਣਨ ਦੇ ਲਈ ਆਸ਼ਰਮੇਧ ਯੱਗ ਕਰਕੇ ਘੋੜਾ ਛੱਡਿਆ, ਤੁਸੀਂ ਸੁਣੀਆਂ ਹੋਣੀਆਂ ਨੇ ਸਾਰੀਆਂ ਗੱਲਾਂ। ਉਹ ਘੋੜਾ ਕਿਤੇ ਨਹੀਂ ਸੀ ਕਿਸੇ ਨੇ ਫੜਿਆ, ਉਹ ਲਵ ਤੇ ਕੁਛ ਨਹੀਂ ਹੀ ਫੜਿਆ। ਬੇਸਿਕਲੀ ਉਹ ਪੰਜਾਬੀ ਸੀ, ਜਿਨ੍ਹਾਂ ਤੋਂ ਬਾਅਦ ਦੇ ਵਿੱਚ ਇਹ ਵੀ ਮਾਈਥੋਲੋਜੀ ਡਿਵੈਲਪ ਕਰੀ ਕਿ ਲਵ ਨੇ ਲਾਹੌਰ ਵਸਾਇਆ, ਕੁਛ ਨੇ ਕਸੂਰ ਵਸਾਇਆ, ਮਤਲਬ ਇੱਦਾਂ ਦੀ ਸਟੋਰੀਜ਼ ਸਾਨੂੰ ਮਿਲਦੀਆਂ ਨੇ, ਜਿਹਦਾ ਮਤਲਬ ਇਹ ਹੈ ਕਿ ਇਹ ਉਸ ਟਾਈਮ ਵੀ ਰੈਜ਼ਿਸਟੈਂਸ ਦਾ ਏਰੀਆ ਸੀ, ਜਿੱਥੇ ਅੱਖਾਂ ਮੀਚ ਕੇ ਸਮਰਪਣ ਨਹੀਂ ਸੀ ਕੀਤਾ ਜਾਂਦਾ। ਸੈਕਿੰਡ, ਸਾਨੂੰ ਮਹਾਭਾਰਤ ਮਿਲਦੀ ਹੈ, ਨਾਲ ਹੀ ਕੁਰੂਕਸ਼ੇਤਰ ਹੈ, ਤਾਂ ਹੁਣੇ ਹੀ ਲੈਦਾ ਹੋਇਆ। ਇਹੀ ਜਗ੍ਹਾ ਹੈ ਜਿੱਥੇ ਮਤਲਬ 14 ਸ਼ੋਣੀਆਂ ਕਹਿੰਦੇ ਨੇ, 14 ਲੱਖ ਫੌਜ ਹੈ ਜਿਹੜੀ ਮਾਰੀ ਗਈ। ਜੇ ਤੁਸੀਂ ਜਾ ਕੇ ਕਿਤੇ ਦੇਖੋ ਤਾਂ ਉੱਥੇ ਜੋਤੀ ਸਰੂਪ ਦਾ ਟੋਬਾ ਜਿਹਾ ਹੈਗਾ ਅਜੇ ਵੀ। ਵੈਸੇ ਹੁਣ ਤਾਂ ਬੀਜੇਪੀ ਦੀ ਗਵਰਨਮੈਂਟ ਆ, ਉਹਨਾਂ ਨੇ ਕਾਫੀ ਉੱਥੇ ਕਲੀ ਕੁਲੀ ਕਰਤੀ, ਪਰ ਉਨੀ ਕੇ ਕਲੀ ਕਰੀਏ ਜਿੰਨੀ ਅਕਲ ਹੈ ਉਹਨਾਂ ਨੂੰ ਕੋਈ। ਜੇ ਉਹਦੇ ਮੁਕਾਬਲੇ ਤੁਸੀਂ ਜਾ ਕੇ ਦੇਖੋਗੇ ਨਾ, ਤੁਸੀਂ ਕੁਰੂਕਸ਼ੇਤਰ ਕਦੇ ਜਾਓ, ਦੋ ਚੀਜ਼ਾਂ ਜ਼ਰੂਰ ਦੇਖਿਓ। ਇੱਕ ਉੱਥੇ ਸ਼ੇਖ ਚਿਲੀ ਦਾ ਮਕਬਰਾ ਤੇ ਇੱਕ ਜੋਤੀ ਸਰੂਪ ਹੈ। ਜੋਤੀ ਸਰੂਪ ਉਹ ਜਗ੍ਹਾ ਹੈ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਹਿੰਦੂ ਧਰਮ ਦਾ ਗ੍ਰੰਥ ਉਚਾਰਿਆ ਗਿਆ ਤੇ ਬਾਅਦ ਦੇ ਵਿੱਚ ਉਹ ਲਿਖਿਆ ਗਿਆ, ਗੀਤਾ ਦਾ ਉੱਥੇ ਉਪਦੇਸ਼ ਹੋਇਆ। ਉਸ ਟੋਬੇ ਦੇ ਉੱਪਰ ਕ੍ਰਿਸ਼ਨ ਮਹਾਰਾਜ ਜੀ ਪੱਥਰ ਦੇ ਬਣਾ ਕੇ ਖੜੇ ਕੀਤੇ ਹੋਏ ਨੇ ਰੱਥ ਦੇ ਉੱਪਰ, ਤੇ ਅਰਜੁਨ ਬੈਠਾ ਅੱਗੇ ਸੁਣ ਰਿਹਾ ਹੈ। ਉਹ ਇਦਾਂ ਲੱਗਦਾ ਵੀ ਜਿਵੇਂ ਕਿਸੇ 2-4 ਮਿਸਤਰੀਆਂ ਨੇ ਇਕੱਠੇ ਹੋ ਕੇ ਜਗ੍ਹਾ ਜੀ ਬਣਾ ਕੇ ਦਿੱਤੀ ਹੋਵੇ ਜਾਂ ਨਹੀਂ। ਤੇ ਮੈਨੂੰ ਕਿਸੇ ਨੇ ਕਿਹਾ ਵੀ ਤੁਸੀਂ ਉਹ ਵੀ ਦੇਖੋ, ਸ਼ੇਖ ਚਿਲੀ ਦਾ ਮਕਬਰਾ, ਤੁਸੀਂ ਉੱਥੇ ਜਾ ਕੇ ਦੇਖੋ। ਸ਼ੇਖ ਚਿਲੀ ਬਾਰੇ ਆਪਣੇ ਮਜ਼ਾਕ 'ਚ ਸਟੋਰੀਆਂ ਬਣੀਆਂ ਨੇ, ਪਰ ਜਦੋਂ ਤੁਸੀਂ ਜਗ੍ਹਾ ਦੇਖੋਗੇ ਯੂ ਵਿਲ ਫਾਈਂਡ ਕਿ ਜਿਹੜੇ ਬੰਦੇ ਆਰਕੀਟੈਕਟ ਹੋਣਗੇ ਜਾਂ ਜਿਹੜੇ ਬਣਾਉਣ ਵਾਲੇ ਸੀ, ਉਹਨਾਂ ਦਾ ਵਿਜ਼ਨ ਕਿੰਨਾ ਕੁ ਵੱਡਾ ਹੋਣਾ। ਸੋ ਇਹ ਦੋ ਕੰਪੈਰੀਜ਼ਨ ਤੁਸੀਂ ਕਦੇ ਜਾ ਕੇ ਆਪ ਹੀ ਦੇਖੋਗੇ ਤਾਂ ਤੁਹਾਨੂੰ ਅੱਛਾ ਲੱਗੂਗਾ ਉਹ। ਸੋ ਆਪਾਂ ਇਹ ਗੱਲ ਕਰ ਰਹੇ ਸੀ ਵੀ ਇਹ ਏਰੀਆ ਹੈ ਜਿੱਥੇ ਰੈਜ਼ਿਸਟੈਂਸ ਹੁੰਦੀ ਰਹੀ ਹੈ। ਜਿਹੜਾ ਕੌਰਵਾਂ ਦਾ ਜ਼ੁਲਮ ਸੀ, ਉਹਨੂੰ ਵੀ ਰੈਜ਼ਿਸਟੈਂਸ ਇੱਥੇ ਹੀ ਹੋਈ। ਸੋ ਇਹ ਦੋ ਪ੍ਰਮਾਣ ਸਾਨੂੰ ਮਿਥਿਹਾਸਕ ਤੌਰ ਤੇ ਮਿਲਦੇ ਨੇ। ਜਦੋਂ ਅਸੀਂ ਇਸ ਇਤਿਹਾਸ ਦੇ ਵਿੱਚ ਆਉਂਦੇ ਹਾਂ, ਇਤਿਹਾਸ ਦੇ ਵਿੱਚ ਇਹ ਹੁੰਦਾ ਹੈ ਕਿ ਸਭ ਤੋਂ ਵੱਡਾ ਬੰਦਾ ਜਿਹੜਾ ਸਾਡੇ ਸਾਹਮਣੇ ਇਤਿਹਾਸਕ ਆਉਂਦਾ, ਅਲੈਗਜ਼ੈਂਡਰ ਦਾ ਗ੍ਰੇਟ ਕਿਹਾ ਜਾਂਦਾ ਉਹਨੂੰ। ਉਹਨੇ ਹਮਲਾ ਕੀਤਾ 326 BC ਦੇ ਵਿੱਚ ਉਹਨੇ ਕੀਤਾ, ਤੇ ਉਹਦਾ ਕੀ ਹੋਇਆ ਜਾਂ ਕੀ ਨਹੀਂ ਹੋਇਆ ਉਹ ਡਿਟੇਲ ਤੁਸੀਂ ਜੇ ਪੜ੍ਹਨੀ ਹੈ, ਬੁੱਧ ਪ੍ਰਕਾਸ਼ ਦੀ ਕਿਤਾਬ ਹੈ, ਗਲਿੰਪਸਸ ਆਫ ਐਂਸ਼ੀਐਂਟ ਪੰਜਾਬ, ਉਹ 'ਚ ਪੜ੍ਹ ਲੈਣਾ। ਪਰ ਮੈਂ ਇੱਥੇ ਇੱਕ ਗੱਲ ਛੋਟੀ ਜਿਹੀ ਤੁਹਾਨੂੰ ਦੱਸਣੀ ਚਾਹੁੰਦਾ, ਜਿਹੜੀ ਆਰੀਅਨਸ ਨਾਲ ਵੀ ਜੁੜਦੀ ਹੈ, ਸਿਕੰਦਰ ਨਾਲ ਵੀ ਜੁੜਦੀ ਹੈ। ਉਹ ਇਹ ਹੈ ਕਿ ਹਿਊਮਨ ਬੀਇੰਗਸ ਦੇ ਤੌਰ ਤੇ, ਹਿਊਮਨ ਰੇਸ ਦੇ ਤੌਰ ਤੇ ਅਸੀਂ ਉੱਥੇ ਹੀ ਜਾਂਦੇ ਹਾਂ, ਜਾਂ ਉੱਥੋਂ ਉੱਠ ਕੇ ਜਾਂਦੇ ਹਾਂ ਜਿੱਥੇ ਕੁਝ ਨਹੀਂ ਹੁੰਦਾ, ਜਿੱਥੇ ਕੁਝ ਹੁੰਦਾ ਅਸੀਂ ਉੱਥੇ ਨੂੰ ਜਾਂਦੇ ਹਾਂ। ਜਿੱਥੇ ਕੋਈ ਸੁੱਖ ਦੇ ਸਾਧਨ, ਰਹਿਣ ਸਹਿਣ ਦਾ ਵਧੀਆ ਕੋਈ ਚੀਜ਼ ਮਿਲੂਗੀ, ਅਸੀਂ ਉੱਥੇ ਨੂੰ ਹੀ ਜਾਂਦੇ ਹਾਂ। ਮਤਲਬ ਹੁਣੇ ਹੀ ਤੁਹਾਨੂੰ ਕੋਈ ਪੁੱਛੇ ਕਿ ਜੇ ਤੁਸੀਂ ਬੰਗਲਾਦੇਸ਼ ਜਾਣਾ ਚਾਹੋਗੇ ਜਾਂ ਅਮਰੀਕਾ ਜਾਣਾ ਚਾਹੋਗੇ, ਦੋਨੇ ਵੀਜ਼ੇ ਤੁਹਾਡੇ ਸਾਹਮਣੇ ਕੋਈ ਰੱਖ ਦੇਵੇ, ਤੁਹਾਨੂੰ ਪਤਾ ਹੀ ਹੈ ਤੁਸੀਂ ਕਿਹੜਾ ਚੁਣੋਗੇ। ਇੱਥੇ ਕਿਉਂ ਲੋਕ ਆਉਂਦੇ ਸੀ ਜ਼ਿਆਦਾ, ਕਿਉਂ ਆਈ ਹੀ ਗਏ ਸਦੀਆਂ ਪਰ, ਲਗਭਗ 5000 ਸਾਲ ਤੰਤਾ ਹੀ ਕਿਉਂ ਲੱਗਿਆ ਰਿਹਾ? ਉਹਦਾ ਕਾਰਨ ਇਹ ਹੈ, ਜੇ ਸਾਇੰਟੀਫਿਕਲੀ ਤੁਸੀਂ ਦੇਖਣਾ ਚਾਹੋ ਤਾਂ ਹਿਸਟਰੀ ਚੈਨਲ ਨੇ ਇੱਕ ਫਿਲਮ ਬਣਾਈ ਸੀ ਹਿਊਮਨ ਹਿਸਟਰੀ ਦੇ ਉੱਪਰ। 1 ਘੰਟੇ 'ਚ ਉਹਨਾਂ ਨੇ ਸਾਰੀ ਹਿਊਮਨ ਹਿਸਟਰੀ ਨੂੰ ਰਿਡਿਊਸ ਕੀਤਾ ਸੀ। ਜੇ ਸਾਰੇ ਸਾਡੇ ਜਿੰਨਾ ਵੀ ਇਤਿਹਾਸ ਹੈ ਸਾਡਾ ਹਜ਼ਾਰਾਂ ਸਾਲਾਂ ਦਾ, ਉਹਨੂੰ 1 ਘੰਟੇ ਦੀ ਫਿਲਮ 'ਚ ਰਿਡਿਊਸ ਕਰਨਾ ਹੋਵੇ, ਉਹਨਾਂ ਨੇ ਕੀਤਾ। ਉਹਦੇ 'ਚ 58 ਮਿੰਟ, 60 ਮਿੰਟਾਂ ਦੇ ਵਿੱਚੋਂ 58 ਮਿੰਟ ਜਿਹੜੇ ਮਨੁੱਖ ਨੇ ਉਹ ਪਾਣੀ ਦੀ, ਖਾਣੇ ਦੀ ਤੇ ਸ਼ੈਲਟਰ ਦੀ ਖੋਜ 'ਚ ਨਿਕਲੇ ਨੇ। ਮਤਲਬ ਸਾਡੇ ਜਿਹੜੇ ਐਂਸੈਸਟਰ ਸੀ, ਅਸੀਂ ਜਾਨਵਰਾਂ ਤੋਂ ਜਦੋਂ ਬੰਦੇ ਬਣੇ, ਤਾਂ ਸਾਡੇ ਐਂਸੈਸਟਰ ਜਿੰਨੀ ਆ ਹਿਊਮਨ ਹਿਸਟਰੀ ਅਸੀਂ ਕਹਿ ਰਹੇ ਹਾਂ ਸੋ ਕਾਲਡ, ਇਹਦਾ ਆਲਮੋਸਟ 90% ਹਿੱਸਾ ਜਿਹੜਾ ਉਹ ਇਸ ਗੱਲ ਤੇ ਖਰਚ ਹੋਇਆ ਕਿ ਪਾਣੀ ਕਿੱਥੇ ਹੈ, ਖਾਣਾ ਕਿੱਥੇ ਮਿਲੂਗਾ। ਇੱਦਾਂ ਤੜਫਦੇ ਫਿਰ ਰਹੇ ਸੀ ਉਹ, ਕਿਉਂਕਿ ਇੱਥੇ 7 ਦਰਿਆ ਵਗਦੇ ਸੀ,
ਬਾਇਓਡਾਇਵਰਸਿਟੀ ਅੱਜ ਵੀ ਅਨਮੈਚਡ ਹੈ, ਸਾਰੀ ਦੁਨੀਆ ਨਾਲੋਂ ਰਹਿਦਾ ਹੈ। ਪਲੈਂਟੀ ਸੀ ਇੱਥੇ, ਕਦੇ ਕੋਈ ਬੰਦਾ ਕੋਈ ਭੁੱਖ ਨੰਗ ਦੇ ਵਿੱਚ ਨਹੀਂ ਕੋਈ ਜਾਂਦਾ, ਕਿਸੇ ਨੇ ਡੈਜ਼ਰਟ ਤੇ ਨਹੀਂ ਕਦੇ ਕੋਈ ਹਮਲਾ ਕਰਿਆ। ਜਿੱਥੇ ਖਾਣ ਪੀਣ ਨੂੰ ਕੁਝ ਨਹੀਂ ਉੱਥੇ ਕਿਉਂ ਜਾਊਗਾ? ਕੋਈ ਸੱਦੀ ਵੀ ਜਾਵੇ ਗਰੀਬ ਰਿਸ਼ਤੇਦਾਰ, ਅਸੀਂ ਤਾਂ ਨਹੀਂ ਕਿਸੇ ਦੇ ਵੜਦੇ ਜਾ ਕੇ। ਜਿੱਥੇ ਸਾਨੂੰ ਪਤਾ ਹੋਵੇ ਵੀ ਚਿਕਨ ਚੁਕਨ ਮਿਲੂਗਾ, ਦਾਰੂ ਸ਼ਾਰੂ ਹੋਊਗੀ, ਉੱਥੇ ਬਿਨਾਂ ਬੁਲਾਏ ਵੀ ਗਾਲਾਂ ਖਾ ਕੇ ਵੀ ਲੋਕ ਚਲੇ ਜਾਂਦੇ ਨੇ। ਸੋ ਇਹ ਇੱਕ ਵੱਡਾ ਕਾਰਨ ਸੀ ਕਿ ਇੱਥੇ ਨੂੰ ਕਿਉਂ ਇਨਫਲੋ ਇੰਨਾ ਰਿਹਾ। ਉਹ ਇਨਫਲੋ ਜ਼ਿਆਦਾਤਰ ਚਰਵਾਹਿਆਂ ਦਾ ਸੀ। ਜੇ ਤੁਸੀਂ ਬਗਦਾਦ ਵੱਲ ਜਾਓ, ਈਰਾਨ ਵੱਲ ਜਾਓ, ਤਾਂ ਡੈਜ਼ਰਟ ਨੇ ਵੱਡੇ ਵੱਡੇ, ਯਾਰ ਲੋਕ ਨੇ ਜਿਹੜੇ ਜੇ ਪੁਰਾਣੀ ਸਭਿਅਤਾ ਫਿਜ਼ੀਕਲ ਜਾਂ ਕਲਚਰਲ ਐਂਥਰੋਪੋਲੋਜੀ 'ਚ ਅਸੀਂ ਪੜ੍ਹਦੇ ਹਾਂ ਕਿ ਉਹ ਹਰਡਸਮੈਨ ਸੀਗੇ, ਜਾਨਵਰ ਪਾਲ ਲੈਂਦੇ ਸੀ, ਭੇਡਾਂ ਪਸ਼ੂ ਹੋਰ। ਉਹਨਾਂ ਨੂੰ ਹਰ ਸੀਜ਼ਨ ਦੇ ਵਿੱਚ, ਅੱਜ ਵੀ ਭੇਡਾਂ ਵਾਲੇ ਜਿਹੜੇ ਹੈਗੇ ਨੇ ਤੁਸੀਂ ਦੇਖਿਓ, ਉਹਨਾਂ ਨੂੰ ਖੁਰਾਕ ਚਾਹੀਦੀ ਹੁੰਦੀ ਹੈ, ਚਰਾਗਾਹਾਂ ਚਾਹੀਦੀਆਂ ਨੇ ਤੇ ਪਾਣੀ ਚਾਹੀਦਾ ਹੈ। ਇਸ ਕਰਕੇ ਉਹ ਚਲੇ ਹੀ ਆਉਂਦੇ ਸੀ ਇੱਥੇ ਨੂੰ। ਤੇ ਇੱਥੇ ਜਿਹੜੀ ਸਿਵਲਾਈਜੇਸ਼ਨ ਸਾਡੀ ਪਹਿਲੀ ਵਸੀ ਹੋਈ ਸੀ, ਜਿਹੜੀ ਉਜੜੀ, ਉਹ ਵੀ ਇਸੇ ਕਰਕੇ ਉਜੜੀ ਹੋਊਗੀ। ਕਿਉਂਕਿ ਸ਼ਹਿਰਾਂ ਦੇ ਵਿੱਚ ਅਸੀਂ ਜਦੋਂ ਵਸ ਜਾਂਦੇ ਹਾਂ, ਹੁਣ ਵੀ ਪਹਿਲਾਂ ਵੀ ਇਵੇਂ ਹੁੰਦਾ ਸੀ, ਸ਼ਹਿਰ ਦਾ ਜਿਹੜਾ ਇਨਸਾਨ ਹੈ ਉਹ ਸੁੱਖ ਰਹਿਣਾ ਹੁੰਦਾ ਹੈ ਹਮੇਸ਼ਾ ਹੀ। ਆਪਾਂ ਸਾਰੇ ਪਿੰਡਾਂ ਤੋਂ ਆ ਗਏ ਹਾਂ, ਏਸੀਆਂ ਦੇ ਹੇਠ ਰਹਿਣ ਲੱਗ ਗਏ। ਉਹੀ ਪਿੰਡ ਜਿਹਦੇ ਬਾਰੇ ਅਸੀਂ ਕਵਿਤਾਵਾਂ ਲਿਖਦੇ ਹਾਂ, ਉੱਥੇ ਜਾ ਕੇ ਰਾਤ ਨਹੀਂ ਕੱਟੀ ਜਾਂਦੀ। ਇਹ ਸਾਡੀ ਨਸਲ ਦੀ ਖਾਸੀਅਤ ਹੈ ਕਿ ਜਿਹੜਾ ਸੁੱਖ ਅਸੀਂ ਮੰਨ ਲਿਆ, ਅਸੀਂ ਨਹੀਂ ਛੱਡਦੇ, ਉਹਨੂੰ ਛੱਡ ਨਹੀਂ ਸਕਦੇ। ਪਰਮਾਤਮਾ ਛਡਾਵੇ ਵੀ ਨਾ ਵੈਸੇ ਤਾਂ, ਪਰ ਡਿਫੀਕਲਟ ਕੰਮ ਹੁੰਦਾ ਹੈ। ਸੋ ਇਸ ਕਰਕੇ ਕੀ ਹੁੰਦਾ ਕਿ ਸ਼ਹਿਰ 'ਚ ਜਿਹੜਾ ਬੰਦਾ ਵੱਸਦਾ ਹੈ ਉਹ ਪੋਲਾ ਜਿਹਾ, ਉਹਦੀ ਇਮਿਊਨਿਟੀ ਵੀ ਘਟ ਜਾਂਦੀ ਹੈ। ਕਰੋਨਾ 'ਚ ਤੁਸੀਂ ਦੇਖਿਆ ਹੋਣਾ, ਸਭ ਤੋਂ ਜ਼ਿਆਦਾ ਡੈਥਸ ਨੇ ਜਿਹੜੀਆਂ ਚਾਈਨਾ ਤੋਂ ਲੈ ਕੇ USA ਤੱਕ ਸ਼ਹਿਰਾਂ 'ਚ ਹੀ ਹੋਈਆਂ ਨੇ, ਇਨਕਲੂਡਿੰਗ ਦਿੱਲੀ 'ਚ। ਜਦੋਂ ਸ਼ਮਸ਼ਾਨ ਘਾਟ ਨਹੀਂ ਸੀ ਮਿਲ ਰਹੇ, ਉਦੋਂ ਜਿਹੜੇ ਬਾਹਰ ਟਰਾਲੀਆਂ ਦੇ ਵਿੱਚ ਪਏ ਸੀ, ਉਹਨਾਂ 'ਚ ਕੋਈ ਡੈਥ ਕਰੋਨਾ ਨਾਲ ਨਹੀਂ ਹੋਈ। ਮੈਂ ਬੜੇ ਡਾਕਟਰਾਂ ਨੂੰ, ਧਰਮਵੀਰ ਗਾਂਧੀ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹਦੀ ਤੇ ਰਿਸਰਚ ਕਰੋ ਤੁਸੀਂ, ਕਿ 90 ਸਾਲ ਦੇ ਬੁੜੇ ਬੁੜੀਆਂ ਉੱਥੇ ਲੰਗਰ ਪਕਾ ਰਹੇ ਸੀ। ਮੈਂ ਵੀ ਉੱਥੇ ਜਾਂਦਾ ਰਿਹਾ ਉਹਨਾਂ ਦੇ ਕੋਲ ਰੈਗੂਲਰਲੀ। ਉਹਨਾਂ 'ਚੋਂ ਇੱਕ ਡੈਥ ਸਿਰਫ ਬੰਗਾਲੀ ਲੜਕੀ ਦੀ, ਇੱਕ ਦੀ, ਉਹ ਵੀ ਡਾਊਟਫੁਲ ਹੈ ਕਿ ਕਰੋਨੇ ਨਾਲ ਹੋਈ, ਜਿਹੜੇ ਕਿਸੇ ਦੀ ਵੀ ਨਹੀਂ ਹੋਈ। ਯਾਰ ਸ਼ਹਿਰ ਦੇ ਵਿੱਚ ਲੋਕ ਧੜਾ ਧੜ ਮਰ ਰਹੇ ਸੀ, ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ। ਸੋ ਇਹ ਦੋ ਸਿਵਲਾਈਜੇਸ਼ਨਸ ਦਾ ਜੇ ਮੌਕਾ ਮਿਲਿਆ, ਆਪਾਂ ਰੂਰਲ ਤੇ ਅਰਬਨ ਸਿਵਲਾਈਜੇਸ਼ਨ ਤੇ ਵੀ ਇੱਕ ਲੈਕਚਰ ਦੇਖਾਂਗੇ ਜੇ ਮੈਂ ਕਰ ਸਕਿਆ। ਇਹਨਾਂ ਦਾ ਬੇਸਿਕ ਡਿਫਰੈਂਸ ਇਹ ਹੁੰਦਾ ਹੈ ਕਿ ਸ਼ਹਿਰੀ ਬੰਦੇ ਦੀਆਂ ਕਪੈਸਿਟੀਜ਼ ਸਰਵਾਈਵਲ ਦੀਆਂ ਘਟ ਜਾਂਦੀਆਂ ਨੇ। ਸੋ ਸਾਡੀ ਜਿਹੜੀ ਸ਼ਹਿਰੀ ਸਭਿਅਤਾ ਹੁੰਦੀ ਸੀ, ਜਦੋਂ ਚਰਵਾਹੇ ਘੋੜਿਆਂ ਤੇ ਚੜ੍ਹ ਕੇ ਆਉਂਦੇ ਸੀ, ਉਹਨਾਂ ਦੇ ਮੁਕਾਬਲੇ ਜਿਹੜੇ ਰੋਜ਼ ਮਾਲਿਸ਼ ਕਰਾਉਣ ਵਾਲੇ ਸਰੀਰ ਨੇ, ਉਹਨਾਂ ਦਾ ਮਤਲਬ ਹੀ ਕੋਈ ਨਹੀਂ ਸੀ। ਦੂਜੀ ਚੀਜ਼, ਆਪਾਂ ਵੈਦਿਕ ਧਰਮ ਤੇ ਇਹਦੀ ਹੁਣ ਆਪਾਂ ਆਪਣੇ ਅਸਲੀ ਟੌਪਿਕ ਵੱਲ ਆਉਂਦੇ ਹਾਂ। ਸੋ ਇਹ ਗੱਲਾਂ ਥੋੜ੍ਹੀਆਂ ਕਲੀਅਰ ਕਰਨੀਆਂ ਜ਼ਰੂਰੀ ਸੀ। ਸਿਕੰਦਰ ਨੇ ਜਦੋਂ ਹਮਲਾ ਕਰਿਆ, ਸਿਕੰਦਰ ਦਾ ਗ੍ਰੇਟ ਉਹਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਹ ਸਾਰੀ ਦੁਨੀਆ ਜਿੱਤਣ ਚੜਿਆ ਸੀ। ਅਸੀਂ ਜਿੰਨੇ ਹੀਰੋ ਬਣਾਏ ਹੋਏ ਨੇ, ਸਿਕੰਦਰ ਤੋਂ ਲੈ ਕੇ ਜੇਮਸ ਬੌਂਡ ਤੱਕ, ਅਸੀਂ ਕਾਤਲਾਂ ਨੂੰ ਹੀਰੋ ਬਣਾਇਆ ਹੋਇਆ ਹੈ। ਸਾਨੂੰ ਇਹ 'ਤੇ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ ਕਿ ਜਿੰਨੀ ਮਨੁੱਖੀ ਹਿਸਟਰੀ ਹੈ, ਉਹਦੇ ਵਿੱਚ ਉਹ ਬੰਦੇ ਜਿਹੜੇ ਬਹੁਤ ਐਫੀਸ਼ੀਐਂਟ ਕਿਲਰ ਸੀਗੇ, ਜਿਹੜੇ ਦੂਜਿਆਂ ਨੂੰ ਧੋਖਾ ਦੇ ਸਕਦੇ ਸੀ, ਮਾਰ ਸਕਦੇ ਸੀ, ਕੁੱਟ ਸਕਦੇ ਸੀ, ਉਹਨਾਂ ਦੇ ਨਾਲ ਹੀ ਉਹਨਾਂ ਦੇ ਲਿਖਾਰੀ ਆਉਂਦੇ ਸੀ, ਮੈਗਸਥਨੀਜ਼ ਹੋਰੀ, ਜਿਹੜੇ ਉਹਨਾਂ ਨੂੰ ਹੀਰੋ ਬਣਾਉਣ ਲਈ, ਉਹਦੀ ਵਾਹਵਾ ਕਰਨ ਲਈ ਹੁੰਦੇ ਸੀ। ਬੇਸਿਕਲੀ ਇਹ ਕਾਤਲ ਲੋਕ ਸੀ। ਇਹਨਾਂ ਦਾ ਮਨੁੱਖੀ ਹਿਸਟਰੀ ਨੂੰ ਕੋਈ ਦੇਣ ਨਹੀਂ ਹੈ ਤਬਾਹੀ ਤੋਂ ਇਲਾਵਾ। ਅੱਜ ਵੀ ਅਸੀਂ ਦੇਖ ਸਕਦੇ ਹਾਂ, ਇਹ ਪਿਊਤਨ ਦੀ ਉਹੀ ਕੰਟਰੀਬਿਊਸ਼ਨ ਹੈ ਹਿਸਟਰੀ ਨੂੰ, ਜਿਹੜੀ ਹਿਟਲਰ ਦੀ ਸੀ। ਹਿਟਲਰ ਦੀ ਉਹੀ ਸੀ ਜਿਹੜੀ ਸਿਕੰਦਰ ਦੀ ਸੀ। ਸੋ ਹੁੰਦਾ ਕੀ ਸੀ ਕਿ ਜੀ ਵੱਡੀ ਫੌਜ ਲੈ ਲਈ ਹੈ, ਲੁੱਟਦੇ ਚਲੇ ਜਾਓ। ਥੋੜ੍ਹੀਆਂ ਪਹਿਲੀਆਂ 2 ਲੜਾਈਆਂ ਤੋਂ ਬਾਅਦ ਸਿਕੰਦਰ ਕਿਤੇ ਨਹੀਂ ਲੜਿਆ। ਆਪੇ ਜਿਹੜੇ ਰਾਜੇ ਛੋਟੇ ਮੋਟੇ ਹੁੰਦੇ ਸੀ, ਜਦੋਂ ਜਿਹਦੀ ਆਬਾਦੀ 1 ਲੱਖ ਹੈ ਤੇ 1 ਲੱਖ ਦੀ ਫੌਜ ਚੜ੍ਹ ਕੇ ਆ ਜਾਵੇ, ਤਾਂ ਉਹ ਰਾਜਾ ਤਾਂ ਵਿਚਾਰਾ ਵੈਸੇ ਹੱਥ ਜੋੜ ਕੇ ਬੈਠ ਜਾਂਦਾ ਹੈ। ਉਹ ਨਜ਼ਰਾਨੇ ਲੈਣ ਚਲੇ ਜਾਂਦੇ ਸੀ, ਉਹਨਾਂ ਨੂੰ ਉਹ ਥਾਪ ਦਿੰਦਾ ਸੀ ਕਿ ਤੁਸੀਂ ਮੇਰੇ ਹੋ। ਕੋਈ ਰੈਜ਼ਿਸਟੈਂਸ ਨਹੀਂ ਹੋਈ, ਜੇਲਮ ਤੱਕ ਉਹ ਆਇਆ। ਇਸ ਤਰੀਕੇ ਦੇ ਨਾਲ ਸਿਰਫ 2 ਲੜਾਈਆਂ, ਬਗਦਾਦ ਦੀ ਲੜਾਈ ਹੋਈ ਸੀ ਪਹਿਲੇ ਜਿਹੜੀ ਹੋਈ ਹੈ, ਮੈਸੋਪੋਟਾਮੀਆ ਨੂੰ ਕਹਿੰਦੇ ਸੀ ਉਸ ਟਾਈਮ। ਇੱਥੇ ਉਹਨੇ ਪੋਰਸ ਨੂੰ ਸੁਨੇਹਾ ਭੇਜਿਆ ਵੀ ਤੂੰ ਆ ਜਾ ਮੇਰੀ ਸ਼ਰਨ ਦੇ ਵਿੱਚ। ਉਹ ਕਹਿੰਦਾ ਵੀ ਲੜ ਲੈ। ਲੜੇ, ਪੋਰਸ ਹਾਰ ਗਿਆ। ਉਹਨੇ ਪੋਰਸ ਨੂੰ ਆਪਣੇ ਦਰਬਾਰ 'ਚ ਸੱਦਿਆ। ਉਹ ਕਹਿੰਦਾ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ, ਤੁਸੀਂ ਸਭ ਨੇ ਸੁਣਿਆ ਹੋਣਾ। ਉਹ ਕਹਿੰਦਾ ਜਿਹੜਾ ਇੱਕ ਰਾਜਾ, ਜਿੱਤਿਆ ਹੋਇਆ ਰਾਜਾ ਹਾਰੇ ਹੋਏ ਰਾਜੇ ਨਾਲ ਕਰਦਾ। ਇਹ ਪਹਿਲੀ ਵਾਰ ਸਿਕੰਦਰ ਨੂੰ ਕੋਈ ਇਸ ਤਰ੍ਹਾਂ ਮਿਲਿਆ ਸੀ, ਅੱਖ ਚੱਕ ਪਾ ਕੇ ਕਹਿਣ ਵਾਲਾ ਕਿ ਮੈਂ ਹਾਰਿਆ ਨਹੀਂ ਹਾਂ, ਮੈਂ ਪੈਰ ਨਹੀਂ ਤੇਰੇ ਫੜ ਰਿਹਾ, ਨਜ਼ਰਾਨੇ ਲੈ ਕੇ ਨਹੀਂ ਆ ਰਿਹਾ, ਤੂੰ ਮਾਰ ਦੇ। ਸੋ ਇਹ ਫਸਟ ਮਤਲਬ ਉਹਨੂੰ ਕੋਈ ਅੱਗੇੋਂ ਮਿਲਿਆ, ਕਿਉਂਕਿ ਇਹ ਇਲਾਕਾ ਰੈਜ਼ਿਸਟੈਂਸ ਦਾ ਇਲਾਕਾ ਸੀ, ਇੱਥੇ ਪਹਿਲਾਂ ਹੀ ਇਹ ਕੰਮ ਚੱਲਦਾ ਸੀ ਬਹੁਤ ਸਾਰਾ। ਸੈਕੰਡ ਚੀਜ਼ ਜਿਹੜੀ ਬਹੁਤ ਇੰਟਰਸਟਿੰਗ ਹੋਈ, ਉਹ ਹਿਸਟੋਰੀਅਨਸ ਨੇ ਜ਼ਿਆਦਾ ਨਹੀਂ ਲਿਖੀ,
ਬੁੱਧ ਪ੍ਰਕਾਸ਼ ਦੀ ਆ, ਉਹਦੇ ਆਪਣੇ ਜਿਹੜੇ ਲੈਟਰ ਨੇ ਜੇ ਸਿਕੰਦਰ ਦੇ ਉਹ ਪੜ੍ਹੋ, ਉਹਦੇ 'ਚ ਥੋੜ੍ਹਾ ਬਹੁਤ ਇੰਡੀਕੇਸ਼ਨ ਮਿਲਦੀ ਹੈ। ਇੱਥੇ ਪਿੰਡ ਸੀ, ਟਰਾਈਬ ਸੀ, ਛੋਟੇ ਛੋਟੇ ਲੋਕ ਸੀ, ਉਹ ਈਨ ਨਹੀਂ ਸੀ ਮੰਨ ਰਹੇ। ਜਿਹੜੀ ਵੈਲਿਊ ਸੀ ਉਹ ਈਨ ਨਾ ਮੰਨਣਾ ਆਪਣੇ ਆਪ 'ਚ ਬੜੀ ਵੱਡੀ ਇੰਪੋਰਟੈਂਟ ਗੱਲ ਸਮਝੀ ਜਾਂਦੀ ਸੀ। ਸੋ ਉਹ ਮੁਲਤਾਨ ਦੇ ਲਾਗੇ ਮਲੋਈ ਟਰਾਈਬ, ਉਹਨੂੰ ਕਈ ਤਾਂ ਉਹਨੂੰ ਮਲਵਈ ਕਹੀ ਜਾਂਦੇ ਨੇ, ਇੱਥੇ ਸਾਡੇ ਪ੍ਰੋਫੈਸਰ ਹਿਸਟਰੀ ਦੇ ਹੁੰਦੇ ਸੀ, ਕੋਈ ਟਰਾਈਬ ਸੀਗਾ, ਉਹਨਾਂ ਦਾ ਇੱਕ ਪਿੰਡ ਸੀ। ਉਹਨੇ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੇਰੇ ਅੱਗੇ ਤੁਸੀਂ ਸਮਰਪਣ ਕਰ ਦਿਓ। ਉਹ ਕਹਿੰਦੇ ਨਹੀਂ, ਤੂੰ ਲੜ ਕੇ ਲੈ ਲੈ, ਅਸੀਂ ਲੜਾਂਗੇ। ਉਹ ਪਿੰਡ 'ਚ ਛੋਟੀ ਜਿਹੀ ਗੜੀ ਸੀ, ਉਹਦੇ 'ਚ ਇਕੱਠੇ ਹੋ ਗਏ ਲੋਕ, ਔਰਤਾਂ ਵੀ ਲੜਦੀਆਂ ਸੀ। ਸਿਕੰਦਰ ਬਹੁਤ ਅਗਰੈਸਿਵ ਸੀ, ਬੜਾ ਆਪਣੇ ਆਪ ਨੂੰ ਦੁਨੀਆ ਭਰ ਦਾ ਉਹ ਯੋਧਾ ਵੀ ਸਮਝਦਾ ਸੀ, ਸੀਗਾ ਵੀ ਯੋਧਾ। ਉਹ ਜਦੋਂ ਨਹੀਂ ਉਹ ਕਿਸੇ ਹਿਸਾਬ ਸਿਰ ਆਏ, ਉਹ ਕਹਿੰਦਾ ਵੀ ਰੱਸਿਆਂ ਵਾਲੀਆਂ ਪੌੜੀਆਂ ਹੁੰਦੀਆਂ ਸੀ, ਵੀ ਪੌੜੀ ਲਾਓ, ਆਪਾਂ ਅੰਦਰ ਜਾ ਕੇ ਮਾਰ ਦਿੰਦੇ ਹਾਂ। ਉਹ ਪੌੜੀ ਨਾਲ ਜਦੋਂ ਉਤਰਨ ਲੱਗਿਆ ਤਾਂ ਉਹ ਜਿਹੜਾ ਉਹਨਾਂ ਦਾ ਕੋਈ ਸੀ ਬੰਦਾ ਜਾਂ ਚੀਫ, ਉਹਨੇ ਬਰਛਾ ਮਾਰਿਆ ਤੇ ਸਿਕੰਦਰ ਜ਼ਖਮੀ ਹੋ ਗਿਆ, ਗਿਰ ਗਿਆ। ਬਾਹਰ ਰੌਲਾ ਪੈ ਗਿਆ ਕਿ ਸਿਕੰਦਰ ਮਰ ਗਿਆ। ਉਹਦੇ ਬਾਡੀਗਾਰਡ 2 ਸੀ, ਉਹਨੂੰ ਚੱਕ ਕੇ ਬਾਹਰ ਲਿਆਏ, ਘੋੜੇ ਤੇ ਲੱਦ ਕੇ ਉਹਦੇ ਪੱਟੀਆਂ ਕਰਕੇ ਫੌਜ ਨੂੰ ਦਿਖਾਉਣਾ ਪਿਆ ਕਿ ਜਿਉਂਦਾ ਹੈ ਜੇ। ਪਰ ਫੌਜ ਨੇ ਕਹਿ ਦਿੱਤਾ ਕਿ ਇਹ ਤਾਂ ਅੱਗੇ ਨਹੀਂ ਜਾਵਾਂਗੇ। ਦਿਸ ਵਾਜ਼ ਦ ਗ੍ਰੇਟ ਅਲੈਗਜ਼ੈਂਡਰ। ਸੋ ਇਹ ਪੰਜਾਬ ਨੂੰ ਇਹ ਮਾਣ ਹੈ ਕਿ ਇੱਥੋਂ ਉਹ ਵਾਪਸ ਗਿਆ, ਰਸਤੇ 'ਚ ਹੀ ਫਿਰ ਉਹ ਵਿਚਾਰਾ ਮਰ ਵੀ ਗਿਆ ਸੀ। ਸੋ ਇਹ ਇਲਾਕਾ ਜਿਹੜਾ, ਇਹਦੀ ਇੱਕ ਹਿਸਟਰੀ ਹੈ ਜਿਹੜੀ ਉਹ ਖਾਸ ਕਿਸਮ ਦੀ ਰਹੀ ਹੈ, ਵੀ ਹਮਲੇ ਵੀ ਹੁੰਦੇ ਰਹੇ ਨੇ, ਰੈਜ਼ਿਸਟੈਂਸ ਵੀ ਹੁੰਦੀ ਰਹੀ ਹੈ। ਦੂਜੀ ਚੀਜ਼ ਜਿਹੜੀ ਕਪੂਰ ਸਾਹਿਬ ਨੇ ਕਹੀ ਵੀ ਸਾਡੇ ਤੇ ਸਭਨਾਂ ਨੇ ਰਾਜ ਹੀ ਕਰਨਾ ਸੀ, ਉਹਦਾ ਇੱਕ ਰੀਜ਼ਨ ਹੈ ਬਹੁਤ ਵੱਡਾ, ਉਹ ਸੋਸ਼ੋਲੋਜੀਕਲ ਰੀਜ਼ਨ ਹੈ ਕਿ ਜਿਹੜਾ ਵੈਦਿਕ ਧਰਮ ਹੈ, ਮਤਲਬ ਰਿਗਵੇਦ ਲਿਖਿਆ ਜਾਂਦਾ ਕਿ 1500 ਈਸਵੀ ਪੂਰਵ ਲਿਖਿਆ ਗਿਆ। ਉਹ 1500 ਮਤਲਬ 1000 ਸਾਲ ਦਾ ਰੌਲਾ ਰੱਪਾ ਪੈਂਦਾ, 500 ਸਾਲ ਦਾ ਕੋਈ ਪੱਕ ਨਾਲ ਨਹੀਂ ਪਤਾ। ਔਰ ਵੈਸੇ ਵੀ ਇਹ ਜਿਹੀਆਂ ਕਿਤਾਬਾਂ ਦੀ ਜਿਹੜੀ ਰਚਨਾ ਹੈ ਉਹ ਇੱਕ ਦਿਨ 'ਚ ਨਹੀਂ ਹੁੰਦੀ, ਹੌਲੀ ਹੌਲੀ ਉਹ ਕਹਿੰਦੇ ਜੀ ਉਹ ਗਿਆਨ ਉੱਪਰੋਂ ਬ੍ਰਹਮਾ ਜੀ ਨੇ ਪ੍ਰਗਟ ਕੀਤਾ ਤੇ ਉਹ ਅੱਗੇ ਪੰਡਤਾਂ ਨੇ ਫੈਲਾਇਆ, ਤੇ ਇਸ ਕਰਕੇ ਉਹ ਹੌਲੀ ਹੌਲੀ ਰਚਨਾ ਰਚਦੇ ਰਹੇ। 301 ਪੂਰਵ ਈਸਵੀ ਜਿਹੜੀ BC ਦੇ ਵਿੱਚ, ਬਿਫੋਰ ਕ੍ਰਾਈਸਟ, ਮਤਲਬ ਲਿਖਤ ਦੇ ਵਿੱਚ ਆਇਆ। ਪਹਿਲਾਂ ਤਾਂ ਜ਼ੁਬਾਨੀ ਹੋਈ ਸੀ, ਸ਼ਾਇਦ ਤੁਹਾਨੂੰ ਪਤਾ ਹੀ ਹੋਣਾ ਕਿ ਜਿਹੜੇ ਵੇਦ ਨੇ ਉਹ ਜ਼ੁਬਾਨੀ ਯਾਦ ਕਰ ਲਏ ਜਾਂਦੇ ਸੀ। ਪ੍ਰੋਨੰਸੀਏਸ਼ਨ ਤੇ ਬੜਾ ਜ਼ੋਰ ਸੀ। ਜਿਹਦੇ ਇੱਕ ਵੇਦ ਯਾਦ ਕੀਤੇ ਹੁੰਦੇ ਸੀ ਉਹਨੂੰ ਵੇਦੀ ਕਹਿੰਦੇ ਸੀ, ਜਿਹੜੇ 2 ਵਾਲੇ ਸੀ ਉਹ ਦਵੇਦੀ ਸੀ, ਜਿਹੜੇ 3 ਵਾਲੇ ਸੀ ਉਹ ਤ੍ਰਿਵੇਦੀ ਸੀ, ਜਿਹੜੇ 4 ਵਾਲੇ ਸੀ ਉਹ ਚਤੁਰਵੇਦੀ ਸੀ। ਇੱਦਾਂ ਗੋਤ ਇਹ ਬ੍ਰਾਹਮਣਾਂ ਦੇ ਬਣੇ ਹੋਏ ਨੇ। ਖੈਰ ਆਪਾਂ ਇਹਦੀ ਬਰੀਕੀ 'ਚ ਨਹੀਂ ਜਾਂਦੇ ਕਿਉਂਕਿ ਬਹੁਤ ਵੱਡਾ ਏਰੀਆ ਇਹ। ਇੱਕ ਸਿੰਪਲ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਕਿ ਜਦੋਂ ਬ੍ਰਾਹਮਣਿਜ਼ਮ ਜਿਹੜਾ ਵੈਦਿਕ ਧਰਮ ਸੀ ਉਹ ਬ੍ਰਾਹਮਣਿਜ਼ਮ ਦੇ ਵਿੱਚ ਇੰਸਟੀਟਿਊਸ਼ਨਲਾਈਜ਼ ਹੋਇਆ, ਤਾਂ ਉਹਦੇ 'ਚ ਸਭ ਤੋਂ ਇੰਪੋਰਟੈਂਟ ਇੰਸਟੀਟਿਊਸ਼ਨ ਜਾਤ ਪਾਤ ਦੀ ਹੈ। ਜਿਹਨੂੰ ਪਹਿਲਾਂ ਵਰਨ ਵਿਵਸਥਾ ਕਹਿੰਦੇ ਸੀ, ਬਾਅਦ 'ਚ ਉਹਨੂੰ ਜਾਤ ਪਾਤ ਕਿਹਾ ਗਿਆ। ਉਹਨੇ ਇੱਕ ਖਾਸ ਕਿਸਮ ਦਾ, ਦੇਖੋ ਜਿਹੜਾ ਮਨੁੱਖ ਕੀ ਜੇ ਬਾਕੀ ਵੀ ਜਿਹੜਾ ਸਮਾਜ ਵੀ ਕਹਿ ਲਓ ਜਾਂ ਨੇਚਰ ਵੀ ਕਹਿ ਲਓ, ਕੁਦਰਤ ਵੀ ਕਹਿ ਲਓ, ਸਾਡਾ ਸਾਰੀ ਜਿਹੜੀ ਲਾਈਫ ਹੈ ਨਾ ਉਹ ਇੱਕ ਚੀਜ਼ ਦੇ ਉੱਪਰ ਹੀ ਖੜੀ ਹੈ। ਉਹ ਖੜੀ ਹੈ ਰੀਪਰੋਡਕਸ਼ਨ ਦੇ ਉੱਪਰ, ਕਿ ਕਿਸ ਤਰ੍ਹਾਂ ਦੇ ਨਾਲ ਕੋਈ ਜੀਵ ਆਪਣੇ ਆਪ ਨੂੰ ਰੀਪਰੋਡਿਊਸ ਕਰਦਾ ਹੈ। ਅਸੀਂ ਟੀਚਰ ਹਾਂ, ਅਸੀਂ ਅੱਗੇ ਕਿਸ ਤਰ੍ਹਾਂ ਦੇ ਟੀਚਰ ਬਣਾਉਣੇ ਆ ਇਹਦੇ ਉੱਪਰ ਡਿਪੈਂਡ ਕਰਨਾ ਹੈ ਅੱਗੇ ਜਿਹੜਾ ਵਿਕਾਸ ਹੈ। ਜੇ ਸਾਡੇ ਕੋਲੋਂ ਮਾੜੇ ਬਣਨੇ ਸ਼ੁਰੂ ਹੋ ਗਏ ਤਾਂ ਉਹ ਥੱਲੇ ਚਲੇ ਜਾਂਦਾ ਵਿਕਾਸ, ਜੇ ਵਧੀਆ ਬਣਨੇ ਸ਼ੁਰੂ ਹੋ ਗਏ ਤਾਂ ਉੱਪਰ ਚਲੇ ਜਾਂਦਾ। ਐਵੇਂ ਸਾਰੀ ਪਲਾਂਟ ਬਰੀਡਿੰਗ, ਸਾਰੀ ਐਨੀਮਲ ਬਰੀਡਿੰਗ ਇਹਦੇ ਉੱਪਰ ਹੀ ਖੜੀ ਹੈ। ਈਵਨ ਸਾਨੂੰ ਜਦੋਂ ਕੋਈ ਵਾਇਰਸ ਹੋ ਜਾਂਦਾ, ਬਿਮਾਰੀ ਲੱਗ ਜਾਂਦੀ, ਡਾਕਟਰ ਕਹਿੰਦੇ ਜੀ 3 ਦਿਨ ਖਾਓ, 48 ਘੰਟੇ, 24 ਘੰਟੇ, 48 ਘੰਟੇ ਜਾਂ 72 ਘੰਟੇ, ਕਿਉਂਕਿ ਲਾਈਫ ਸਾਈਕਲ ਜਿਹੜਾ ਕਿਸੇ ਜੀਵ ਦਾ ਵੀ ਹੈ, ਨੇਚਰ ਨੇ ਡਿਜ਼ਾਈਨ ਐਵੇਂ ਕਰਿਆ ਹੋਇਆ ਕਿ ਉਹ ਲਾਈਫ ਸਾਈਕਲ ਦੇ ਵਿੱਚ ਇਟ ਮਸਟ ਰੀਪਰੋਡਿਊਸ ਐਂਡ ਇਟ ਸ਼ੁੱਡ ਰੀਪਰੋਡਿਊਸ ਬੈਟਰ। ਜੋ ਵਧੀਆ ਰੀਪਰੋਡਿਊਸ ਨਹੀਂ ਕਰਦਾ ਤਾਂ ਉਸ ਜਿਹੜਾ ਸਪੀਸੀ ਹੈ ਉਹ ਖਤਮ ਹੋ ਜਾਂਦਾ ਹੈ। ਅਸੀਂ ਐਂਟੀਬਾਇਓਟਿਕ ਜਿਹੜੇ ਦਿੰਦੇ ਹਾਂ, ਅਸੀਂ ਉਹ ਸਾਈਕਲ ਤੋੜ ਰਹੇ ਹੁੰਦੇ ਹਾਂ ਕਿ ਰੀਪਰੋਡਿਊਸ ਨਾ ਬੋਡੀ 'ਚ ਕਰ ਸਕੇ। ਜੇ ਰੀਪਰੋਡਿਊਸ ਨਹੀਂ ਕਰ ਸਕਿਆ ਤਾਂ ਠੀਕ ਹੈ, ਬੋਡੀ ਤੰਦਰੁਸਤ ਹੈ। ਜੋ ਰੀਪਰੋਡਿਊਸ ਕਰ ਗਿਆ ਤਾਂ ਉਹ ਦਵਾਈ ਨੂੰ ਰੈਜ਼ਿਸਟੈਂਸ ਹੋ ਜਾਊਗਾ, ਉਹਦੀ ਰੈਜ਼ਿਸਟੈਂਸ ਬਣ ਜਾਊਗੀ ਉਹਦੇ ਵਿੱਚ, ਉਹ ਉਸ ਦਵਾਈ ਨਾਲ ਨਹੀਂ ਮਰੂਗਾ, ਫਿਰ ਉਹਦੇ ਤੋਂ ਸਖਤ ਦੇਣੀ ਪਊਗੀ। ਆਪਾਂ ਇਹ ਨਾਰਮਲੀ ਆਪਾਂ ਕਹਿੰਦੇ ਹਾਂ। ਸੋ ਇਹ ਹਿਊਮਨ ਬੀਇੰਗਸ ਦੇ ਵਿੱਚ ਵੀ, ਸਮਾਜ ਵੀ ਸਾਡਾ ਇਸੇ ਤੇ ਖੜਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਅੱਗੇ ਬੱਚੇ ਪੈਦਾ ਕਰ ਰਹੇ ਹਾਂ। ਉਹ ਸਾਡੇ ਨਾਲੋਂ ਜ਼ਿਆਦਾ ਯੋਗ ਨੇ ਜਾਂ ਅਯੋਗ ਨੇ। ਸਾਰੇ ਸਮਾਜਾਂ ਦਾ ਵਿਕਾਸ ਇਸੇ ਤੇ ਖੜਾ ਹੁੰਦਾ ਹੈ। ਸੋ ਸਾਡੇ ਕੀ ਹੋਇਆ ਕਿ ਬ੍ਰਾਹਮਣਿਜ਼ਮ ਦੇ ਵਿੱਚ ਜਿਹੜਾ ਹਿਊਮਨ ਵਿਕਾਸ ਸੀ ਉਹਨੂੰ ਬੜਾ ਨੁਕਸਾਨ ਹੋਇਆ। ਹਾਲਾਂਕਿ ਵੈਦਿਕ ਧਰਮ ਜੇ ਤੁਸੀਂ ਪਹਿਲੀਆਂ ਜਿਹੜੀਆਂ ਲਿਖਤਾਂ ਨੇ ਉਹ ਪੜ੍ਹੋ, ਬਹੁਤ ਹੀ ਮਤਲਬ ਇਹ ਸਿਰ ਚੁੱਕ ਜਾਂਦਾ ਤੁਹਾਡਾ ਕਈ ਵਾਰੀ ਕਿ ਏਡੇ ਵੱਡੇ ਲੋਕ ਵੀ ਸਾਡੇ ਤੋਂ ਪਹਿਲਾਂ ਇੱਥੇ ਹੋਏ ਨੇ। ਪਰ ਇੰਨਾ ਜ਼ਿਆਦਾ ਜਿਹੜਾ ਵੱਡਾ ਗਿਆਨ ਸੀ ਉਹ ਡੀਜਨਰੇਟ ਕਿਵੇਂ ਹੋਇਆ
ਇਹ ਦੇਖ ਕੇ ਵੀ ਤੁਹਾਡਾ ਸਿਰ ਝੁਕ ਜਾਂਦਾ ਹੈ ਕਿ ਹੱਦ ਹੋ ਗਈ ਹੈ ਜਮਾ। ਹੋਇਆ ਇਹ ਕਿ ਮਨੁੱਖ ਦਾ ਜਿਹੜਾ ਪਰਪਸ ਸੀ ਵੇਦਾਂ ਜਿਹੜਾ ਲਿਖਿਆ ਉਹ ਬ੍ਰਹਮ ਨੂੰ ਪ੍ਰਾਪਤ ਹੋਣਾ ਹੈ। ਬ੍ਰਹਮ ਨੂੰ ਪ੍ਰਾਪਤ ਹੋਣ ਦਾ ਮਤਲਬ, ਬ੍ਰਹਮ ਦਾ ਲਫ਼ਜ਼ ਹੈ ਕੌਨਸ਼ੀਅਸਨੈਸ, ਕਿ ਅਸੀਂ ਪੂਰਨ ਜਿਹੜੀ ਚੇਤਨਾ ਹੈ, ਜਿਹੜੀ ਸਮੂਹਕ ਚੇਤਨਾ ਹੈ, ਜਿਹੜੀ ਯੂਨੀਵਰਸਲ ਕੌਨਸ਼ੀਅਸਨੈਸ ਜਿਹਨੂੰ ਅਸੀਂ ਕਹਿੰਦੇ ਹਾਂ, ਅਸੀਂ ਉਹਦਾ ਹਿੱਸਾ ਹੀ ਹਾਂ, ਅਸੀਂ ਉਹਦੇ 'ਚ ਸਮਾਉਣਾ ਹੈ। ਜੇ ਤੁਸੀਂ ਕੌਨਸ਼ੀਅਸਲੀ ਉਹ 'ਚ ਸਮਾ ਗਏ ਤਾਂ ਤੁਸੀਂ ਬ੍ਰਹਮ ਬਣ ਗਏ। ਉਹਦੇ ਤੋਂ ਬ੍ਰਹਮਾ ਸੀ, ਉਹਦੇ ਤੋਂ ਬ੍ਰਾਹਮਣ ਬਣੇ ਜਿਹੜੇ ਉਹਦੀ ਖੋਜ ਕਰਦੇ ਸੀ। ਜਾਤ ਨਹੀਂ ਸੀ ਕੋਈ ਪਹਿਲਾਂ। ਪਰ ਹੌਲੀ ਹੌਲੀ ਕੀ ਹੋਇਆ, ਇਹ ਸਮਝਣ ਵਾਲੀ ਗੱਲ ਹੈ। ਆਪਾਂ ਸਾਰੇ ਧਰਮਾਂ 'ਚ ਹੀ ਲੱਭਾਂਗੇ ਹੌਲੀ ਹੌਲੀ ਕਿ ਕੀ ਹੈ, ਕਿ ਧਰਮ ਹੈ ਜਿਹੜਾ ਜਾਂ ਵਿਚਾਰ ਹੈ ਜਿਹੜਾ ਕੋਈ ਵੀ, ਉਹ ਹੌਲੀ 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 ਸੰਸਥਾ ਬਣ ਜਾਂਦਾ ਹੈ। ਜਦੋਂ ਸੰਸਥਾ ਬਣ ਜਾਂਦਾ ਤਾਂ ਸੰਸਥਾ ਦੀਆਂ ਆਪਣੀਆਂ ਲੋੜਾਂ ਹੁੰਦੀਆਂ ਨੇ, ਉਹਦੇ ਨਾਲ ਵਿਚਾਰ ਖਤਮ ਹੋ ਜਾਂਦਾ, ਸੰਸਥਾ ਰਹਿ ਜਾਂਦੀ ਹੈ। ਜਾਤ ਪਾਤ ਵੀ ਸ਼ਾਇਦ ਇੱਦਾਂ ਹੀ ਕਿਸੇ ਟਾਈਮ ਨਿਕਲੀ ਹੋਣੀ ਹੈ ਕਿ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਉਹਨੂੰ ਉਹਦੀ ਸਪੈਸ਼ਲਾਈਜੇਸ਼ਨ ਕਰ ਲੈਣ ਦਿਓ। ਪਰ ਹੌਲੀ ਹੌਲੀ ਜਦੋਂ ਇਹਨੇ ਸੰਸਥਾਗਤ ਰੂਪ ਧਾਰਨ ਕਰਿਆ, ਇਹ ਬੜੀ ਭਿਆਨਕ ਜਥੇਬੰਦੀ, ਭਿਆਨਕ ਇੰਸਟੀਟਿਊਸ਼ਨ ਬਣ ਗਈ, ਭਿਆਨਕ ਸੰਸਥਾ ਬਣ ਗਈ, ਜਿਹਨੇ ਹਿਊਮਨ ਵਿਕਾਸ ਸੀ ਜਿਹੜਾ ਉਹ ਖਰਾਬ ਕਰਤਾ। ਅੱਜ ਦੀ ਡੇਟ 'ਚ ਹੀ ਤੁਸੀਂ ਦੇਖ ਲਓ, ਜਾਤ ਪਾਤ ਜਾਂ ਵਰਨ ਵਿਵਸਥਾ ਦੇ ਅਨੁਸਾਰ ਇਹ ਹੈ ਕਿ ਔਰਤਾਂ ਤਾਂ ਬੰਦੇ ਹੀ ਨਹੀਂ ਹੁੰਦੀਆਂ, ਨੰਬਰ 1। ਸੋ 50% ਪਾਪੂਲੇਸ਼ਨ ਹੈ ਉਹ ਤਾਂ ਵੈਸੇ ਹੀ ਵੇਦਾਂ ਨੂੰ ਛੂਹ ਨਹੀਂ ਸਕਦੀ, ਸੁਣ ਨਹੀਂ ਸਕਦੀ, ਪੜ੍ਹ ਨਹੀਂ ਸਕਦੀ, ਉਹਨੂੰ ਐਕਸੈਸ ਹੀ ਘਟਾ ਦਿਓ ਉਹਦੀ, ਤੁਸੀਂ ਰਹਿ ਗਏ 50%। ਉਹ 'ਚੋਂ ਸ਼ੂਦਰ ਨੇ ਜਿਹੜੇ ਉਹਨਾਂ ਨੇ ਸੇਵਾ ਕਰਨੀ ਹੈ, ਮੰਨ ਲਓ ਉਹ 50 ਚੋਂ 25%, 12.5% ਉਹ ਚਲੇ ਗਏ, ਕੱਢ ਦਿਓ। ਉਹ ਵੀ ਸੁਣ ਨਹੀਂ ਸਕਦੇ, ਗਿਆਨ ਪ੍ਰਾਪਤ ਨਹੀਂ ਕਰ ਸਕਦੇ, ਕੋਈ ਉਹਨਾਂ ਦਾ ਹੱਕ ਨਹੀਂ ਹੈਗੇ। ਉਹ 'ਚੋਂ ਅੱਗੇ ਵੈਸ਼, ਆਲਮੋਸਟ ਸ਼ੂਦਰਾਂ ਤੋਂ ਥੋੜਾ ਹੀ ਡਿਫਰੈਂਸ ਸੀ ਉਹਨਾਂ ਦਾ, ਕਿ ਉਹ ਖੇਤੀ ਕਰਨਗੇ, ਚੀਜ਼ਾਂ ਪੈਦਾ ਕਰਨਗੇ, ਦੂਜਿਆਂ ਦੀ ਸੇਵਾ ਕਰਨਗੇ। ਸੋ 2 ਗਰੁੱਪ ਰਹਿ ਗਏ, ਕਸ਼ਤਰੀ ਤੇ ਬ੍ਰਾਹਮਣ। ਕਸ਼ਤਰੀ ਦਾ ਧਰਮ ਇਹ ਸੀ ਕਿ ਉਹ ਰੱਖਿਆ ਕਰੇ, ਬ੍ਰਾਹਮਣ ਦਾ ਧਰਮ ਸੀਗਾ ਕਿ ਉਹ ਗਿਆਨ ਹੋਰ ਸਾਰਾ ਕੁਝ ਕਰੇ। ਸੋ ਬ੍ਰਾਹਮਣ ਨੂੰ ਵੀ ਕੱਢ ਦਿਓ, ਉਹ ਵੀ ਸ਼ਾਸਤਰ ਵਿਦਿਆ ਦੇ ਵਿੱਚ ਬ੍ਰਾਹਮਣਾਂ ਦਾ ਇੱਕ ਬਹੁਤ ਅੱਧਾ % ਹਿੱਸਾ ਸੀਗਾ ਜਿਹੜਾ ਸ਼ਸਤਰ ਵਿਦਿਆ ਬਾਕੀ ਸ਼ਾਸਤਰਾਂ 'ਚ ਲੱਗੇ ਹੋਏ ਸੀ। ਸੋ ਰਹਿ ਗਏ 12%। ਕਿਸੇ ਮੁਲਕ ਦੀ ਪਾਪੂਲੇਸ਼ਨ ਜਿਹਨੂੰ ਸਿਰਫ 12% ਨੂੰ ਇਹ ਹੱਕ ਹੋਵੇ 100 ਚੋਂ 12 ਨੂੰ ਕਿ ਉਹ ਹਥਿਆਰਾਂ ਨੂੰ ਹੱਥ ਲਾ ਸਕਦੇ ਨੇ, ਸਿੱਖ ਸਕਦੇ ਨੇ, ਦੇਖ ਸਕਦੇ ਨੇ, ਉਹ ਹੋਰ ਕਿਸੇ ਨਾਲ ਕਿਵੇਂ ਲੜ ਸਕਦੇ ਸੀ? ਕੋਈ ਵੀ ਆਉਂਦਾ ਬਾਹਰੋਂ, ਉਹਨੇ ਉਹਨਾਂ ਨੂੰ ਕੁੱਟੇ ਹੀ ਲੈਣਾ ਸੀ। ਪਰ ਜਿਹੜੇ ਬਾਕੀ 90% ਸੀ ਉਹਨਾਂ ਨੂੰ ਟ੍ਰੇਨਿੰਗ ਹੀ ਗੁਲਾਮੀ ਦੀ ਸੀ। ਜਿਹੜੀ ਔਰਤ ਤੁਹਾਡੇ ਘਰ ਦੇ ਵਿੱਚ ਗੁਲਾਮ ਹੈ, ਉਹਨੂੰ ਹੋਰ ਕੋਈ ਮਾਸਟਰ ਮਿਲ ਜੂਗਾ ਤਾਂ ਕੀ ਫਰਕ ਪੈਣਾ ਹੈ? ਉਹਨੇ ਤਾਂ ਉਹੀ ਕੁਝ ਹੀ ਕਰਨਾ ਹੈ, ਉਹਦਾ ਕੰਮ ਹੀ ਸੇਵਾ ਕਰਨਾ ਹੈ। ਸੋ ਸਾਡੇ ਜਿਹੜਾ ਸਮਾਜ ਸੀ ਉਹਦਾ ਸੱਤਿਆਨਾਸ਼ ਇਸ ਤਰ੍ਹਾਂ ਹੋਇਆ ਇਸ ਸੰਸਥਾ ਦੀ ਵਜ੍ਹਾ ਨਾਲ। ਜਿਹੜਾ ਅਸੀਂ ਹਿੰਦੂਇਜ਼ਮ ਕਹਿੰਦੇ ਹਾਂ, ਹਿੰਦੂਇਜ਼ਮ ਤੇ ਬ੍ਰਾਹਮਣਿਜ਼ਮ ਇੱਕ ਚੀਜ਼ ਨਹੀਂ ਹੈ। ਬ੍ਰਾਹਮਣਿਜ਼ਮ ਦਾ ਆਧਾਰ ਜਾਤ ਪਾਤ ਹੈ, ਇਹ ਸੰਸਥਾਈਕਰਨ ਹੈ ਉਸ ਵਿਚਾਰ ਦਾ। ਇੱਥੋਂ ਹੁਣ ਆਪਾਂ ਰੂਹਾਨੀ ਸਫ਼ਰ ਸ਼ੁਰੂ ਕਰਦੇ ਹਾਂ। ਜਿਹੜਾ ਅਸੀਂ ਇਹ ਕਹਿੰਦੇ ਹਾਂ ਖਿੱਤੇ ਦੇ ਵਿੱਚ ਜੀ ਬਹੁਤ ਸਾਰੀ ਪਲੈਂਟੀ ਸੀ, ਪਾਣੀ ਸੀ, ਸਭ ਕੁਝ ਸੀ, ਪਰ ਹਮਲੇ ਵੀ ਹੁੰਦੇ ਰਹਿੰਦੇ ਸੀ। ਇਹਦੇ 'ਚ ਕੀ ਹੋਇਆ, ਇਹਦਾ ਰਿਜ਼ਲਟ ਜੇ ਤੁਸੀਂ ਟੈਕਨੀਕਲੀ ਦੇਖੋ ਕਿ ਇੱਕ ਤਾਂ ਬੇਲ ਹੋਣਾ ਲੋਕਾਂ ਕੋਲ, ਜੇ ਪਾਣੀ ਕਿਤੇ ਭਰਨ ਨਹੀਂ ਜਾ ਰਿਹਾ, ਟੂਟੀ 'ਚ ਹੀ ਜਾ ਰਿਹਾ, ਲਾਗੇ ਹੀ ਮਿਲ ਰਿਹਾ, ਦਰਿਆ ਦੇ ਕੰਢੇ ਹੀ ਰਹਿ ਰਹੇ ਹੋ, ਇਹਦਾ ਮਤਲਬ ਤੁਹਾਡੇ ਕੋਲ ਕਾਫੀ ਟਾਈਮ ਹੈਗਾ। ਜੇ ਉੱਥੇ ਖੇਤ ਪੈਦਾ ਹੋ ਰਹੇ ਨੇ, ਫਲ ਪੈਦਾ ਹੋ ਰਹੇ ਨੇ, ਜੜ੍ਹਾਂ ਪੈਦਾ ਹੋ ਰਹੀਆਂ ਨੇ, ਤੁਸੀਂ ਖੇਤੀ ਕਰ ਲਓਗੇ, ਪਸ਼ੂ ਵੀ ਹੈਗੇ ਨੇ, ਦੁੱਧ ਪੀ ਸਕਦੇ, ਮਤਲਬ ਪਲੈਂਟੀ ਵਾਸਤੇ ਯਾਰ। ਇਸ ਕਰਕੇ ਲੋਕਾਂ ਕੋਲ ਥੋੜਾ ਬਹੁਤ ਬੇਲ ਸੀ। ਬੇਲ ਦਾ ਮਤਲਬ ਇਹ ਹੁੰਦਾ ਹੈ ਕਿ ਜਿੱਥੇ ਵੀ ਬੇਲ ਹੋਵੇ, ਹਿਊਮਨ ਬੀਇੰਗਸ ਦੀ ਇੱਕ ਖਾਸੀਅਤ ਹੈ ਇਹ। ਵੈਸੇ ਉਹ ਜਿਵੇਂ ਮੈਂ ਤੁਹਾਨੂੰ ਕਿਤੇ ਫੇਰ ਕਿਸੇ ਹੋਰ ਲੈਕਚਰ 'ਚ ਦੱਸੂੰਗਾ ਕਿ ਕਿਉਂ ਅਸੀਂ ਜਾਨਵਰਾਂ ਨਾਲੋਂ ਜ਼ਿਆਦਾ ਚੇਤਨ ਹੈਗੇ ਹਾਂ। ਇਹਦਾ ਵੀ ਇੱਕ ਫਿਜ਼ੀਕਲ ਰੀਜ਼ਨ ਹੈਗਾ, ਪਰ ਅਸੀਂ ਹੈਗੇ ਹਾਂ, ਚਲੋ ਆਪਾਂ ਇਹ ਮੰਨ ਕੇ ਚੱਲੀਏ। ਵੈਸੇ ਜਾਨਵਰਾਂ ਦੀ ਆਪਾਂ ਨੂੰ ਬੋਲੀ ਨਹੀਂ ਆਉਂਦੀ, ਇਹ ਹੋ ਸਕਦਾ ਜਾਨਵਰ ਸਾਨੂੰ ਮੂਰਖ ਸਮਝਦੇ ਹੋਣ, ਅਸੀਂ ਉਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ ਕਦੇ, ਸਾਡਾ ਵਹਿਮ ਵੀ ਹੋ ਸਕਦਾ ਬਿਲਕੁਲ। ਪਰ ਚਲੋ ਖੈਰ, ਕਿਉਂ ਵਹਿਮ ਵੀ ਚੰਗਾ ਹੀ ਹੁੰਦਾ ਕਈ ਵਾਰੀ। ਸੋ ਇੱਥੇ ਟਾਈਮ ਸੀਗਾ ਲੋਕਾਂ ਕੋਲ। ਦੂਜੀ ਚੀਜ਼ ਇਹ ਹੈ ਕਿ ਹਮਲੇ ਹੁੰਦੇ ਰਹਿੰਦੇ ਸੀ, ਰੈਗੂਲਰਲੀ ਡਿਸਟਰਬੈਂਸ ਹੁੰਦੀ ਰਹਿੰਦੀ ਸੀ। ਜਦੋਂ ਸਾਡੀ ਬਾਹਰਲੀ ਦੁਨੀਆ ਬਦਲਦੀ ਰਹਿੰਦੀ ਹੈ ਤਾਂ ਸਾਡੀ ਜਿਹੜੀ ਮਨ ਦੇ ਅੰਦਰ ਅਸੀਂ ਦੁਨੀਆ ਸਿਰਜਦੇ ਹਾਂ ਉਹ ਵੀ ਬਦਲਦੀ ਰਹਿੰਦੀ ਹੈ। ਸੰਸਥਾਵਾਂ ਇੱਥੇ ਜਿੰਨੀਆਂ ਜਿਸ ਤਰ੍ਹਾਂ ਦੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਨਹੀਂ ਬਣ ਸਕੀਆਂ ਜਾਂ ਟੁੱਟਦੀਆਂ ਭੱਜਦੀਆਂ ਰਹੀਆਂ। ਉਹਦੇ ਨਾਲ ਇਹ ਸੀ ਕਿ ਜਿਹੜੇ ਤਾਂ ਗੰਗਾਇਟਿਕ ਪਲਾਨ ਦੇ ਵਿੱਚ ਚਲੇ ਗਏ ਬ੍ਰਾਹਮਣ, ਉੱਥੇ ਦਾ ਜਾਤ ਪਾਤ ਬਹੁਤ ਤਕੜਾ ਹੋ ਗਿਆ। ਇਹ ਏਰੀਆ ਕਿਉਂਕਿ ਬਾਰਡਰ ਏਰੀਆ ਹੀ ਸੀ, ਹਮੇਸ਼ਾ ਸਦੀਆਂ ਤੋਂ ਹੀ ਜਿਓਗ੍ਰਾਫਿਕਲੀ ਵੀ ਉਵੇਂ ਸੀ,
इस करके डिस्टरबेंस ਹੁੰਦੀ ਰਹੀ ਤੇ ਲੋਕ ਨੇ ਜਿਹੜੇ ਉਸ ਡਿਸਟਰਬੈਂਸ ਦੇ ਵਿੱਚੋਂ ਸਾਡਾ ਸਮਾਜ ਬਣਿਆ, ਜਿਹੜਾ ਕਿ ਬਾਹਰਲੇ ਵੈਸਟਰਨ ਸਮਾਜਾਂ ਵਰਗਾ ਨਹੀਂ ਹੈ। ਇਸੇ ਕਰਕੇ ਉਹਨਾਂ ਦੀ ਸੋਸ਼ੀਓਲੋਜੀ ਸਾਡੇ ਲਈ ਰੈਲੇਵੈਂਟ ਨਹੀਂ ਰਹਿੰਦੀ ਕਿ ਸਮਾਜ ਤਾਂ ਕਦੇ ਕੋਈ ਸਥਾਪਤੀ ਹੋਈ ਨਹੀਂ, ਸਥਿਰਤਾ ਰਹੀ ਨਹੀਂ। ਜਦੋਂ ਸਾਡਾ ਲਾਈਫ ਦੇ ਵਿੱਚ ਸਥਿਰ ਨਾ ਹੋਵੇ, ਤੁਸੀਂ ਆਪ ਖੁਦ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਦੇਖ ਸਕਦੇ ਹੋ ਕਿ ਜਿਹੜੇ ਬੱਚੇ ਨੂੰ ਜਿਹੜਾ ਤਾਂ ਬਹੁਤ ਅੱਛਾ ਪੈਦਾ ਹੋਇਆ, ਪੇਰੈਂਟਸ ਵੀ ਬੜੇ ਅੱਛੇ ਨੇ, ਫੀਸ ਦਿੱਤੀ, ਪੜ੍ਹ ਗਏ, ਬੜਾ ਸੋਹਣਾ ਸਾਰਾ ਕੁਝ ਪੀਸਫੁਲ ਚੱਲਦਾ ਹੈ, ਉਹਦਾ ਵਿਕਾਸ ਨਹੀਂ ਵਾਲਾ ਹੁੰਦਾ। ਜਿਹਦੀ ਜ਼ਿੰਦਗੀ 'ਚ ਕੋਈ ਕਸ਼ਟ ਨਹੀਂ ਆਇਆ, ਕੋਈ ਔਖ ਨਹੀਂ ਦੇਖੀ, ਉਹਦਾ ਵਿਕਾਸ ਵੀ ਘੱਟਾ ਹੀ ਹੋਇਆ ਹੁੰਦਾ ਹੈ। ਇਹ ਹੋ ਸਕਦਾ ਕਿ ਬਹੁਤ ਸਾਰੇ ਕੇਸ ਐਸੇ ਹੋਣ, ਇਹ ਮਤਲਬ ਯੂਨੀਵਰਸਲ ਗੱਲ ਨਹੀਂ ਹੈ, ਪਰ ਜਨਰਲੀ ਕਿ ਜਿਹਨੂੰ ਕੋਈ ਟੈਸਟ ਹੀ ਨਹੀਂ ਆਇਆ, ਜਿਹਨੇ ਪਰਚਾ ਹੀ ਨਹੀਂ ਦਿੱਤਾ, ਉਹਨੇ ਡਿਗਰੀ ਵੀ ਕਿੱਥੋਂ ਕਰਨੀ ਹੈ। ਸੋ ਇਸ ਕਰਕੇ ਇੱਥੇ ਟੈਸਟ ਬੜੇ ਆਉਂਦੇ ਸੀ, ਬਾਹਰਲਾ ਜੋ ਕੁਛ ਵੀ ਦਿਖਦਾ ਸੀ ਉਹ ਬੜੀ ਜਲਦੀ ਬਦਲ ਜਾਂਦਾ ਸੀ, ਡਿਸਪੀਅਰ ਹੋ ਜਾਂਦਾ ਸੀ। ਈਵਨ ਜੇ ਤੁਸੀਂ ਹੁਣ ਐਸਕੀਮੋਜ਼ ਨਾਲ ਆਪਾਂ ਮੁਕਾਬਲਾ ਕਰੀਏ, ਸਾਡੇ 4 ਰੁੱਤਾਂ ਨੇ, ਬਦਲਦੀਆਂ ਰਹਿੰਦੀਆਂ ਨੇ, ਬੂਟੇ ਆ ਗਏ ਜੀ, ਪਤਝੜ ਆ ਗਈ ਜੀ, ਨਵੇਂ ਫੁੱਲ ਆ ਗਏ ਜੀ, ਹੋਰ ਮਤਲਬ ਬਹੁਤ ਜ਼ਿਆਦਾ ਵੈਰਾਈਟੀ ਹੈ। ਐਸਕੀਮੋ ਵਿੱਚ 6 ਮਹੀਨੇ ਦਾ ਸੂਰਜ ਨਹੀਂ ਚੜ੍ਹਦਾ, 6 ਮਹੀਨੇ ਚੜ੍ਹਦਾ, ਉਹ ਵਿਚਾਰੇ ਕੀ ਕਰਨਗੇ? ਉਹਨਾਂ ਕੀ ਉਹਨਾਂ ਦਾ ਨੇਚਰ ਦਾ ਐਕਸਪੀਰੀਅੰਸ ਹੋਊਗਾ। ਸੋ ਅਸੀਂ ਕਈ ਵਾਰ ਅਸੀਂ ਇਹ ਲਫ਼ਜ਼ ਵਰਤਦੇ ਹਾਂ ਕਿ ਹਿਊਮਨ ਬਿਹੇਵੀਅਰ ਹੈ ਜਿਹੜਾ ਇਹ ਜਿਓਗ੍ਰਾਫਿਕਲੀ ਡਿਟਰਮਿਨਡ ਹੈ। ਇਹਨੂੰ ਜਿਓਗ੍ਰਾਫਿਕਲੀ ਡਿਟਰਮਿਨਿਜ਼ਮ ਕਹਿੰਦੇ ਹਾਂ ਅਸੀਂ, ਕਿ ਪਹਾੜਾਂ ਦੇ ਲੋਕ ਨੇ, ਉਹਦੇ ਛੋਟੀਆਂ ਅੱਖਾਂ ਹੁੰਦੀਆਂ ਨੇ, ਜਿਹੜੇ ਦਰਿਆਵਾਂ ਦੇ ਕੰਢੇ, ਸਮੁੰਦਰਾਂ ਦੇ ਕੰਢੇ ਰਹਿੰਦੇ ਨੇ, ਹੋਰ ਤਰ੍ਹਾਂ ਦੇ, ਉਹਨਾਂ ਦੀ ਖੁਰਾਕ ਵੀ ਡਿਫਰੈਂਟ ਹੁੰਦੀ ਹੈ। ਸੋ ਜਿਓਗ੍ਰਾਫੀ ਸਾਡਾ ਬਿਹੇਵੀਅਰ ਡਿਟਰਮਿਨ ਕਰਦੀ ਹੈ। ਬਾਅਦ 'ਚ ਵੈਸੇ ਹੌਲੀ ਹੌਲੀ ਇਹ ਲੱਗਣ ਲੱਗ ਗਿਆ ਸੀ ਕਿ ਨਹੀਂ, ਇਹ ਵੀ ਨਹੀਂ ਹੈ। ਫਿਰ ਸੈਕੰਡ ਬਾਇਓਲੋਜੀਕਲ ਡਿਟਰਮਿਨਿਜ਼ਮ ਆਇਆ, ਜਿਹਦੇ ਤੇ ਰੇਸਿਜ਼ਮ ਖੜਾ ਸਾਰਾ, ਕਿ ਸਾਡੇ ਜੀਨਸ ਦੇ ਵਿੱਚ ਹੀ ਹੈ ਸਾਡਾ, ਉਹਦੇ ਤੋਂ ਬਿਹੇਵੀਅਰ ਤੈਅ ਹੁੰਦਾ ਹੈ। ਸਾਡੇ ਜਿਹੜਾ ਹੁਣ ਅਸੀਂ ਇੱਥੇ ਦੇਖਦੇ ਹਾਂ, ਸਾਡੇ ਅਸਲ ਦੇ ਵਿੱਚ ਹਿਸਟੋਰੀਕਲ ਡਿਟਰਮਿਨਿਜ਼ਮ ਵੀ ਹੋਇਆ ਬਾਅਦ ਦੇ ਵਿੱਚ, ਕਿ ਸਾਡਾ ਜਿਹੜਾ ਪਾਸਟ ਹੈ ਉਹ ਨਹੀਂ ਸਾਨੂੰ ਛੱਡਦਾ ਕਈ ਵਾਰੀ। ਇਸੇ ਤਰੀਕੇ ਨਾਲ ਇਕੋ ਕੰਡੀਸ਼ਨਿੰਗ ਹੋ ਜਾਂਦੀ ਹੈ। এনवायरमेंटल ਡਿਟਰਮਿਨਿਜ਼ਮ ਵੀ ਹੈ, ਸਾਡੇ ਉਹ ਜ਼ਿਆਦਾ ਬਲਵਾਨ ਸੀ, ਹਿਸਟੋਰੀਕਲ ਤੇ এনवायरमेंटल। এনवायरमेंट ਵੀ ਬਹੁਤ ਚੇਂਜ ਵਾਲਾ ਸੀ, ਪਲੱਸ ਹਿਸਟਰੀ ਵੀ ਬਹੁਤ ਜ਼ਿਆਦਾ ਚੇਂਜ ਹੁੰਦੀ ਰਹੀ। ਇਹਦੇ ਕਰਕੇ ਇਹ ਇੱਕ ਏਰੀਆ ਹੈ ਜਿਹੜਾ ਸਾਰੀ ਦੁਨੀਆ ਦਾ ਇਤਿਹਾਸ ਜੇ ਤੁਸੀਂ ਪੜ੍ਹੋ, ਉਹਦੇ ਮੁਕਾਬਲੇ ਇੱਥੇ ਜਿਹੜਾ ਬੰਦਾ ਹੈ ਉਹਨੇ ਆਪਣੇ ਆਪ ਨੂੰ ਜ਼ਿਆਦਾ ਕੁਐਸਚਨ ਪੁੱਛੇ। ਮਤਲਬ ਉਹਨੂੰ, ਉਹਦੇ ਕੋਲ ਕੰਟੈਂਪਲੇਸ਼ਨ ਦਾ, ਉਹਦੇ ਕੋਲ ਆਪਣੇ ਆਪ ਨੂੰ, ਜਿਹਨੂੰ ਅਸੀਂ ਗੁਰਬਾਣੀ 'ਚ ਆਪਾ ਸਮਝਣ ਜਾਂ ਆਤਮ ਚੀਨਣ ਦਾ, ਜਿਹੜਾ ਆਪਣਾ ਸੈਲਫ ਐਨਾਲਿਸਿਸ ਦਾ ਜਿਹੜਾ ਉਹ ਸਮਾਂ ਬਹੁਤ ਸੀ। ਪਰ ਉਹਦੀਆਂ ਪਰੰਪਰਾਵਾਂ ਵਿਕਸਿਤ ਹੋ ਗਈਆਂ, ਜਿਹਨੂੰ ਅਸੀਂ ਵੈਦਿਕ ਕਾਲ ਕਹਿੰਦੇ ਹਾਂ। ਜਿਹੜੇ 6 ਫਿਲਾਸਫੀ ਦੇ ਡਿਫਰੈਂਟ ਸਕੂਲ ਪੈਦਾ ਹੋਏ, ਨਿਆਂ, ਵਿਸ਼ੇਸ਼ਕਾ, ਯੋਗਾ ਵਗੈਰਾ ਤੁਸੀਂ ਪੜ੍ਹੇ ਹੋਣਗੇ ਜਾਂ ਪੜ੍ਹ ਲੈਣਾ। 6 ਤਾਂ ਵੈਦਿਕ ਸਕੂਲ ਨੇ, ਜਿਨ੍ਹਾਂ ਨੂੰ ਕਹਿੰਦੇ ਸੀ ਜੀ ਇਹ ਰੱਬੀ ਬਾਣੀ ਹੈ, ਉੱਪਰੋਂ ਉਤਰੀ ਹੈ। ਪਰ ਉਹ ਤੋਂ ਇਲਾਵਾ ਚਾਰਵਾਕ ਵਗੈਰਾ ਮਟੀਰੀਅਲਿਸਟਿਕ ਸਕੂਲ ਬਹੁਤ ਸਾਰੇ ਸੀ, ਜੈਨੀ, ਬੋਧੀ ਬੜੇ ਹੋਏ। ਇੰਨੀਆਂ ਰਿਲੀਜੀਅਸ ਪਰੰਪਰਾਵਾਂ, ਇੰਨੀਆਂ ਵਿਚਾਰਧਾਰਕ ਸਟਰਗਲਾਂ ਕਿਤੇ ਨਹੀਂ ਦੁਨੀਆ 'ਚ ਹੋਈਆਂ, ਕੋਈ ਖਿੱਤਾ ਐਸਾ ਨਹੀਂ ਮਿਲਦਾ। ਇੱਥੇ ਹਰ ਚੀਜ਼ ਜਿਹੜੀ ਪੈਦਾ ਹੁੰਦੀ ਸੀ, ਉਹਨੂੰ ਕੁਐਸਚਨ ਕਰਨ ਵਾਲੀ ਚੀਜ਼ ਵੀ ਪੈਦਾ ਹੋ ਜਾਂਦੀ ਸੀ। ਸੋ ਇਸ ਕਰਕੇ ਕੀ ਹੋਇਆ ਕਿ ਇੱਥੇ ਲੋਕ ਜ਼ਿਆਦਾ ਸਪਿਰਿਚੁਅਲ ਹੋ ਗਏ, ਜ਼ਿਆਦਾ ਰੂਹਾਨੀਅਤ ਦਾ ਜਿਹੜਾ ਤੱਤ ਹੈ, ਆਪਣੇ ਅੰਦਰ ਝਾਕਣ ਦਾ ਜ਼ਿਆਦਾ ਤੱਤ ਹੈ। ਜਿਹੜਾ ਅੰਗਰੇਜ਼ਾਂ ਨਾਲ ਅੱਜ ਵੀ ਤੁਸੀਂ ਗੱਲ ਕਰੋ, ਉਹ ਕਹਿਣਗੇ ਇੰਡੀਅਨ ਮਿਸਟਿਕ ਹੁੰਦੇ ਨੇ। ਅਸੀਂ ਹਰ ਗੱਲ ਹੈ ਜਿਹੜੀ ਅੰਦਰੂਨੀ ਰੈਫਰੈਂਸ ਦੇ ਨਾਲ ਚੱਲਦੇ ਹਾਂ। ਤੁਸੀਂ ਇਹ ਖੁਦ ਵੀ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਦੇਖ ਸਕਦੇ ਹੋ। ਸੋ ਮੈਂ ਬਹੁਤ ਵੇਦਾਂ ਦਾ, ਕਿਉਂਕਿ ਲੰਬਾ ਚੌੜਾ ਧੰਦਾ ਹੈ ਉਹ, ਮੈਂ ਸਿਰਫ ਤੁਹਾਨੂੰ ਇੰਨੀ ਗੱਲ ਦੱਸਦਾ ਕਿ ਜਿਨ੍ਹਾਂ ਦੇ ਕੰਟਰੋਲ 'ਚ ਸੀ ਸਾਰਾ ਕੁਝ, ਰੂਹਾਨੀਅਤ ਦਾ ਖਜ਼ਾਨਾ, ਉਹਨਾਂ ਨੇ ਉਹਨੂੰ ਇੰਸਟੀਟਿਊਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕਰੀ। ਸਾਰੇ ਧਰਮਾਂ ਦੇ 2 ਰੂਪ ਹੁੰਦੇ ਨੇ। ਇੱਕ ਰੂਪ ਹੁੰਦਾ ਐਕਸਪੀਰੀਅੰਸ ਦਾ, ਜਿਹਨੂੰ ਅਸੀਂ ਰੂਹਾਨੀ ਰੂਪ ਕਹਿੰਦੇ ਹਾਂ। ਪੈਗੰਬਰ ਨੇ, ਮਤਲਬ ਕਿਸੇ ਪੈਗੰਬਰ ਨੂੰ ਕੋਈ ਗਿਆਨ ਪ੍ਰਾਪਤ ਹੋਇਆ, ਉਹਨੇ ਅੱਗੇ ਵੰਡਿਆ। ਜਦੋਂ ਵੰਡਿਆ ਜਾਂਦਾ, ਉਹਨੂੰ ਵੰਡਣ ਲਈ ਫਿਰ ਅਸੀਂ ਸੰਸਥਾਵਾਂ ਬਣਾ ਲੈਂਦੇ ਹਾਂ, ਦੁਕਾਨਾਂ ਬਣਾ ਲੈਂਦੇ ਹਾਂ, ਉਹਨਾਂ 'ਤੇ ਅਸੀਂ ਸੌਦਾ ਵੇਚਦੇ ਹਾਂ। ਸੋ ਇਹ 2 ਰੂਪ ਹਰ ਇੱਕ ਧਰਮ ਦੇ ਨੇ। ਆਪਾਂ ਡਿਸਕਸ ਵੀ ਕਰਾਂਗੇ ਕਿ ਸੰਸਥਾਈ ਰੂਪ ਹੈ ਉਹਦਾ, ਇੱਕ ਉਹਦਾ ਰੂਹਾਨੀ ਰੂਪ ਹੈ। ਰੂਹਾਨੀ ਜਿਹੜਾ ਰੂਪ ਹੈ ਉਹ ਲਗਭਗ ਸਾਰੇ ਧਰਮ ਇੱਕੋ ਹੀ ਗੱਲ ਕਹਿੰਦੇ ਨੇ। ਮੇਰਾ ਸੋਸ਼ੀਓਲੋਜੀ ਆਫ ਰਿਲੀਜਨ ਫੀਲਡ ਸੀ, ਖੁਸ਼ਕਿਸਮਤੀ ਨਾਲ ਮੈਨੂੰ ਸਾਰੇ ਗ੍ਰੰਥ ਪੜ੍ਹਨ ਦਾ ਮੌਕਾ ਮਿਲਿਆ। ਜੈਂਡ ਅਵਸਥਾ ਤੋਂ ਲੈ ਕੇ, ਕੁਰਾਨ ਤੋਂ ਲੈ ਕੇ, ਬਾਈਬਲ ਤੋਂ ਲੈ ਕੇ, ਗ੍ਰੰਥ ਸਾਹਿਬ ਤੋਂ ਲੈ ਕੇ, ਗੀਤਾ ਤੋਂ ਲੈ ਕੇ, ਵੇਦਾਂ ਤੋਂ ਲੈ ਕੇ, ਉਪਨਿਸ਼ਦਾਂ ਤੋਂ ਲੈ ਕੇ ਸਾਰੇ ਦੇਖੇ। ਜੇ ਤੱਤ ਕੱਢੋ ਤਾਂ ਲਗਭਗ 19-21 ਦਾ ਹੀ ਫਰਕ ਹੈ, ਭਾਸ਼ਾ ਦਾ ਹੀ ਫਰਕ ਹੈ। ਸਾਡੇ ਪ੍ਰੋਫੈਸਰ ਜੋਸ਼ੀ ਸਾਹਿਬ ਹੁੰਦੇ ਸੀ, ਸੰਸਕ੍ਰਿਤ ਦੇ ਬੜੇ ਵੱਡੇ ਵਿਦਵਾਨ ਸੀ, ਉਹ ਲਿੰਗੁਇਸਟਿਕਸ ਵੀ ਪੜ੍ਹਾਉਂਦੇ ਸੀ। ਇਹਦੇ ਉੱਪਰ ਇੱਕ ਪੂਰਾ ਲੈਕਚਰ ਦਿੱਤਾ ਜਾ ਸਕਦਾ, ਪਰ ਮੈਂ ਤੁਹਾਨੂੰ 2 ਲਫ਼ਜ਼ਾਂ 'ਚ ਹੀ ਸਮਝਾਉਣਾ। ਉਹ ਇਹ ਕਹਿੰਦੇ ਹੁੰਦੇ ਸੀ ਕਿ ਸਾਰੀ ਵੈਦਿਕ ਸੋਚ ਹੈ ਜਿਹੜੀ, ਉਹਨੂੰ 2 ਮੰਤਰ ਨੇ ਜਿਹੜੇ ਉਹਨਾਂ 'ਚ ਸਮੋਇਆ ਜਾ ਸਕਦਾ ਹੈ। ਪਹਿਲਾ ਮੰਤਰ ਉਹਨਾਂ ਦਾ ਜਿਹੜਾ ਹੈ ਉਹ ਹੈ ਨਿਯਤੀ ਨਿਯਤੀ ਨਿਯਤੀ।
ਜਿਹਦਾ ਮਤਲਬ ਨੋਟ ਦਿਸ, ਨੋਟ ਦੈਟ, ਈਵਨ ਨੋਟ ਦੈਟ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ। ਇਹਨੂੰ ਉਧਰ ਵੈਸਟਰਨ ਫਿਲਾਸਫੀ 'ਚ ਨਿਹਿਲਿਜ਼ਮ ਕਹਿੰਦੇ ਨੇ ਕਿ ਜੋ ਕੁਝ ਨਜ਼ਰ ਆ ਰਿਹਾ ਹੈ, ਜੋ ਕੁਝ ਦਿਖਦਾ ਇਹ ਨਹੀਂ ਹੈ। ਜੋ ਕੁਝ ਮਨ ਘੜ ਰਿਹਾ ਹੈ, ਘਾੜਤ ਜਿਹੜੀ ਇਹ ਨਹੀਂ ਹੈ, ਇਹ ਤੋਂ ਵੀ ਅੱਗੇ ਹੈ ਕੁਝ। ਨਿਯਤੀ ਨਿਯਤੀ, ਨੋਟ ਦਿਸ, ਨੋਟ ਦੈਟ। ਦੂਜਾ ਮੰਤਰ ਉਹ ਤਾਂ ਖੈਰ ਬਹੁਤ ਹੀ ਮਸ਼ਹੂਰ ਹੈ, ਲਿਖਿਆ ਹੁੰਦਾ ਸਾਰੇ ਗ੍ਰੰਥਾਂ ਦੇ ਪਿਛਲੇ ਪਾਸੇ, ਉਹ ਹੈ ਤਤ ਤਵਮਸੀ। ਤਤ ਤਵਮਸੀ ਹੈ ਕਿ ਯੂ ਆਰ ਦੈਟ, ਜਿਹਨੂੰ ਅਸੀਂ ਕਹਿੰਦੇ ਤੂੰ ਹੀ ਹੈ, ਜਿਹਨੂੰ ਗੁਰਬਾਣੀ 'ਚ ਕਹਿੰਦੇ ਤੂੰ ਹੀ, ਯੂ ਆਰ ਦੈਟ, ਯੂ ਆਰ ਦੈਟ, ਯੂ ਆਰ ਦੈਟ। ਉਹ ਕਹਿੰਦੇ ਇਹੀ ਹੈ ਜਿਹੜਾ ਦਿਖ ਰਿਹਾ ਉਹੀ ਹੈ। ਹੁਣ ਇਹ ਦੋਨੇ ਅਪੋਜ਼ਿੰਗ ਮੰਤਰ ਨੇ। ਇੱਕ ਕਹਿ ਰਿਹਾ ਹੈ ਕਿ ਇਹ ਵੀ ਨਹੀਂ, ਉਹ ਵੀ ਨਹੀਂ, ਕੁਝ ਵੀ ਨਹੀਂ। ਦੂਜਾ ਕਹਿ ਰਿਹਾ ਜੋ ਹੈ ਉਹੀ ਹੈ। ਪਰ ਉਹ ਕਹਿੰਦੇ ਹੁੰਦੇ ਸੀ ਵੀ ਇਹਦਾ ਮਤਲਬ ਇੱਕੋ ਹੀ ਗੱਲ ਹੈ। ਇਹਦਾ ਮਤਲਬ ਇਹ ਹੈ ਕਿ ਸਾਰੇ ਧਰਮ ਨੇ ਜਿਹੜੇ, ਜਾਂ ਸਾਰੇ ਜਿਹੜੇ ਮੰਤਰ ਨੇ, ਉਹ ਬੇਸਿਕਲੀ ਇੱਕ ਐਕਸਪੀਰੀਅੰਸ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ, ਇੱਕ ਐਕਸਪੀਰੀਅੰਸ ਨੂੰ ਡਿਸਕ੍ਰਾਈਬ ਕਰਨ ਦੀ, ਉਹਦਾ ਵਰਣਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਵਰਣਨ ਨਹੀਂ ਹੋ ਰਿਹਾ, ਉਹ ਤੋਂ ਵੱਡਾ ਹੈ। ਜਿਉਂ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨੂੰ ਕਹਿਣ ਦੀ, ਉਹਨੇ ਨੂੰ ਤਾਂ ਬਦਲ ਜਾਂਦਾ ਹੈ। ਗੁਰਬਾਣੀ 'ਚ ਵੀ ਗੁਰੂ ਨਾਨਕ ਨੇ ਵੀ ਲਿਖਿਆ ਕਿ ਤਾਂ ਕਿ ਇਹ ਗੱਲਾਂ ਕਥੀਆਂ ਨਾ ਜਾਈ, ਕਥ ਕਥ ਕਥੀ ਕੋਟੀ ਕੋਟ ਕੋਟ, ਕਿ ਕਰੋੜਾਂ ਦੇ ਕਰੋੜ ਵੀ ਜੇ ਕਥਨ ਲੱਗ ਜਾਣ, ਉਹ ਤੋਂ ਵੀ ਵੱਡਾ ਹੈ ਅਸਲ ਦੇ ਵਿੱਚ। ਉਹੀ ਨੀਤੀ ਹੈ, ਕਿਉਂਕਿ ਉਹ ਹੋ ਹੀ ਨਹੀਂ ਸਕਦਾ। ਮਨ ਦੀ ਕਪੈਸਿਟੀ ਹੋਈ ਨਹੀਂ ਉਹਨੂੰ ਫੜ ਸਕਣ ਤੇ ਐਕਸਪਲੇਨ ਕਰ ਸਕਣ ਦੀ। ਸੋ ਇਹ ਇੱਕ ਜਿਹਨੂੰ ਅਸੀਂ ਅਦਵੈਤ ਵਿਚਾਰਧਾਰਾ ਕਹਿੰਦੇ ਹਾਂ, ਮੋਨੋਥੀਜ਼ਮ ਜਾਂ ਮੋਨਿਜ਼ਮ। ਦੂਜਾ ਸੀ ਉਹਨਾਂ 'ਚ ਡੂਅਲਿਜ਼ਮ, ਜਿਹੜਾ ਵੇਦਾਂ ਦੇ ਵਿੱਚ ਹੋਇਆ। ਉਹ ਇਹ ਸੀ ਕਿ ਦੋ ਚੀਜ਼ਾਂ ਨੇ, ਉਹ ਜੁੜ ਕੇ ਨਵੀਂ ਚੀਜ਼ ਬਣਦੀ ਹੈ। ਪੁਰਸ਼ ਤੇ ਪ੍ਰਕਿਰਤੀ ਹੈ, ਕੌਨਸ਼ੀਅਸਨੈਸ ਤੇ ਮੈਟਰ ਹੈ, ਅਸੀਂ ਸਾਇੰਸ ਦੇ ਵਿੱਚ ਕਹਿ ਦਿੰਦੇ ਹਾਂ ਇਹ ਸੀ ਉਹ। ਔਰ ਉਹ ਫਿਰ ਉਹ ਤੋਂ ਮਤਲਬ ਡੁਐਲਿਟੀ ਤੋਂ ਟ੍ਰਿਨਿਟੀ ਬਣ ਗਈ ਕਿ ਬ੍ਰਹਮਾ ਵਿਸ਼ਨੂੰ ਮਹੇਸ਼, ਬੜਾ ਲੰਬਾ ਚੌੜਾ ਉਹ ਛੱਡੀਏ ਆਪਾਂ ਗੱਲ ਉਹ। ਸੋ ਜਿਹੜਾ ਤੱਤ ਹੈ ਹਿੰਦੂਇਜ਼ਮ ਦਾ, ਸਵਾਮੀ ਰਾਮਕ੍ਰਿਸ਼ਨ ਪਰਮਹੰਸ ਦੀਆਂ, ਜੇ ਤੁਸੀਂ ਜਿਹੜੇ ਇਹਨਾਂ ਦੇ ਅਸਲੀ ਸੰਤਾਂ ਦੀਆਂ ਕਿਤਾਬਾਂ ਪੜ੍ਹੋ ਤਾਂ ਉਹ ਅਦਵੈਤ ਦੇ ਵਿੱਚ ਹੈ ਕਿ ਦੋ ਨਹੀਂ ਹਨ। ਜਦੋਂ ਵੀ ਦਵੈਤ ਆਉਂਦੀ ਹੈ ਤਾਂ ਸਾਡਾ ਮਨ ਹੈ ਉਹ ਇੰਟਰਵੀਨ ਕਰਦਾ ਹੈ। ਅਦਰਵਾਈਜ਼ ਇਹ ਅਦਵੈਤ ਹੈ ਕਿ ਇੱਕ ਐਸੀ ਚੀਜ਼ ਹੈ, ਇੱਕ ਐਸਾ ਤੱਤ ਹੈ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹੜਾ ਬਿਆਨ ਤੋਂ ਬਾਹਰ ਹੈ। ਟਾਈਮ ਕਿੰਨਾ ਕੁ ਆਪਣੇ ਕੋਲ? ਮੈਂ ਤੁਹਾਨੂੰ ਕਿਤੇ ਹੋਰ ਹੀ ਨਾ ਲੈ ਜਾਵਾਂ। ਠੀਕ ਹੈ। ਇੱਕ ਬਹੁਤ ਮਸ਼ਹੂਰ ਉਪਨਿਸ਼ਦ ਹੈ ਤੈਤਰੀਆ ਉਪਨਿਸ਼ਦ। ਚਲੋ ਮੈਂ ਤੁਹਾਨੂੰ ਉਹਦਾ ਰੈਫਰੈਂਸ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ, ਫਿਰ ਅੱਗੇ ਸੌਖਾ ਹੋ ਜਾਊ ਕੰਮ। ਤੈਤਰੀਆ ਉਪਨਿਸ਼ਦ ਬਾਰੇ ਬੜੀ ਕਮਾਲ ਦੀ ਸਟੋਰੀ ਹੈ ਵੈਸੇ। ਉਹ ਰਿਸ਼ੀ ਸੀ, ਤੈਤਰੀਆ ਦਾ ਮਤਲਬ ਤਿੱਤਰੀ ਤੋਂ ਹੈ ਬੇਸਿਕਲੀ, ਇੰਟਰਸਟਿੰਗਲੀ, ਜਿਹੜਾ ਆਪਣੇ ਤਿੱਤਰ ਜਿਹੜੇ ਫਿਰਦੇ ਹੁੰਦੇ ਨੇ। ਉਹ ਕਹਿੰਦੇ ਜੀ ਉਹ ਸਾਰਾ ਗਿਆਨ ਉਹਨੇ ਖਿਲਾਰਤਾ, ਇੱਕ ਚੇਲਾ ਉਹਦੇ ਨਾਲ ਲੜ ਪਿਆ ਤੇ ਉਹ ਜਿਹੜੇ ਬਾਕੀ ਚੇਲੇ ਸੀ ਉਹਨੇ ਤਿੱਤਰੀਆਂ ਬਣ ਕੇ ਉਹ ਚੁਣ ਲਿਆ। ਉਹਦੇ ਵਿੱਚ ਜਿਹੜੀ ਇਹ ਸ੍ਰਿਸ਼ਟੀ ਹੈ, ਇਹਦਾ ਵਰਣਨ ਹੈ ਕਿ ਬਣੀ ਕਿਸ ਤਰ੍ਹਾਂ। ਉਹ ਕਹਿੰਦੇ ਜੀ 5 ਤੱਤ ਨੇ ਜਿਨ੍ਹਾਂ ਤੋਂ ਬਣੀ। ਇਹ ਹੌਲੀ ਹੌਲੀ ਮਤਲਬ ਨਿਰਾਕਾਰ ਤੋਂ ਆਕਾਰ ਵੱਲ ਨੂੰ ਆਉਂਦੀ ਜਾਂਦੀ ਹੈ। ਸਭ ਤੋਂ ਪਹਿਲਾਂ ਉਹ ਕਹਿੰਦੇ ਸ਼ਬਦ ਸੀ, ਜਿਹਨੂੰ ਅਸੀਂ ਵੀ ਸਿੱਖੀ 'ਚ ਵੀ ਸ਼ਬਦ ਗੁਰੂ ਕਹਿੰਦੇ ਹਾਂ। ਸਾਊਂਡ ਹੈ ਅਸਲ ਦੇ ਵਿੱਚ। ਕਈ ਲੋਕ ਸ਼ਬਦ ਗੁਰੂ ਨੂੰ ਅੱਖਰ ਗੁਰੂ ਸਮਝੀ ਜਾਂਦੇ ਨੇ, ਬੇਸਿਕਲੀ ਉਹਨਾਂ ਨੂੰ ਪਤਾ ਨਹੀਂ ਜਿਹੜਾ ਸ਼ਬਦ ਹੈ, ਜਿਹੜਾ ਸਾਊਂਡ ਹੈ, ਜਿਹੜੀ ਪ੍ਰਾਈਮਲ ਸਾਊਂਡ ਹੈ, ਉਹ ਅਸਲ ਦੇ ਵਿੱਚ ਬਿਆਨ ਨਹੀਂ ਹੋ ਸਕਦੀ। ਕ੍ਰਿਸਚੈਨਿਟੀ 'ਚ ਵੀ ਇਹੀ ਹੈ। ਕ੍ਰਿਸਚੈਨਿਟੀ 'ਚ ਬੜੀ ਲੰਬੀ ਡਿਸਕਸ਼ਨ ਹੈ। ਉਹ ਕਹਿੰਦੇ ਜੀ ਰੱਬ ਨੇ ਕਿਹਾ ਕਿ ਲੈਟ ਦੇਅਰ ਬੀ ਲਾਈਟ, ਦੇਅਰ ਵਾਜ਼ ਲਾਈਟ। ਇੱਕ ਸਕੂਲ ਉਹਨਾਂ ਦਾ ਇਹ ਹੈ ਕਿ ਉਹਦੇ ਵੀ ਲਾਈਟ ਤੋਂ ਪਹਿਲਾਂ ਵੀ ਤਾਂ ਸ਼ਬਦ ਆ ਗਿਆ ਨਾ, ਉਹਨੇ ਕਿਹਾ ਨਾ ਕਿ ਲੈਟ ਦੇਅਰ ਬੀ ਲਾਈਟ। ਸੋ ਜਿਹੜੀ ਸਾਡੀ ਸਾਊਂਡ ਹੈ, ਤੁਸੀਂ ਜਪਜੀ ਸਾਹਿਬ ਪੜ੍ਹਿਆ ਹੋਣਾ ਬਹੁਤ ਸਾਰਿਆਂ ਨੇ, ਉਹਦੇ 'ਚ ਲਿਖਿਆ ਨਾ ਪਵਨ ਗੁਰੂ ਪਾਣੀ ਪਿਤਾ। ਪਵਨ ਗੁਰੂ ਇਸ ਕਰਕੇ ਹੈ ਕਿ ਮੈਂ ਜਿਹੜਾ ਬੋਲ ਰਿਹਾ ਪਵਨ ਰਾਹੀਂ ਹੀ ਤੁਹਾਡੇ ਤੱਕ ਪਹੁੰਚ ਰਿਹਾ ਹੈ। ਮੈਂ ਜਿਹੜਾ ਸਾਹ ਲੈ ਰਿਹਾ ਪਵਨ ਰਾਹੀਂ ਹੀ ਮੇਰੇ ਤੱਕ ਆ ਰਿਹਾ ਹੈ। ਜਿਹੜਾ ਬ੍ਰਹਿਮੰਡ ਹੈ ਉਹ ਕਹਿੰਦੇ ਇਸ ਚੀਜ਼ ਦਾ ਬਣਿਆ ਹੋਇਆ ਹੈ ਕਿ ਜਿਹੜੀ ਪਵਨ ਹੈ ਉਹ ਅਸਲ ਦੇ ਵਿੱਚ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਜਾਂਦੀ ਹੈ, ਉਹ ਸ਼ਬਦ ਨੂੰ ਨਾਲ ਲੈ ਜਾਂਦੀ ਹੈ, ਤਾਕਤ ਨੂੰ, એનર્ਜੀ ਨੂੰ ਨਾਲ ਲੈ ਜਾਂਦੀ ਹੈ, ਜੇ ਸਾਇੰਟੀਫਿਕ ਟਰਮ ਵਰਤਣੀ ਹੋਵੇ। ਹੁਣ ਇਹ ਬੜੀ ਦਿਲਚਸਪ ਗੱਲ ਹੈ। ਉਹ ਕਹਿੰਦੇ ਵੀ ਸ਼ਬਦ ਜਿਹੜਾ ਸੀ ਉਹ ਸਟਿਲ ਸੀ ਬਿਲਕੁਲ। ਪਹਿਲਾਂ ਜਦੋਂ ਕੁਝ ਨਹੀਂ ਸੀ ਬਣਿਆ ਤਾਂ ਸਾਊਂਡ ਸੀ, ਬਟ ਇਟ ਵਾਜ਼ ਅ ਸਟਿਲ ਸਾਊਂਡ, ਸਟਿਲ એનર્ਜੀ, ਸਟਿਲ ਕੌਨਸ਼ੀਅਸਨੈਸ।
ਇਹਦੇ 'ਚ ਥੋੜੀ ਜਿਹੀ ਹਿਲਜੁਲ ਹੋਈ, ਸਪੰਦਨ ਲਫ਼ਜ਼ ਵਰਤਦੇ ਨੇ ਉਹ ਵੇਦਾਂ 'ਚ ਕਿ ਸਪੰਦਨ ਹੋਇਆ ਇਹਦੇ 'ਚ। ਉਹਦੇ ਨਾਲ ਕੀ ਹੋਇਆ ਕਿ ਇਹ 'ਚ ਸਪਰਸ਼ ਦੀ ਗੁਣ ਆ ਗਿਆ। ਉਹ ਤਾਂ ਨਿਰਗੁਣ ਸੀ ਜਿਹੜਾ ਪਹਿਲਾਂ ਸੀ, ਉਹ 'ਚ ਤਾਂ ਕੋਈ ਗੁਣ ਵੀ ਨਹੀਂ ਸੀ, ਉਹ ਤਾਂ ਬਿਆਨ ਹੀ ਨਹੀਂ ਸੀ ਹੋ ਸਕਦਾ। ਪਰ ਜਿਉਂ-ਜਿਉਂ ਹਿੱਲਿਆ ਤਾਂ ਉਹਦੇ 'ਚ ਸਪੰਦਨ ਦੇ ਨਾਲ ਥੋੜ੍ਹਾ ਜਿਹਾ ਸਪਰਸ਼ ਆ ਗਿਆ। ਜਦੋਂ ਹੋਰ ਥੋੜ੍ਹਾ ਜਿਹਾ ਸਪਰਸ਼ ਸ਼ਬਦ ਤੋਂ ਸਪਰਸ਼ ਦੇ ਵਿੱਚ ਆ ਗਿਆ ਤਾਂ ਉਹਦੇ 'ਚ ਇੱਕ ਤੀਜਾ ਹੋਰ ਗੁਣ ਆ ਗਿਆ ਕਿ ਉਹਦੇ ਨਾਲ ਜਿਹੜੀਆਂ ਹਿੱਲ ਕੇ ਚੀਜ਼ਾਂ ਬਣੀਆਂ ਉਹ ਦਿਖਣ ਲੱਗ ਗਈਆਂ, ਉਸ 'ਚ ਰੂਪ ਆ ਗਿਆ। ਪਰ ਜਿਉਂ ਹੀ ਉਹ ਰੂਪ ਆਇਆ ਉਹਦੇ 'ਚੋਂ ਹੌਲੀ ਸੋਲਿਡੀਫਾਈ ਕਰਕੇ ਦ੍ਰਵਤਾ ਆ ਗਈ ਉਹਦੇ ਵਿੱਚ। ਲਾਸਟ ਦੇ ਵਿੱਚ ਉਹ ਕਹਿੰਦੇ ਜਦੋਂ ਉਹਦੇ ਤੋਂ ਚੀਜ਼ਾਂ ਬਣੀਆਂ ਉਹਨਾਂ 'ਚ ਗੰਧ ਆ ਗਈ। ਇਹ ਗੁਣਾਂ ਦੀ ਥਿਊਰੀ ਹੈ। ਸ਼ਬਦ, ਸਪਰਸ਼, ਰੂਪ, ਰਸ, ਗੰਧ ਕਿ ਪਹਿਲਾਂ ਸ਼ਬਦ ਸੀ, ਫਿਰ ਸਪਰਸ਼ ਆਇਆ, ਹਵਾ ਬਣ ਗਈ, ਫਿਰ ਰੂਪ ਆਇਆ ਤਾਂ ਅਗਨੀ ਬਣ ਗਈ। ਹਵਾ ਨੂੰ ਸਾਨੂੰ ਸਪਰਸ਼ ਕਰਦੀ ਹੈ, ਸਾਨੂੰ ਦਿਖਦੀ ਨਹੀਂ ਹੈ, ਪਰ ਜਿਉਂ ਹੀ ਅਗਨੀ ਹੁੰਦੀ ਹੈ ਉਹਦੇ 'ਚ ਹਵਾ ਵੀ ਹੈ, ਸ਼ਬਦ ਵੀ ਹੈ, ਪਰ ਉਹਦਾ ਰੂਪ ਹੁੰਦਾ, ਉਹ ਦਿਸਦੀ ਹੈ। ਤੇ ਉਹ ਜਦੋਂ ਠੰਡੀ ਹੋ ਜਾਂਦੀ ਹੈ, ਬਿਲਕੁਲ ਹੋਰ ਸੋਲਿਡ ਹੋ ਜਾਂਦੀ ਹੈ, ਤਾਂ ਉਹਦੇ 'ਚ ਰਸ ਆ ਜਾਂਦਾ ਹੈ, ਦ੍ਰਵਤਾ ਆ ਜਾਂਦੀ ਹੈ, ਉਹ ਪਾਣੀ ਹੈ। ਤੇ ਰਸ ਵੀ ਜਦੋਂ ਬਿਲਕੁਲ ਸੋਲਿਡੀਫਾਈ ਹੋ ਜਾਂਦਾ ਪਾਣੀ, ਤਾਂ ਉਹਦੇ ਤੋਂ ਧਰਤੀ ਬਣਦੀ ਹੈ। ਆਪਾਂ ਦੇਖਿਆ ਸਮੁੰਦਰਾਂ ਦੇ ਆਲੇ ਦੁਆਲੇ, ਉਹਦੇ 'ਚ ਗੰਧ ਆ ਜਾਂਦੀ ਹੈ। ਇਹਦੇ ਨਾਲ ਸਾਡਾ ਸਰੀਰ ਬਣਿਆ ਹੋਇਆ ਹੈ। ਇਹ ਸ਼ਬਦ ਵੀ ਹੈ, ਸਪਰਸ਼ ਵੀ ਹੈ, ਰੂਪ ਵੀ ਹੈ, ਰਸ ਵੀ ਹੈ, ਗੰਧ ਵੀ ਹੈ। ਸਾਡੇ ਅੰਦਰ ਹਵਾ ਵੀ ਹੈ, ਸ਼ਬਦ ਵੀ ਹੈ, ਅਗਨੀ ਵੀ ਹੈ, ਟੈਂਪਰੇਚਰ ਹੈ ਸਾਡਾ। ਥੋੜਾ ਜਿਹਾ ਥੱਲੇ ਉੱਪਰ ਹੋ ਜਾਵੇ ਤਾਂ ਡਾਕਟਰ ਕਹਿ ਦਿੰਦੇ ਨੇ ਜੀ ਲੈ ਜਾਓ ਚੱਕ ਕੇ ਦਸੰਦੀ ਰਾਮ ਦੇ ਉੱਤੇ, ਠੀਕ ਹੈ ਨਹੀਂ। ਸੋ ਜਿਉਂ ਹੀ ਟੈਂਪਰੇਚਰ ਦਾ ਥੋੜਾ ਜਿਹਾ ਫਰਕ ਪੈਂਦਾ, ਅਗਨੀ ਦਾ ਤਾਂ ਰਸ ਹੈ। ਸਾਡੇ ਕਿੰਨੇ ਡਾਕਟਰ ਇੱਥੇ ਮਿਲ ਕੇ ਤੁਹਾਨੂੰ ਦੱਸਦੇ ਨੇ ਵੀ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਗਿਆ ਕਿ ਘਟ ਗਿਆ, ਬੇਸਿਕਲੀ ਰਸ ਹੀ ਹੈ, ਉਹ ਪਾਣੀ ਨੂੰ ਤੁਰਿਆ ਫਿਰਦਾ ਅੰਦਰ। ਤੇ ਇਵੇਂ ਹੀ ਹੱਡੀਆਂ, ਹੋਰ ਸਾਰਾ ਕੁਝ ਜਿਹੜਾ ਸਕਿਨ ਹੈ, ਇਹਦੇ 'ਚ ਗੰਧ ਆ ਜਾਂਦੀ ਹੈ। ਇਹ ਧਰਤੀ ਤੋਂ ਬਣਿਆ ਹੋਇਆ, ਉਹ ਕਹਿੰਦੇ ਜੀ 5 ਤੱਤਾਂ ਤੋਂ ਬਣਿਆ ਹੋਇਆ ਸਾਰਾ ਕੁਝ। ਮੈਂ ਤਾਂ ਕਰਕੇ ਤੁਹਾਨੂੰ ਐਕਸਪਲੇਨ ਕਰ ਰਿਹਾ। ਤੁਸੀਂ ਦੇਖੋ ਵੀ 5000 ਸਾਲ ਪਹਿਲਾਂ ਉਹ ਲੋਕਾਂ ਦੀ ਬੁੱਧੀ ਕਿੰਨੀ ਜ਼ਿਆਦਾ ਹੋਊਗੀ, ਕਿੰਨੇ ਵੱਡੇ ਹੋਣਗੇ ਉਹ ਬੰਦੇ ਜਿਨ੍ਹਾਂ ਨੇ ਉਸ ਟਾਈਮ ਇਹ ਤੱਤ ਕੱਢ ਲਿਆ। ਹੁਣ ਤੱਕ ਇਹਨੂੰ ਯੂਨੀਵਰਸਲ ਐਕਸਪਲੇਨੇਸ਼ਨ ਜਿਹੜੀ ਇਹਦੀ ਕਰੀ ਜਾ ਸਕਦੀ ਹੈ, ਬਿਲਕੁਲ ਐਵੀਡੈਂਸ ਤੁਹਾਨੂੰ ਮਿਲ ਜਾਂਦਾ ਹੈ। ਇਸ ਤਰ੍ਹਾਂ ਦੇ ਬੜੀਆਂ ਐਗਜ਼ਾਮਪਲਸ ਨੇ, ਪਰ ਇਹਦੀ ਮਿਸਇੰਟਰਪ੍ਰੀਟੇਸ਼ਨ ਹੋਈ ਕਿ ਜਿਉਂ-ਜਿਉਂ ਸ਼ਬਦ ਥੱਲੇ ਨੂੰ ਆਉਂਦਾ ਜਾਂਦਾ, ਸੋਲਿਡੀਫਾਈ ਹੁੰਦਾ ਜਾਂਦਾ, ਇਸ ਕਰਕੇ ਉਹ ਪੋਲਿਊਟ ਹੁੰਦਾ ਚਲੇ ਜਾਂਦਾ ਹੈ। ਜਿਹੜੇ ਧਰਤੀ ਨਾਲ ਜੁੜੇ ਹੋਏ ਨੇ ਸਭ ਤੋਂ ਪੋਲਿਊਟਡ ਨੇ, ਪਾਣੀ ਵਾਲੇ ਉਹ ਤੋਂ ਘੱਟ, ਅਗਨੀ ਵਾਲੇ ਉਹ ਤੋਂ ਘੱਟ, ਹਵਾ ਵਾਲੇ ਉਹ ਤੋਂ ਘੱਟ। ਤੇ ਜਿਹੜਾ ਬ੍ਰਹਮ ਹੈ ਉਹਨੇ ਸ਼ਬਦ ਨਾਲ ਜੁੜ ਜਾਣਾ, ਉਹਦੇ ਅੰਦਰ ਬ੍ਰਹਮ ਵਸਦਾ, ਇਸ ਕਰਕੇ ਉਹ ਸਭ ਤੋਂ ਪਵਿੱਤਰ ਹੈ। ਥੱਲੇ ਵਾਲਾ ਸਭ ਤੋਂ ਮਾੜਾ ਹੈ, ਇਸ ਕਰਕੇ ਉਹ ਸ਼ੁੱਧ ਹੈ। ਇਹਨੂੰ ਇਦਾਂ ਮਿਸਯੂਜ਼ ਕੀਤਾ ਗਿਆ ਇਸ ਗੱਲ ਨੂੰ, ਜਿਹੜੀ ਬਾਅਦ 'ਚ ਸਿੱਖ ਗੁਰੂਆਂ ਨੇ ਆ ਕੇ ਤੋੜੀ ਵੈਸੇ ਇਹ ਗੱਲ। ਪਰ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਜਦੋਂ ਸੰਸਥਾਈਕਰਨ ਹੋ ਜਾਂਦਾ ਕਿਸੇ ਚੀਜ਼ ਦਾ, ਦੁਕਾਨ ਖੁੱਲ੍ਹ ਜਾਂਦੀ ਹੈ, ਤਾਂ ਉਹ ਚੀਜ਼ ਸਥਿਰ ਹੋ ਜਾਂਦੀ ਹੈ, ਉਸ ਚੇਂਜ ਦੀ ਗੁੰਜਾਇਸ਼ ਨਹੀਂ ਰਹਿੰਦੀ। ਯਾਰ ਜਿਹੜੇ ਲੋਕ ਉਹਤੇ ਕਾਬਜ਼ ਹੁੰਦੇ ਨੇ ਉਹ ਚੇਂਜ ਨਹੀਂ ਹੋਣ ਦੇਣੀ ਚਾਹੁੰਦੇ ਹੁੰਦੇ, ਕਿਉਂਕਿ ਉਹਨਾਂ ਦਾ ਤਾਂ ਬੜੇ ਆਰਾਮ ਨਾਲ ਸਵਾਦ ਪੂਰਾ ਹੋ ਰਿਹਾ ਹੁੰਦਾ। ਉਹ ਕਹਿੰਦੇ ਨੇ ਕਿ ਰੇਗਿਸਤਾਨ ਦੇ ਵਿੱਚ ਵਪਾਰੀ ਸੀਗਾ ਕੋਈ, ਨਾਲ ਉਹਦਾ ਊਂਠ ਦੇ ਉੱਪਰ ਜਾ ਰਿਹਾ ਸੀ, ਰਾਤ ਨੂੰ ਸੁੱਤੇ, ਉਹਨੇ ਟੈਂਟ ਲਾ ਲਿਆ, ਵਪਾਰੀ ਨੇ ਟੈਂਟ ਦੇ ਵਿੱਚ ਆਰਾਮ ਨਾਲ ਸੌਂ ਗਿਆ। ਊਂਠ ਉਹਨੂੰ ਕਹਿਣ ਲੱਗਿਆ, ਉਹਦਾ ਜਿਹੜਾ ਸੀ, ਉਹ ਕਹਿੰਦਾ ਜੀ ਮਾਲਕ ਕਹਿੰਦਾ ਠੰਡ ਬੜੀ ਲੱਗ ਰਹੀ ਹੈ। ਤੇ ਉਹ ਕਹਿੰਦਾ ਫਿਰ ਕਹਿੰਦਾ ਮੈਂ ਥੋੜ੍ਹਾ ਜਿਹਾ ਮੂੰਹ ਅੰਦਰ ਕਰ ਲਾਂ। ਉਹ ਕਹਿੰਦਾ ਕਰ ਲੈ। ਉਹਨੇ ਊਂਠ ਨੇ ਮੂੰਹ ਅੰਦਰ ਕਰਿਆ ਤਾਂ ਹੌਲੀ ਹੌਲੀ ਲੱਤਾਂ ਦੇ, ਤੁਹਾਨੂੰ ਪਤਾ ਬੈਠਾ ਬੈਠਾ ਊਂਠ ਤਰ ਜਾਂਦਾ, ਉਹ ਹੌਲੀ ਹੌਲੀ ਸਾਰਾ ਹੀ ਵਿੱਚ ਆ ਗਿਆ। ਵਪਾਰੀ ਵਿਚਾਰਾ ਖੂੰਜੇ ਲੱਗ ਗਿਆ, ਇਕੱਠਾ ਹੋ ਗਿਆ। ਉਹ ਕਹਿੰਦਾ ਗਰਮੀ ਜੀ ਨਹੀਂ ਕਹਿੰਦਾ ਲੱਗ ਰਹੀ ਕੁਛ, ਵਪਾਰੀ ਨੇ ਉਹਨੂੰ ਕਿਹਾ। ਉਹ ਕਹਿੰਦਾ ਨਹੀਂ ਮੈਂ ਤਾਂ ਠੀਕ ਹਾਂ, ਤੁਸੀਂ ਬਾਹਰ ਚਲੇ ਜਾਓ, ਜ਼ਿਆਦਾ ਲੱਗਦਾ ਤਾਂ। ਸੋ ਇਹ ਜਦੋਂ ਸੰਸਥਾਵਾਂ ਬਣ ਜਾਂਦੀਆਂ ਨੇ, ਉਹ ਇਵੇਂ ਬਣਦੀਆਂ ਨੇ ਅਸਲ ਦੇ ਵਿੱਚ, ਕਿ ਅਗਲਾ ਕਹਿੰਦਾ ਜੀ ਤੂੰ ਔਖਾ ਹੈ ਤਾਂ ਤੂੰ ਬਾਹਰ ਚਲੇ ਜਾ ਆਰਾਮ ਨਾਲ, ਮੈਂ ਤਾਂ ਠੀਕ ਠਾਕ ਹਾਂ ਆਪਣੇ ਆਪ ਦੇ ਵਿੱਚ। ਸੋ ਜਿਹੜੇ ਜਦੋਂ ਇਹ ਤੈਅ ਹੋ ਗਿਆ ਕਿ ਬ੍ਰਾਹਮਣ ਦਾ ਬੇਟਾ ਹੀ ਬ੍ਰਾਹਮਣ ਬਣ ਜਾਓ, ਹਾਲਾਂਕਿ ਪਹਿਲਾਂ ਇਹ ਰੂਲ ਨਹੀਂ ਹੋਣਾ ਕਦੇ ਕਿਸੇ ਟਾਈਮ, ਤਾਂ ਉਦੋਂ ਫਿਰ ਇਹ ਪੱਕਾ ਹੀ ਹੋ ਗਿਆ ਕਿ ਚਾਹੇ ਉਹ ਮੂਰਖ ਹੀ ਹੈ, ਉਹਨੂੰ ਤੁਸੀਂ ਮਤਲਬ ਉੱਪਰ ਹੀ ਰੱਖਣਾ ਹੈ, ਉਹ ਪਵਿੱਤਰ ਹੀ ਹੈ, ਉਹ ਸ਼ਬਦ ਦੇ ਨੇੜੇ ਹੀ ਹੈ। ਇਹ ਚੀਜ਼ ਸਾਡੇ ਇਸ ਇਲਾਕੇ 'ਚ ਸਥਾਪਿਤ ਨਹੀਂ ਹੋ ਸਕੀ, ਇਸ ਇਲਾਕੇ 'ਚ ਜਾਤ ਪਾਤ ਸਥਾਪਿਤ ਨਹੀਂ ਹੋ ਸਕੀ, ਕਿਉਂਕਿ ਇੱਥੇ ਇੱਕ ਤਾਂ ਡਿਸਟਰਬੈਂਸ ਬੜੀ ਸੀ। ਇਹ ਅੱਗੇ ਜਾ ਕੇ ਹੋਈ, ਗੰਗੈਟਿਕ ਪਲੇਨ ਦੇ ਵਿੱਚ ਹੋਈ ਇਹ। ਸੋ ਜੇ ਤੁਸੀਂ ਹਿਸਟਰੀ ਪੜ੍ਹੋ ਹੁਣ ਵੀ, ਬ੍ਰਾਹਮਣ ਦੀ ਜਿਹੜੀ ਸੱਤਾ ਹੈ ਉਹ ਇਸ ਇਲਾਕੇ 'ਚ ਸਥਾਪਿਤ ਨਹੀਂ ਹੋਈ ਕਦੇ ਵੀ। 750 ਦੇ ਵਿੱਚ ਮੁਹੰਮਦ ਬਿਨ ਕਾਸਿਮ ਆਉਂਦਾ, ਜਦੋਂ ਇਸਲਾਮ ਆਉਂਦਾ ਤਾਂ ਉਹਨੇ ਸਿੰਧ ਦੇ ਉੱਪਰ ਕਬਜ਼ਾ ਕੀਤਾ। ਦਾਹਿਰ ਜਿਹੜਾ ਬ੍ਰਾਹਮਣ ਸੀ ਉਹਦਾ ਰਾਜ ਸੀ,
ਚਚਨਾਮਾ ਇੱਥੇ ਕਿਤਾਬ ਪਈ ਹੈ, ਤੁਸੀਂ ਦੇਖ ਲੈਣਾ, ਛਛਨਾਮਾ ਵੀ ਕਹਿੰਦੇ ਨੇ ਉਹਨੂੰ ਪਈ। ਲੋਕ ਉਹਨਾਂ ਦੇ ਕੋਲ ਗਏ ਜਿਹੜੇ ਅਟੈਕ ਕਰਨ ਵਾਲੇ ਸੀ ਕਿ ਸਾਨੂੰ ਖਹਿੜਾ ਛਡਾਓ ਸਾਡਾ ਇਹਨਾਂ ਤੋਂ, ਇੰਨਾ ਜ਼ਾਲਮ ਰਾਜ ਸੀਗਾ ਉਹ। ਮੁਸਲਮਾਨ ਕੋਈ ਖੁਸ਼ੀ 'ਚ ਨਹੀਂ ਸੀ ਆਏ, ਉਹ ਤਾਂ ਐਵੇਂ ਸਮੁੰਦਰੀ ਬੇੜਾ ਮੁਸਲਮਾਨਾਂ ਨੇ ਜੇ ਮਾੜਾ ਜਿਹਾ ਬਣਾਇਆ ਸੀ, ਐਵੇਂ ਦਾਅ ਲੱਗ ਗਿਆ ਉਹਨਾਂ ਦਾ। ਔਰ 750 ਤੋਂ ਬਾਅਦ ਬੜੀ ਦੇਰ ਉਹ ਨਹੀਂ ਆ ਸਕੇ। ਹੌਲੀ ਹੌਲੀ ਜਦੋਂ ਉਹਨਾਂ ਦਾ ਆਮਦ ਸ਼ੁਰੂ ਹੋਈ, ਇਹ ਲਗਭਗ 1000 ਸਾਲ ਲੱਗਿਆ ਇਸ ਗੱਲ ਨੂੰ। ਮੈਂ ਇਹਨੂੰ ਬਰੀਫ ਕਰਦਾ ਕਿ ਜਦੋਂ ਸਿਕੰਦਰ ਆਉਂਦਾ, ਸਿਕੰਦਰ ਤੋਂ ਇਮੀਡੀਏਟਲੀ ਬਾਅਦ ਥੋੜੀ ਦੇਰ ਬਾਅਦ ਹੀ ਇੱਥੇ ਬਗਾਵਤ ਹੁੰਦੀ ਹੈ। ਇਸ ਇਲਾਕੇ ਦੇ ਵਿੱਚ ਬਹੁਤ ਵੱਡੀ ਜਿਹੜਾ ਮਗਧ ਦਾ ਰਾਜ ਸੀ ਉਹ ਖਤਮ ਹੋ ਜਾਂਦਾ। ਚਾਣਕੀਆ ਨੂੰ ਬਹੁਤ ਵੱਡਾ ਹੀਰੋ ਬਣਾ ਰਹੇ ਨੇ। ਚਾਣਕੀਆ ਬੇਸਿਕਲੀ ਬ੍ਰਾਹਮਣ ਸੀ, ਉਹਨੂੰ ਉਹਨਾਂ ਨੇ ਕੱਢਤਾ ਸੀ, ਉਹ ਬੋਧੀ ਸੀਗੇ। ਉਸ ਟਾਈਮ ਇੱਥੇ ਬੁੱਧਿਜ਼ਮ ਦਾ ਜ਼ੋਰ ਸੀਗਾ, ਔਰ ਬੁੱਧਿਜ਼ਮ ਦਾ 1000 ਸਾਲ ਜ਼ੋਰ ਰਿਹਾ ਪੂਰਾ। ਬੁੱਧ ਨੂੰ ਇਨਲਾਈਟਨਮੈਂਟ ਹੋਣ ਤੋਂ 300 ਸਾਲ ਬਾਅਦ ਅਸ਼ੋਕ ਦਾ ਰਾਜ ਆਉਂਦਾ ਹੈ। ਚੰਦਰਗੁਪਤ ਦਾ ਉਹ ਪੋਤਾ ਸੀਗਾ। ਅਸ਼ੋਕ ਨੇ ਸਭ ਤੋਂ ਵੱਡਾ ਅੰਪਾਇਰ ਇੱਥੇ ਖੜਾ ਕੀਤਾ, ਔਰ ਉਹ ਲਗਭਗ 10ਵੀਂ ਸਦੀ ਤੱਕ ਚੱਲਦਾ ਰਿਹਾ। ਔਰ 10ਵੀਂ ਸਦੀ ਦੇ ਵਿੱਚ ਮਤਲਬ ਆਹ ਇਲਾਕਾ ਦਾ ਇੱਥੇ ਤਾਂ ਹਮਲੇ ਹੁੰਦੇ ਰਹੇ, ਹੁਣ ਵੀ ਆਏ, ਉਸੇ ਟਾਈਮ ਸੀਥੀਅਨ ਵੀ ਆਏ, ਬੜੇ ਸਾਰੇ ਆਏ। 10ਵੀਂ 11ਵੀਂ ਸਦੀ 'ਚ ਬੁੱਧਿਜ਼ਮ ਦੀ ਡਾਊਨਫਾਲ ਆਉਂਦੀ ਹੈ। ਕਿਉਂ ਆਉਂਦੀ ਹੈ? ਵੈਦਿਕ ਧਰਮ ਦੀ ਡਾਊਨਫਾਲ ਆਈ ਜਾਤ ਪਾਤ ਦੇ ਵਿੱਚ ਇੰਸਟੀਟਿਊਸ਼ਨਲਾਈਜੇਸ਼ਨ ਹੋਣ ਦੇ ਨਾਲ। ਬੋਧੀਆਂ ਦੀ ਡਾਊਨਫਾਲ ਇਸ ਗੱਲ ਦੇ ਵਿੱਚ ਆਈ ਕਿ ਉਹਨਾਂ ਨੇ ਸੰਘ ਬਣਾ ਲਏ। ਜਿਹੜੇ ਸੰਘ ਨੇ ਉਹਨਾਂ ਤੇ ਜਿਹੜੇ ਕਾਬਜ਼ ਸੀ ਲੋਕ, ਉਹ ਬੜੇ ਕਰਪਟ ਹੋ ਗਏ ਸੀ, ਜਿਹੜੇ ਭਿਕਸ਼ੂ ਸੀ, ਕਿਉਂਕਿ ਮੈਰਿਜ ਦੀ ਸੰਸਥਾ ਹੈ ਨਹੀਂ ਸੀ, ਪ੍ਰੋਪਰਟੀਆਂ ਬਹੁਤ ਵੱਡੀਆਂ ਵੱਡੀਆਂ ਸੀ, ਉਹਨਾਂ ਨੇ ਗੁਲਾਮ ਤੱਕ ਰੱਖਣੇ ਸ਼ੁਰੂ ਕਰਤੇ ਸੀ। ਸੋ ਜਦੋਂ ਇਹ ਇੰਸਟੀਟਿਊਸ਼ਨਲਾਈਜ਼ ਹੋਇਆ, ਡਾਊਨਫਾਲ ਉਹਦੀ ਤਾਂ ਉਸ ਟਾਈਮ ਆਈ। ਅਦਰਵਾਈਜ਼ ਬੁੱਧ ਦੀ ਜਿਹੜੀ ਮਤਲਬ ਫਿਲਾਸਫੀ ਹੈ ਅੱਜ ਵੀ ਦੁਨੀਆ ਦੇ ਵਿੱਚ ਮਤਲਬ ਉਹਦੇ ਨਾਲ ਦੀ, ਉਹਦੇ ਬਰਾਬਰ ਦੀ ਫਿਲਾਸਫੀ ਨਹੀਂ ਮਿਲਦੀ ਕੋਈ ਹੋਰ। ਸੋ ਉਸ ਟਾਈਮ ਦੋ ਚੀਜ਼ਾਂ ਹੋਰ ਹੋਈਆਂ ਇਸ ਇਲਾਕੇ ਦੇ ਵਿੱਚ। ਉਧਰ ਤਾਂ ਆਦਿ ਸ਼ੰਕਰ ਨੇ ਹਮਲਾ ਕੀਤਾ ਬੋਧੀਆਂ ਦੇ ਉੱਪਰ, ਸਭ ਤੋਂ ਵੱਡਾ, ਔਰ ਬੋਧੀਆਂ ਦੇ ਮੱਠ ਸਾੜੇ ਗਏ, ਅੱਗਾਂ ਲਾਈਆਂ ਗਈਆਂ। ਇੰਡੀਆ ਦਾ ਸਭ ਤੋਂ ਵੱਡਾ ਧਰਮ ਸੀ ਉਹ ਬਾਹਰ ਚਲਿਆ ਗਿਆ। ਇਸ ਇਲਾਕੇ ਦੇ ਵਿੱਚ ਨਾਥ ਜੋਗੀਆਂ ਦੀ ਮੂਵਮੈਂਟ ਸਟਾਰਟ ਹੋਈ। ਪਰ ਇਹ ਵੀ ਬੜੀ ਇੰਟਰਸਟਿੰਗ ਗੱਲ ਹੈ ਕਿ ਨਾਥ ਜੋਗੀਆਂ ਦੀ ਜਿਹੜੀ ਗੋਰਖਨਾਥ ਦਾ ਵੀ ਜੇ ਤੁਸੀਂ ਦੇਖੋ, ਗੋਰਖਨਾਥ ਪਹਿਲਾਂ ਬੋਧੀ ਸੀ, ਫਿਰ ਉਹ ਕਹਿੰਦੀ ਹਿੰਦੂ ਬਣ ਗਿਆ। ਹਿੰਦੂ ਨਹੀਂ ਸੀ ਬਣਿਆ। ਯੋਗੀਆਂ ਨੂੰ ਹਿੰਦੂਆਂ ਨੇ ਅੱਜ ਤੱਕ ਵੀ ਜਿਹੜਾ ਯੋਗੀ ਅਦਿੱਤਿਆਨਾਥ ਹੈ ਉਹਨੂੰ ਵੀ ਹਿੰਦੂ ਨਹੀਂ ਮੰਨਿਆ ਜਾ ਰਿਹਾ, ਮਾਨਤਾ ਨਹੀਂ, ਕਿਉਂਕਿ ਉਹ ਜਾਤ ਪਾਤ 'ਚ ਵਿਸ਼ਵਾਸ ਨਹੀਂ ਸੀ ਕਰਦੇ। ਜੋਗੀਆਂ ਬਾਰੇ ਆਪਣੇ ਪੰਜਾਬੀ 'ਚ ਖਾਨ ਵੀ ਹੈ ਵੀ ਜੋਗੀ ਨਾ ਜਾਣੇ ਜਾਤ ਕੋ ਜਾਤ। ਉਹਦੇ ਤੋਂ ਬਾਹਰ ਸੀਗੇ ਅਸਲ ਦੇ ਵਿੱਚ। ਹੌਲੀ ਹੌਲੀ ਉਹਨਾਂ ਨੂੰ ਇਨਕਾਰਪੋਰੇਟ ਕੀਤਾ ਗਿਆ ਸ਼ੈਵਾਈਟ ਟ੍ਰੈਡੀਸ਼ਨ ਦੇ ਤਹਿਤ। ਸੋ ਉਹਨਾਂ ਦਾ ਲਗਭਗ ਮੇਰਾ ਖਿਆਲ ਹੈ 14ਵੀਂ ਸਦੀ ਤੱਕ ਦਬਦਬਾ ਰਿਹਾ। ਜੇ ਤੁਸੀਂ ਉਸ ਟਾਈਮ ਦਾ ਭਗਤ ਪੂਰਨ ਦੀ, ਰਾਂਝੇ ਦੀ, ਉਸ ਟਾਈਮ ਦਾ ਜੋ ਲਿਟਰੇਚਰ ਵੀ ਦੇਖੋ, ਫੋਕਲੋਰ ਦੇ ਵਿੱਚ ਵੀ ਸਾਨੂੰ ਮਿਲਦੇ ਨੇ। ਜਿਉਂ ਜਿਉਂ ਇੰਸਟੀਟਿਊਸ਼ਨਲਾਈਜ਼ ਹੋਏ, ਉਸੇ ਇੱਕ ਟਾਈਮ ਲਗਭਗ ਸ਼ੇਖ ਫਰੀਦ 1130 ਦੇ ਵਿੱਚ ਮੇਰਾ ਖਿਆਲ ਆਉਂਦੇ ਨੇ, 1173 ਦੇ ਵਿੱਚ ਸ਼ੇਖ ਫਰੀਦ ਦਾ ਹੌਲੀ ਹੌਲੀ ਜਿਹੜਾ ਇਸਲਾਮ ਵੀ ਇੱਥੇ ਆਇਆ। ਇਸਲਾਮ ਦੇ ਵੀ ਦੋ ਰੂਪ ਸੀ, ਇੱਕ ਤਾਂ ਮੁੱਲੇ ਮਿਲਾਣਿਆਂ ਦਾ ਇਸਲਾਮ ਸੀ ਰਾਜਿਆਂ ਦਾ, ਇੱਕ ਸੂਫੀਆਂ ਦਾ ਆਇਆ ਜਿਹੜਾ ਉਹਦਾ ਰੂਹਾਨੀ ਤੱਤ ਸੀ ਉਹਦੇ ਨਾਲ। ਪਰ ਇੰਟਰਸਟਿੰਗਲੀ ਸੂਫੀਆਂ, ਯੋਗੀਆਂ ਦੇ ਵਿੱਚ ਤੇ ਫਕੀਰਾਂ ਦੇ ਵਿੱਚ ਬੜੀ ਸਾਂਝ ਸੀ। ਇਹ ਆਮ ਲੋਕਾਂ ਦੇ ਧਰਮ ਸੀ ਸਾਰੇ। ਸੋ ਇਸ ਕਰਕੇ ਕੀ ਹੋਇਆ ਕਿ ਯੋਗੀ ਜਦੋਂ ਸਥਾਪਿਤ ਹੋਏ, ਯੋਗੀ ਜਦੋਂ ਇੰਸਟੀਟਿਊਸ਼ਨਲਾਈਜ਼ ਹੋਏ, ਤਾਂ ਉਹਨਾਂ ਦੇ ਖਿਲਾਫ ਉਸ ਟਾਈਮ ਹੀ ਸੂਫੀ ਵੀ ਆ ਰਹੇ ਸੀ। ਇਸਲਾਮ ਦੇ ਵਿੱਚ ਵੀ ਕੱਟੜਤਾ ਨੂੰ ਛੱਡ ਕੇ ਪਹਿਲਾ ਜਿਹੜਾ ਬੇਸਿਕਲੀ ਜਿਹੜਾ ਸੂਫੀ ਹੁੰਦਾ ਆਪਣੇ ਇਸ ਇਲਾਕੇ ਦੇ ਵਿੱਚ, ਉਹ ਸੀ ਅਲੀ ਹਜਵੇਰੀ। ਅਲੀ ਹਜਵੇਰੀ 14 ਅਗਸਤ 1009 ਤੇ 1072 ਚ ਉਹਦੀ ਡੈਥ ਹੁੰਦੀ ਹੈ। ਉਹਦਾ ਲਾਹੌਰ ਦੇ ਵਿੱਚ ਉਹਦਾ ਮਕਬਰਾ ਹੈ ਅਲੀ ਹਜਵੇਰੀ ਦਾ, ਦਾਤਾ ਗੰਜ ਬਖਸ਼ ਉਹਨੂੰ ਕਹਿੰਦੇ ਨੇ। ਮੈਨੂੰ ਜਾਣ ਦਾ ਮੌਕਾ ਮਿਲਿਆ, ਮੈਂ ਉੱਥੇ ਵੀ ਜਾ ਕੇ ਅਸੀਂ ਦੇਖਿਆ। ਉਹ ਪਹਿਲਾ ਸੂਫੀ ਸੀ ਇਸ ਇਲਾਕੇ ਦੇ ਵਿੱਚ। ਉਹਦੇ ਅੱਗੇ ਜਿਹੜੇ ਚੇਲੇ ਨੇ, ਮਤਲਬ ਉਹਨਾਂ ਦੇ ਵਿੱਚੋਂ ਇੰਪੋਰਟੈਂਟ ਚੇਲਾ ਜਿਹੜਾ ਸ਼ੇਖ ਫਰੀਦ ਮਤਲਬ ਹੁੰਦਾ, ਉਹਨਾਂ ਦੇ ਜਿਹੜੇ ਅੱਗੇ ਚੇਲੇ ਸੀ ਉਹ ਆਪਣੇ ਅਜਮੇਰ ਵਾਲੇ ਤੇ ਨਿਜ਼ਾਮੁਦੀਨ ਵਾਲੇ ਇਹ ਹੁੰਦੇ ਨੇ। ਇੰਟਰਸਟਿੰਗਲੀ ਅਸੀਂ ਉੱਥੇ ਜਦੋਂ ਗਏ ਤਾਂ ਮੈਨੂੰ ਇਹ ਗੱਲ ਉੱਥੇ ਜਾ ਕੇ ਸਮਝ ਆਈ ਕਿ ਉੱਥੇ ਸਾਨੂੰ ਜਿਹੜੇ ਫਿਰਦੇ ਹੁੰਦੇ ਨੇ ਆਲੇ ਦੁਆਲੇ ਮਜ਼ਾਰਾਂ ਦੇ, ਉਹ ਕਹਿੰਦੇ ਜੀ ਤੁਸੀਂ ਦੇਖ ਕਰਾ ਲਓ। ਸਾਨੂੰ ਸਮਝ ਨਾ ਆਵੇ ਵੀ ਦੇਖ ਕਰਾ ਲਓ, ਮੱਥਾ ਟੇਕਣ ਨੂੰ ਉੱਥੇ ਉਹਨਾਂ ਦੇ ਹੁੰਦਾ ਨਹੀਂ, ਮੁਸਲਮਾਨਾਂ ਦੇ ਉਸ ਤਰੀਕੇ ਦਾ ਸੀ ਨਹੀਂ। ਮਜ਼ਾਰ ਸੀ, ਉਹਦੇ ਤੇ ਕੁਝ ਨਹੀਂ ਸੀ ਇਦਾਂ ਚੜ੍ਹਦਾ। ਉਹ ਕਹਿੰਦੇ ਜੀ ਦੇਖ ਕਰਾ ਲਓ, ਦੇਖ ਆਉਂਦੇ 10 ਬੰਦਿਆਂ ਨੂੰ, 15-20 ਨੂੰ ਤੁਸੀਂ ਰੋਟੀ ਖਿਲਾ ਦਿਓ। ਉਹ ਕਹਿੰਦੇ ਤੁਸੀਂ ਪੈਸੇ ਦੇ ਦਿਓ, ਤੁਹਾਡੇ ਸਾਹਮਣੇ ਅਸੀਂ ਗਰੀਬਾਂ ਨੂੰ ਬਿਠਾ ਕੇ ਰੋਟੀ ਖਿਲਾ ਦਾਂਗੇ। ਮੈਂ ਉੱਥੇ ਕੁਝ ਨੂੰ ਪੁੱਛਿਆ, ਬੇਸਿਕਲੀ ਜਿਹੜੀ ਲੰਗਰ ਦੀ ਪਰੰਪਰਾ ਤੇ ਦੇਖਦੀ ਹੈ ਐਕਚੁਅਲੀ ਸੂਫੀਆਂ 'ਚ ਵੀ ਸੀਗੀ ਪਹਿਲਾਂ। ਇਹ ਕਿਸੇ ਹੱਦ ਤੱਕ ਥੋੜੇ ਰੂਪ 'ਚ ਬੋਧੀਆਂ 'ਚ ਵੀ ਸੀਗੀ, ਪਰ ਉਹ ਉਸ ਤਰੀਕੇ ਦੇ ਨਾਲ ਵਿਕਸਿਤ ਨਹੀਂ ਹੋ ਸਕੀ ਕਹਿ ਸਕਦੇ ਹਾਂ ਅਸੀਂ। ਸੋ ਰੋਟੀ ਖਿਲਾਉਣਾ ਦਾਨ ਪੁੰਨ ਉਹਨਾਂ ਦਾ ਸਮਝਿਆ ਜਾਂਦਾ ਸੀ। ਪਰ ਇਹਨਾਂ ਦੀ ਜ਼ਿਆਦਾ ਜਿਹੜਾ ਸੂਫੀਆਂ ਦਾ ਜੇ ਤੁਸੀਂ ਦੇਖੋਗੇ ਜਾਂ ਯੋਗੀਆਂ ਦਾ ਵੀ ਜਾਂ ਪਹਿਲੇ ਰਿਸ਼ੀਆਂ ਦਾ ਵੀ ਦੇਖੋਗੇ, ਜਿਹੜਾ ਇਨਰ ਐਕਸਪੀਰੀਅੰਸ ਹੈ
ਜਿਹੜਾ ਬੰਦੇ ਦੇ ਅੰਦਰ ਉਹਦਾ ਆਤਮਿਕ ਅਨੁਭਵ ਹੈ ਜਿਹੜਾ, ਇਹਦੇ ਉੱਪਰ ਜ਼ੋਰ ਹੈ, ਬਾਹਰਲੀ ਦੁਨੀਆ ਤੇ ਜ਼ੋਰ ਨਹੀਂ ਹੈ। ਜਦੋਂ ਸੰਸਥਾ ਬਣ ਜਾਂਦੀ ਹੈ ਕਿਸੇ ਧਰਮ ਦੀ ਤਾਂ ਬਾਹਰਲੇ ਜਿਹੜੇ ਸਿੰਬਲ ਨੇ, ਹੋਰ ਚੀਜ਼ਾਂ ਤੇ, ਬਿਲਡਿੰਗਾਂ ਤੇ, ਯਾਦਾਂ ਤੇ, ਥਾਵਾਂ ਤੇ, ਨਾਵਾਂ ਤੇ, ਇਹਨਾਂ ਦੇ ਬੰਦਿਆਂ ਤੇ ਜ਼ੋਰ ਹੋ ਜਾਂਦਾ ਹੈ। ਇਹ ਸਾਰੇ ਧਰਮਾਂ 'ਚ ਇਵੇਂ ਹੀ ਹੋਇਆ, ਇਵੇਂ ਹੀ ਹੋ ਰਿਹਾ ਅਸਲ ਦੇ ਵਿੱਚ। ਸੋ ਪੰਜਾਬ ਦੇ ਵਿੱਚ ਪਹਿਲੀ ਪਰੰਪਰਾ ਜੇ ਅਸੀਂ ਦੇਖੀਏ ਅਦਵੈਤਿਜ਼ਮ ਹੈ ਜਿਹੜਾ ਵੈਦਿਕ। ਸੈਕੰਡ ਜਿਹੜੀ ਚੀਜ਼ ਆਉਂਦੀ ਹੈ ਅਸਲ ਦੇ ਵਿੱਚ ਉਹ ਬੋਧੀਆਂ ਦੀ ਹੈ। ਜੈਨੀ ਇੱਥੇ ਬੇਸ਼ੱਕ ਘੱਟ ਸੀ, ਪਰ ਜੈਨੀਆਂ ਦਾ ਵੀ ਵੇਦਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਡਿਫਰੈਂਸ ਰਿਹਾ। ਔਰ ਜੈਨ ਧਰਮ ਵੀ ਇੱਕ ਐਸਾ ਧਰਮ ਹੈ ਜਿਹੜਾ ਸਿਰਫ ਕੌਨਸ਼ੀਅਸਨੈਸ ਨੂੰ ਮੰਨਦਾ ਹੈ, ਰੱਬ ਨੂੰ ਨਹੀਂ ਮੰਨਦਾ। ਸੋ ਅੱਗੇ ਆ ਕੇ ਆਪਾਂ ਦੇਖਾਂਗੇ ਕਿ ਅੰਗਰੇਜ਼ਾਂ ਨੂੰ ਕੀ ਮੁਸ਼ਕਲ ਇਹਦੇ ਨਾਲ ਫਿਰ ਆਉਂਦੀ ਹੈ ਜਦੋਂ ਆ ਕੇ ਦੇਖਦੇ ਨੇ ਵੀ ਇਹ ਕੀ ਹੋਇਆ। ਆਪਾਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦੇ। ਉਸੇ ਇੱਕ ਟਾਈਮ ਲਗਭਗ 1100 ਜਾਂ 1200 ਦੇ ਵਿੱਚ ਹੀ ਭਗਤੀ ਮੂਵਮੈਂਟ ਸਟਾਰਟ ਹੋ ਜਾਂਦੀ ਹੈ। ਪਰ ਸਭ ਤੋਂ ਪਹਿਲਾਂ ਭਗਤ ਨਾਮਦੇਵ ਹੁੰਦੇ ਨੇ, ਫਿਰ ਸੈਕੰਡ ਰਾਮਾਨੰਦ ਹੈ, ਫਿਰ ਕਬੀਰ ਹੈ, ਫਿਰ ਰਵਿਦਾਸ ਜੀ ਨੇ। ਮਤਲਬ ਸਾਰੇ ਉਹ ਇੱਕ ਪੂਰੀ 5-6 ਸਦੀਆਂ ਦਾ ਇੱਕ ਪੂਰਾ ਸਿਲਸਿਲਾ ਹੈ ਜਿਹਦੇ ਵਿੱਚ ਜਿਹੜੀ ਹਿੰਦੂ ਧਰਮ ਦੀ ਬੇਸਿਕ ਬੁਨਿਆਦੀ ਫਿਲਾਸਫੀ ਹੈ ਜਾਤ ਪਾਤ ਦੀ ਤੇ ਉੱਚੇ ਨੀਵੇਂ ਹੋਣ ਦੀ ਕਿੱਤਿਆਂ ਦੇ, ਉਹਨੂੰ ਸਵਾਲ ਕੀਤਾ ਜਾਂਦਾ ਹੈ। ਪਰ ਸਾਰੇ ਭਗਤ ਨੇ ਜਿਹੜੇ ਸਦਨੇ ਤੋਂ ਲੈ ਕੇ ਉਹ ਕਸਾਈ ਸੀ, ਸਾਰੇ ਦੂਜੀਆਂ ਜਾਤਾਂ ਨੂੰ, ਔਰ ਜਿਨ੍ਹਾਂ ਨੇ ਕਿਹਾ, ਈਵਨ ਮੀਰਾ ਬਾਈ ਸੀ ਉਹਦੇ 'ਚ, ਉਹਨਾਂ ਨੇ ਕਿਹਾ ਕਿ ਤੁਸੀਂ ਕੌਣ ਹੋ ਵਿਚਾਲੇ ਬਾਹਮਣ, ਰੱਬ ਦੇ ਨਾਲ ਸਾਡਾ ਹੀ ਰਿਸ਼ਤਾ ਸਿੱਧਾ ਹੀ, ਕਿ ਜਿਹੜੀ ਗੋਡ ਨੂੰ ਐਕਸੈਸ ਹੈ ਜਿਹੜੀ, ਜਾਂ ਜਿਹੜੀ ਆਤਮਿਕ ਅਨੁਭਵ ਨੂੰ ਜਿਹੜੀ ਮਤਲਬ ਪ੍ਰਾਪਤੀ ਹੈ ਜਿਹੜੀ ਉਹਦੇ 'ਚ ਕਿਸੇ ਹੋਰ ਦੂਜੇ ਦਾ ਤਾਂ ਕੋਈ ਮਸਲਾ ਹੀ ਨਹੀਂ ਹੈ। ਇਹੀ ਸੂਫੀ ਕਹਿੰਦੇ ਸੀ। ਸੂਫੀਆਂ ਦੀ ਜਿੰਨੀ ਪੋਇਟਰੀ ਹੈ ਉਹ ਇਹੀ ਹੈ। ਉਹ ਕਹਿੰਦੇ ਜਿਹੜੇ ਇੰਸਟੀਟਿਊਸ਼ਨਲਾਈਜ਼ਡ ਮੁੱਲ ਹੈ ਜਿਹੜਾ ਕਹਿੰਦਾ ਵੀ ਮੈਂ ਵਿਚਾਲੇ ਰੱਬ ਤੇ ਬੰਦੇ ਦੇ ਵਿਚਾਲੇ ਮੈਂ ਕੋਈ ਚੀਜ਼ ਹਾਂ, ਪੁਜਾਰੀ ਜਿਹੜਾ ਵਰਗ ਹੈ, ਉਹ ਕਹਿੰਦੇ ਇਹਦਾ ਕੀ ਮਤਲਬ ਹੈ, ਇਹਨੂੰ ਤਾਂ ਪਤਾ ਹੀ ਕੁਝ ਨਹੀਂ ਹੈ ਇਸ ਗੱਲ ਦਾ। ਤਾਂ ਇਹ ਤਾਂ ਅਨੁਭਵ ਅੰਦਰ ਹੋਣਾ, ਅੰਦਰ ਤੁਸੀਂ ਕਿਸੇ ਤੇ ਵੜ ਕੇ ਕੀ ਕਰੋਗੇ। ਸੋ ਇਹ ਸਾਡੇ ਜਿਹੜੀ ਜਿਹਨੂੰ ਅਸੀਂ ਦਵੰਦ ਕਹਿੰਦੇ ਹਾਂ, ਇਹ ਸਾਡੇ ਮਤਲਬ ਸਾਰੇ ਵਿਚਾਰਧਾਰਾ ਜਿਹੜੀ ਪੰਜਾਬ ਦੇ ਜਿੰਨੀਆਂ ਵੀ ਡਿਵੈਲਪ ਹੋਈਆਂ ਉਹਨਾਂ ਦਾ ਆਧਾਰ ਹੈ ਅਸਲ ਦੇ ਵਿੱਚ ਇਹ। ਸੋ ਇਸ ਕਰਕੇ ਸਾਡੇ ਲੋਕਾਂ ਦੇ ਵਿੱਚ ਜਿਹੜਾ ਰੂਹਾਨੀ ਤੱਤ ਹੈ ਉਹ ਰਿਲੇਟਿਵਲੀ ਬਾਕੀ ਦੁਨੀਆ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਔਰ ਰੂਹਾਨੀ ਹੋਣ ਕਰਕੇ ਹੀ ਅਸੀਂ ਹਰ ਚੀਜ਼ ਨੂੰ ਕੁਐਸਚਨ ਕਰਦੇ ਹਾਂ। ਜਿਹਦੇ 'ਚ ਬਾਹਰਲੀ ਤਾਕਤ ਹੈ ਉਹ ਜ਼ਿਆਦਾ ਕੁਐਸਚਨ ਨਹੀਂ ਕਰ ਸਕਦਾ ਹੁੰਦਾ। ਇਸੇ ਕਰਕੇ ਸਾਡੇ ਕਲਚਰ ਦੇ ਵਿੱਚ ਐਂਟੀ ਇਸਟੈਬਲਿਸ਼ਮੈਂਟ ਜਜ਼ਬਾ ਜਿਹੜਾ ਉਹ ਬਹੁਤ ਜ਼ਿਆਦਾ ਹੈ। ਸੋ ਜਦੋਂ ਹੀ ਇਹ ਮਤਲਬ ਭਗਤੀ ਮੂਵਮੈਂਟ, ਸੂਫੀਜ਼ਮ, ਯੋਗੀਆਂ ਦਾ ਕਹਿ ਲਓ, ਇਹਨਾਂ ਤੋਂ ਬਾਅਦ ਦੇ ਵਿੱਚ ਇਮੀਡੀਏਟਲੀ ਜਦੋਂ ਬਾਬਰ ਦਾ ਹਮਲਾ ਹੁੰਦਾ ਉਦੋਂ ਗੁਰੂ ਨਾਨਕ ਸੀਨ ਤੇ ਆਉਂਦੇ ਨੇ। ਜਿਹੜਾ ਸਿੱਖੀਜ਼ਮ ਦੀ ਜਿਹੜੀ ਖਾਸੀਅਤ ਸੀਗੀ ਜਾਂ ਖਾਸੀਅਤ ਅੱਜ ਵੀ ਹੈ, ਉਹ ਡਿਫਰੈਂਸ ਇਹ ਹੈ ਕਿ ਅਸੀਂ ਤਾਂ ਕਈ ਵਾਰ ਇਹਨੂੰ ਬਿਲਕੁਲ ਸੀਮਿਤ ਕਰ ਲੈਂਦੇ ਹਾਂ। ਪਰ ਜੇ ਤੁਸੀਂ ਗੁਰਬਾਣੀ ਪੜ੍ਹੋ ਜਾਂ ਸਿੱਖੀਜ਼ਮ ਦਾ ਜਿਹੜਾ ਰੂਹਾਨੀ ਪੱਖ ਨੂੰ ਦੇਖੋ, ਬਾਕੀ ਛੱਡ ਲਈਏ ਜੇ ਅਸੀਂ, ਤਾਂ ਰੂਹਾਨੀ ਪੱਖ ਹੈ ਜਿਹੜਾ ਉਹਦੇ ਵਿੱਚ ਵੈਦਿਕ ਜਿਹੜੀ ਅਦਵੈਤਿਜ਼ਮ ਹੈ, ਜਿਹੜਾ ਯੋਗੀਆਂ ਦਾ ਮਤਲਬ ਨਿਰਵਾਣ, ਬੋਧੀਆਂ ਦਾ ਨਿਰਵਾਣ ਹੈ ਤੇ ਯੋਗੀਆਂ ਦੀ ਜਿਹੜੀ ਸਮਾਧੀ ਹੈ, ਉਹ ਸਾਰੇ ਤੱਤ ਨੇ ਜਿਹੜੇ ਸਪਿਰਚੁਅਲ ਤੱਤ ਉਹ ਸਿੱਖੀ 'ਚ ਸਮਾਏ ਹੋਏ ਨੇ। ਉਹਦੀ ਇੱਕ ਕਿਸਮ ਦੀ ਟਰਾਂਸਫਰਮੇਸ਼ਨ ਹੈ। ਸਿੱਖੀਜ਼ਮ ਦਾ ਫਰਕ ਸਿਰਫ ਇਹ ਰਿਹਾ ਜਦੋਂ ਕਿ ਦੂਜੇ ਜਿਹੜੇ ਧਰਮ ਸੀ ਉਹ ਕਾਸਟ ਸਿਸਟਮ ਦਾ ਜਾਂ ਸੋਸ਼ਲ ਸਿਸਟਮ ਦਾ ਅਲਟਰਨੇਟਿਵ ਨਹੀਂ ਦੇ ਸਕੇ, ਬੋਧੀ ਵੀ ਨਹੀਂ ਦੇ ਸਕੇ, ਯੋਗੀ ਵੀ ਨਹੀਂ ਦੇ ਸਕੇ। ਉਹਨਾਂ ਨੂੰ ਫਿਰ ਇਹਨਾਂ ਨੇ ਹੌਲੀ ਹੌਲੀ ਵੀ ਵਿਸ਼ਨੂੰ ਦਾ ਅਵਤਾਰ ਹੈ ਫਲਾਣਾ ਕਰਕੇ ਉਹਨੂੰ ਇਨਕਾਰਪੋਰੇਟ ਕਰ ਲਿਆ, ਜਿਹੜੀ ਇੰਟੈਲੈਕਚੁਅਲ ਕਲਾਸ ਸੀ ਪੁਜਾਰੀਆਂ ਦੀ ਉਹਨੇ। ਪਰ ਸਿੱਖੀਜ਼ਮ ਦੇ ਵਿੱਚ ਜਿਹੜੀਆਂ ਪਹਿਲੀਆਂ ਸੰਸਥਾਵਾਂ ਡਿਵੈਲਪ ਹੁੰਦੀਆਂ ਨੇ, ਹਾਲਾਂਕਿ ਸੰਸਥਾਈਕਰਨ ਅਜੇ ਵੀ ਸਿੱਖੀਜ਼ਮ ਦਾ ਚੱਲ ਰਿਹਾ ਹੈ, ਉਹ ਸੰਸਥਾਵਾਂ ਨਹੀਂ ਹਨ। ਉਹ ਜਿਹੜੀਆਂ ਪਹਿਲੀਆਂ ਸੰਸਥਾਵਾਂ ਜ਼ੁਲਮ ਤੇ ਮਤਲਬ ਕਹਿ ਲਓ ਸਪਰੈਸ਼ਨ ਤੇ ਧੱਕੇਸ਼ਾਹੀ ਤੇ ਸੰਸਥਾਈਕਰਨ ਤੇ ਖੜੀਆਂ ਨੇ, ਉਹਨਾਂ ਦੇ ਉਲਟ ਨੇ। ਜਿੱਥੇ ਅਨਟੱਚੇਬਿਲਟੀ ਹੈ ਉੱਥੇ ਉਹਨਾਂ ਨੇ ਸਰੋਵਰ ਬਣਾ ਦਿੱਤੇ ਕਿ ਸਾਰੇ ਹੀ ਨਾਓ। ਜਿੱਥੇ ਫੂਡ ਸ਼ੇਅਰਿੰਗ ਕਹਿੰਦੇ ਜੀ ਪਿੱਟਿਆ ਜਾਂਦਾ ਹੈ, ਖਾ ਨਹੀਂ ਸਕਦਾ, ਇਹਦੇ ਹੱਥੋਂ ਨਹੀਂ ਲੈਣਾ, ਕੱਚਾ ਖਾਣਾ ਪੱਕਾ ਖਾਣਾ, ਉਹਨਾਂ ਨੇ ਲੰਗਰ ਬਣਾ ਦਿੱਤਾ। ਜਿੱਥੇ ਮੰਦਿਰਾਂ ਦੇ ਵਿੱਚ ਇੱਕੋ ਹੀ ਪਾਸੇ ਤੁਸੀਂ ਪੁਜਾਰੀ ਦੀ ਵੀ ਪੂਜਾ ਕਰਕੇ ਜਾ ਸਕਦੇ ਸੀ, ਚਾਰੇ ਹੀ ਦਰਵਾਜ਼ੇ ਖੋਲ੍ਹਤੇ ਗੁਰਦੁਆਰਿਆਂ ਦੇ। ਹਾਲਾਂਕਿ ਹੁਣ ਤਾਂ ਚਾਰੇ ਪਾਸੇ ਹੀ ਵਰਛੇ ਵਾਲੇ ਖੜੇ ਹੁੰਦੇ ਨੇ। ਵੈਸੇ ਮੈਂ ਇੱਕ ਵਾਰੀ ਇੱਥੇ ਬਹਾਦਰਗੜ੍ਹ ਸਾਹਿਬ ਮੱਥਾ ਟੇਕਣ ਗਿਆ, ਸਾਡੇ ਇੱਥੇ ਗੁਰਜੰਟ ਜੀ ਜਾਣਦੇ ਨੇ, ਇੱਕ ਨਿਰਮਲੇ ਸੰਤ ਪ੍ਰੋਫੈਸਰ ਸੀਗੇ, ਮਿੱਤਰ ਸੀ ਮੇਰੇ ਢਿੱਲੋਂ ਸਾਹਿਬ। ਮੈਨੂੰ ਉਹਨਾਂ ਦੇ ਨਾਲ ਮੈਂ ਗਿਆ, ਮੈਂ ਉਹਨਾਂ ਨੂੰ ਪੁੱਛਿਆ ਸੀ, ਉਹਨਾਂ ਨੂੰ ਗੁਰੂ ਜੀ ਕਹਿੰਦੇ ਸੀ ਹਾਸੇ 'ਚ। ਮੈਂ ਕਿਹਾ ਗੁਰੂ ਜੀ, ਮੈਂ ਜਦੋਂ ਜਾ ਕੇ ਮੱਥਾ ਟੇਕਦਾ ਪਹਿਲਾਂ ਤਾਂ ਵਰਛੇ ਵਾਲਾ ਖੜਾ ਹੁੰਦਾ ਜਿਹੜਾ ਕਿ ਮੈਨੂੰ ਲੱਗਦਾ ਵੀ ਇਹ ਕਿਲ੍ਹਾ ਹੈ ਜਾਂ ਗੁਰਦੁਆਰਾ ਹੈ। ਜਦੋਂ ਮੈਂ ਜਾ ਕੇ ਮੈਂ ਕਿਹਾ ਮੱਥਾ ਟੇਕਦਾ ਤਾਂ ਮੈਨੂੰ ਇਹ ਦੱਸੋ, ਉਹ ਤੋਂ ਪਹਿਲਾਂ ਗੋਲਕ ਹੁੰਦੀ ਹੈ, ਫਿਰ ਉਹ ਤੋਂ ਅੱਗੇ ਹਥਿਆਰ ਪਏ ਹੁੰਦੇ ਨੇ,
ਉਹ ਤੋਂ ਅੱਗੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਉਹਦੇ ਅੱਗੇ ਪਿੱਛੇ ਬੰਦਾ ਬੈਠਾ ਹੁੰਦਾ, 4 ਚੀਜ਼ਾਂ ਹੁੰਦੀਆਂ ਨੇ। ਮੈਂ ਕਿਹੜੀ ਨੂੰ ਮੱਥਾ ਟੇਕਦਾ? ਮੈਂ ਆਪਣਾ ਸਿਰ ਝੁਕਾਉਣਾ ਤਾਂ ਕਿਹਦੇ ਅੱਗੇ ਝੁਕਾਵਾਂ ਇਹਨਾਂ ਦੇ ਵਿੱਚੋਂ? ਉਹ ਸਿਆਣੇ ਬੰਦੇ ਸੀ, ਉਹ ਹਰਿਦੁਆਰ ਰਹੇ ਸੀ ਬਹੁਤ ਜ਼ਿਆਦਾ, ਉਹਨਾਂ ਨੇ ਸਾਧਾਂ ਦਾ ਬੜਾ ਰੂਪ ਦੇਖੇ ਹੋਏ ਸੀ। ਉਹ ਕਹਿੰਦੇ ਗੱਲ ਇਹ ਹੈ ਵੀ ਮਕਸਦ ਕੀ ਹੈ ਆਪਣਾ ਆਉਣ ਦਾ? ਜੇ ਤਾਂ ਆਪਣਾ ਮਕਸਦ ਆਉਣਾ ਹੈ ਰੱਬ ਨੂੰ ਮੱਥਾ ਟੇਕਣ ਦਾ, ਫਿਰ ਤਾਂ ਰੱਬ ਇਹਨਾਂ ਸਾਰਿਆਂ 'ਚ ਹੀ ਹੈਗਾ ਹੈ। ਪਰ ਉਹਨੇ ਰੂਪ ਧਾਰੇ ਕਿਉਂ, ਇਹਨੂੰ ਵਰਛਾ ਲਈ ਕਿਉਂ ਖੜਾ ਹੈ ਉਹਨੂੰ ਪਤਾ ਹੈ। ਜਾਂ ਜਿਹੜਾ ਵਰਛੇ ਵਾਲਾ ਹੈ ਜਾਂ ਜਿਹੜਾ ਪਿੱਛੇ ਬੈਠਾ ਹੈ, ਉਹ ਕਹਿੰਦੇ ਵੀ ਮੈਂ ਇਹੋ ਜਿਹੇ ਦੇਖੇ ਨੇ ਜਿਹੜੇ ਗੋਲਕ ਦੇ ਵਿੱਚੋਂ ਸਾਈਕਲ ਦੇ ਗਾਜ ਨੂੰ ਗੋਂਦ ਲਾ ਕੇ ਪੈਸੇ ਕੱਢਦੇ ਵੀ ਮੈਂ ਦੇਖੇ ਨੇ। ਉਹ ਕਹਿੰਦਾ ਉਹਨਾਂ ਨੂੰ ਆਪੇ ਨਹੀਂ ਜਿੱਠੂਗਾ, ਆਪਾਂ ਤਾਂ ਮੱਥਾ ਟੇਕਣਾ ਆ। ਜੇ ਅਸੀਂ ਧਿਆਨ ਇਹਨਾਂ ਚੀਜ਼ਾਂ 'ਚ ਲਾ ਲਿਆ ਵੀ ਸਾਡਾ ਪਰਪਸ ਖਤਮ ਹੋ ਜਾਊਗਾ। ਉਹ ਆਪਣੀ ਜਗ੍ਹਾ ਠੀਕ ਸੀਗੇ, ਪਰ ਜਿਹੜਾ ਆਤਮਿਕ ਅਨੁਭਵ ਹੈ ਸਾਡੇ, ਉਸ ਚੀਜ਼ ਨੂੰ ਛੱਡ ਕੇ ਜਦੋਂ ਵੀ ਸੰਸਥਾਈਕਰਨ ਹੋਇਆ ਤਾਂ ਧਰਮ ਦੀ ਗਿਰਾਵਟ ਸ਼ੁਰੂ ਹੋ ਜਾਂਦੀ ਹੈ ਉਸੇ ਦਿਨ। ਇਹ ਜਿੰਨਾ ਮਰਜ਼ੀ ਇਹਦੇ ਤੇ ਤੁਸੀਂ ਸਾਲਾਂ ਦਰ ਸਾਲ ਇਹਦੇ ਤੇ ਬੋਲਿਆ ਜਾ ਸਕਦਾ ਹੈ, ਪਰ ਸਾਡੀ ਜਿਹੜੀ ਖਾਸੀਅਤ ਹੈ ਬਾਕੀ ਦੁਨੀਆ ਦੇ ਨਾਲੋਂ ਇਹ ਹੈ ਕਿ ਇੱਥੇ ਪਰੰਪਰਾਵਾਂ ਬਹੁਤ ਹੋਈਆਂ। ਕ੍ਰਿਸਚੀਅਨਟੀ ਦੇ ਵਿੱਚ 1-2 ਹੀ ਹੋਈਆਂ, ਪ੍ਰੋਟੈਸਟੈਂਟ ਤੇ ਕੈਥੋਲਿਕ, ਲੜ ਮਰ ਗਏ ਉਹਨੇ ਚ ਹੀ। ਸਾਡੇ ਲੋਕਾਂ ਨੂੰ ਇਹ ਅਨੁਭਵ ਹੋ ਗਿਆ ਕਿ ਸਾਰਾ ਕੁਝ ਰਿਲੇਟਿਵ ਹੈ। ਜੇ ਸਾਨੂੰ ਇੱਕੋ ਹੀ ਐਕਸਪੀਰੀਅੰਸ ਹੋਵੇ, ਇੱਕੋ ਹੀ ਜਗ੍ਹਾ ਅੱਖਾਂ ਖੋਲੀਆਂ ਹੋਣ, ਸਾਨੂੰ ਉਹੀ ਸੱਚ ਲੱਗੂਗਾ, ਉਹੀ ਦਰਸ਼ਨ ਹੋਏ ਹੋਣਗੇ। ਸਾਨੂੰ ਤਾਂ ਕੁਦਰਤ ਨੇ ਇੱਥੇ ਐਸਾ ਡਿਜ਼ਾਈਨ ਬਣਾਇਆ ਹੋਇਆ ਥੀਏਟਰ ਦਾ ਕਿ ਬੜੇ ਦਰਸ਼ਨ ਹੁੰਦੇ ਨੇ। ਇੱਕ ਦਿਨ ਇੱਕ ਬੰਦਾ ਹੀਰੋ ਹੁੰਦਾ, ਦੂਏ ਦਿਨ ਜ਼ੀਰੋ ਹੋ ਜਾਂਦਾ। ਮਤਲਬ ਕਿੰਨੇ ਹੀ ਅਸੀਂ ਆ, ਹੁਣ ਤਾਂ ਖਾਸ ਕਰਕੇ ਤੁਹਾਡੀ ਜਨਰੇਸ਼ਨ ਤਾਂ ਜ਼ਿਆਦਾ ਹੀ ਬਲੈਸਡ ਹੈ ਕਿ ਸਵੇਰੇ ਹੀਰੋ ਹੁੰਦਾ, ਸ਼ਾਮ ਨੂੰ ਜ਼ੀਰੋ ਹੋ ਜਾਂਦਾ ਹੈ। ਮਤਲਬ ਜਿਹੜਾ ਇੰਨਾ ਐਕਸਪੀਰੀਅੰਸ ਹੈ ਇਹ ਅੰਦਰ ਟਰਬਲ ਬੜੀ ਪੈਦਾ ਕਰਦਾ ਹੈ। ਪਰ ਸਾਡੇ ਜਿਹੜੇ ਬਜ਼ੁਰਗ ਸੀ ਜਾਂ ਐਂਸੈਸਟਰ ਸੀ, ਗੁਰੂ ਨਾਨਕ ਸੀ ਜਾਂ ਜਿੰਨੇ ਵੀ ਗੁਰੂ ਹੋਏ, ਉਹਨਾਂ ਨੇ ਇਹਨਾਂ ਸਵਾਲਾਂ ਨਾਲ 2-4 ਹੋਏ ਤੇ ਜਿਹੜੀ ਗੁਰਬਾਣੀ ਜਾਂ ਜਿਹੜੀ ਰਚਨਾ ਕੀਤੀ ਉਹ ਇਹਦੇ ਚੋਂ ਹੋਈ ਹੈ ਅਸਲ ਦੇ ਵਿੱਚ। ਸੋ ਸਿੱਖੀ ਤੇ ਆਪਾਂ ਕਿਤੇ ਫੇਰ ਲੈਕਚਰ ਕਰਾਂਗੇ, ਮੈਂ ਮੁਕਾਉਣ ਤੇ ਆਉਣਾ ਕਿਉਂਕਿ ਅੰਗਰੇਜ਼ਾਂ ਦਾ ਵੀ ਥੋੜਾ ਜਿਹਾ ਹਿਸਾਬ ਕਰਨਾ ਆਪਾਂ। ਸਿੱਖੀ ਦੇ ਵਿੱਚ 10 ਗੁਰੂ ਨੇ, 10 ਗੁਰੂਆਂ ਤੋਂ ਬਾਅਦ ਬੰਦਾ ਬਹਾਦਰ ਜੀ ਆ ਜਾਂਦੇ ਨੇ। 1469 ਦੇ ਵਿੱਚ ਗੁਰੂ ਨਾਨਕ ਦੇਵ ਜੀ ਪੈਦਾ ਹੁੰਦੇ ਨੇ। 1530 ਤੱਕ ਸਿੱਖੀ ਦਾ ਉਹਨਾਂ ਨੇ ਜੋ ਕਰਨਾ ਸੀ ਉਹਨਾਂ ਨੇ ਕੀਤਾ। ਬੜਾ ਸਿੰਪਲ ਫਾਰਮੂਲਾ, ਗੁਰੂ ਨਾਨਕ ਦੀ ਜ਼ਿੰਦਗੀ ਬਹੁਤ ਸਪਸ਼ਟ ਹੈ। ਉਹ ਹਰ ਜਗ੍ਹਾ ਗਏ ਜਿੱਥੇ ਸੰਸਥਾਈ ਧਰਮ ਸੀਗਾ, ਹਰਿਦੁਆਰ ਵੀ, ਯੋਗੀਆਂ ਕੋਲ ਵੀ, ਮੱਕੇ ਵੀ, ਹਰ ਜਗ੍ਹਾ ਜਾ ਕੇ ਉਹਨਾਂ ਨੇ ਸਵਾਲ ਕੀਤਾ, ਸੰਵਾਦ ਰਚਾਇਆ, ਇੱਜ਼ਤ ਦੇ ਨਾਲ, ਪਿਆਰ ਦੇ ਨਾਲ ਉਹਨੂੰ ਕਿਹਾ ਕਿ ਭਾਈ ਤੁਹਾਡਾ ਧਰਮ ਤਾਂ ਇਹ ਕਹਿੰਦਾ ਕਰ, ਤੁਸੀਂ ਉਲਟ ਰਹੇ ਹੋ। ਮੈਨੂੰ ਡਰ ਲੱਗਦਾ ਹੈ ਕਿ ਜੇ ਗੁਰੂ ਨਾਨਕ ਅੱਜ ਆ ਜਾਵੇ ਕਿਤੇ ਮੱਕੇ ਦੀ ਤਰ੍ਹਾਂ ਗੋਲਡਨ ਟੈਂਪਲ ਦੇ ਵਿੱਚ ਗ੍ਰੰਥ ਸਾਹਿਬ ਵੱਲ ਪੈਰ ਕਰਕੇ ਸੌਂ ਜਾਵੇ, ਮੈਨੂੰ ਨਹੀਂ ਪਤਾ ਉਹਦਾ ਕੀ ਹਾਲ ਹੋਊਗਾ। ਇਹ ਤਾਂ ਉਹਨਾਂ ਦੀ ਆਤਮਿਕ ਸ਼ਕਤੀ ਹੋਣੀ ਹੈ ਜਾਂ ਉਹਨਾਂ ਬੰਦਿਆਂ ਦੀ ਸਹਿਣਸ਼ੀਲਤਾ ਹੋਣੀ ਹੈ ਕਿ ਉੱਥੇ ਸੰਵਾਦ ਰਚਿਆ ਗਿਆ। ਹੁਣ ਅੱਜ ਕੱਲ੍ਹ ਤਾਂ ਸੰਵਾਦ ਦਾ ਵੀ ਸਕੋਪ ਖਤਮ ਹੋਇਆ ਲਗਭਗ, ਪਰ ਉਹਨਾਂ ਨੇ ਸਾਰੇ ਥਾਈਂ ਜਾ ਕੇ ਦਿੱਲੀ ਦੱਖਣ ਘੁੰਮ ਕੇ ਅਖੀਰ ਕੀ ਕੀਤਾ? ਇੱਕ ਪਿੰਡ ਦੇ ਵਿੱਚ ਰਹਿ ਕੇ ਆਪਣੇ ਸੰਨਿਆਸੀ ਵਾਲਾ ਬੇਸ ਲਾ ਕੇ ਪਾਸੇ ਛੱਡਤਾ, ਖੇਤੀ ਕੀਤੀ ਆਰਾਮ ਨਾਲ। ਔਰ ਗੁਰਬਾਣੀ 'ਚ ਵੀ ਲਿਖਿਆ ਵੀ ਉੱਤਮ ਖੇਤੀ ਮੱਧਮ ਵਪਾਰ। ਮਤਲਬ ਜਿਹੜੀ ਸ਼ਹਿਰੀ ਕਹਿ ਲਓ ਸਭਿਅਤਾ ਹੈ ਉਹਨੂੰ ਰਿਜੈਕਟ ਕਰਕੇ ਉਹਨਾਂ ਨੇ ਪੇਂਡੂ ਸਭਿਅਤਾ, ਪੇਂਡੂ ਭਾਈਚਾਰਾ, ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਸਿਧਾਂਤ ਦਿੱਤਾ। ਔਰ 10 ਗੁਰੂਆਂ ਨੇ ਲਗਭਗ, ਆਪਾਂ ਬਹੁਤ ਡਿਟੇਲ 'ਚ ਨਹੀਂ ਜਾਂਦੇ, ਉਹਨੂੰ ਕਰਿਆ। ਜਿਉਂ-ਜਿਉਂ ਸਾਧਨ ਬਣੇ, ਜਿਉਂ ਸੰਸਥਾਈਕਰਨ ਹੋਇਆ ਤੇ ਉਹਦਾ ਵਿਰੋਧ ਵੀ ਸ਼ੁਰੂ ਹੋਇਆ, ਜ਼ੁਲਮ ਹੋਇਆ, ਸ਼ਹਾਦਤਾਂ ਹੋਈਆਂ, ਬੜਾ ਕੁਛ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਬੰਦਾ ਬਹਾਦਰ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇੱਥੇ ਆਉਂਦਾ ਹੈ। ਲੜਾਈ ਚੱਲਦੀ ਹੈ। 1799 ਦੇ ਵਿੱਚ ਸਿੱਖ ਰਾਜ ਸਥਾਪਿਤ ਹੋ ਜਾਂਦਾ ਹੈ। ਰਣਜੀਤ ਸਿੰਘ ਰਾਜ ਕਰਦਾ 50 ਸਾਲ ਤੇ 1845 ਦੇ ਵਿੱਚ ਅੰਗਰੇਜ਼ਾਂ ਨਾਲ ਲੜਾਈ ਲੱਗਦੀ ਹੈ। 1850 ਚ ਅੰਗਰੇਜ਼ ਆ ਜਾਂਦੇ ਨੇ। ਸਿੱਖੀ ਦੀਆਂ ਜਿਹੜੀਆਂ ਸੰਸਥਾਵਾਂ ਨੇ ਤੁਹਾਡੇ ਸਾਹਮਣੇ ਨੇ, ਮੈਂ ਕੁਝ ਨਹੀਂ ਕਹਿੰਦਾ। ਰਾਜ ਦੀ ਜਿਹੜੀ ਸੰਸਥਾ ਸਿੱਖੀ ਦੀ ਬਣੀ ਉਹ ਵੀ ਆਪਾਂ ਨੂੰ ਲਗਭਗ ਹਿਸਟਰੀ ਪਤਾ ਹੈ ਉਸ ਤਰੀਕੇ ਦੇ ਨਾਲ ਕਿ ਕਿਸ ਤਰੀਕੇ ਨਾਲ ਖੁਦ ਲੜ ਮਰੇ ਇੱਕ ਦੂਜੇ ਨਾਲ। ਉਹਦੇ 'ਚ ਸਿੱਖ ਰੂਹਾਨੀਅਤ ਦਾ ਤੱਤ ਬਹੁਤ ਘੱਟ ਸੀ। ਇਹ ਸਾਰੇ ਧਰਮਾਂ ਵਾਲੀ ਉਹ ਟ੍ਰੈਜਡੀ ਸਿੱਖਾਂ ਨਾਲ ਵੀ ਵਾਪਰੀ ਕਿ ਜਦੋਂ ਤੁਸੀਂ ਰੂਹਾਨੀਅਤ ਛੱਡਤੀ ਤਾਂ ਸੰਸਥਾਵਾਂ ਦੇ ਵਿੱਚ ਲੱਗ ਗਏ। ਸੰਸਥਾਵਾਂ ਦੇ ਵਿੱਚ ਪ੍ਰਾਪਰਟੀ ਆ ਗਈ, ਪ੍ਰਾਪਰਟੀ ਦੇ ਉੱਪਰ ਪ੍ਰਾਪਰਟੀ ਡੀਲਰ ਆ ਜਾਂਦੇ ਨੇ। ਅੱਜ ਵੀ ਇਹ ਹੋ ਰਿਹਾ, ਚਾਹੇ ਉਹ SGPC ਹੈ ਚਾਹੇ ਕੁਛ ਹੈ, ਤੁਸੀਂ ਦੇਖ ਲਓ। ਅੰਗਰੇਜ਼ ਜਦੋਂ ਆਏ ਤਾਂ ਇੱਕ ਵੱਖਰਾ ਅਨੁਭਵ ਸੀ। ਇਸੇ ਕਰਕੇ ਪੰਜਾਬ ਦੀ ਜਿਹੜੀ ਹੋਣੀ ਹੈ ਉਹਦਾ ਜੇ ਤੁਸੀਂ ਹਿਸਟਰੀ ਨੂੰ ਜਾਂ ਪੰਜਾਬ ਦੀ ਜਿਹੜੀ ਉਹਨੂੰ ਸਮਝਣਾ ਹੋਵੇ ਤਾਂ ਇਹਦੇ 'ਚ ਇਹ ਬਹੁਤ ਇੰਪੋਰਟੈਂਟ ਤੱਤ ਹੈ। ਅੰਗਰੇਜ਼ ਇੱਕ ਕੌਮ ਸੀ, ਗੋਰੇ ਲੋਕ ਸੀ, ਇੱਕੋ ਹੀ ਧਰਮ ਸੀ ਉਹਨਾਂ ਦਾ,
ਇੱਕੋ ਹੀ ਕਿਸਮ ਦਾ ਅਨੁਭਵ ਸੀ। ਉਹਨਾਂ ਦੇ ਖਾਨੇ 'ਚ ਨਹੀਂ ਸੀ ਕਿ ਇੰਨੇ ਧਰਮ ਵੀ ਹੋ ਸਕਦੇ ਨੇ, ਇੰਨੀਆਂ ਭਾਸ਼ਾਵਾਂ ਹੋ ਸਕਦੀਆਂ ਨੇ, ਲੋਕ ਇੰਨੀ ਕਿਸਮ ਦੇ ਹੋ ਸਕਦੇ ਨੇ। ਸੋ ਸਪਿਰਿਚੁਅਲੀ ਜਾਂ ਕਲਚਰਲੀ ਜਾਂ ਐਕਸਪੀਰੀਅੰਸ ਵਾਈਜ਼ ਦੇ ਵਰ ਵੈਰੀ ਪੂਅਰ, ਪਰ ਕਿਉਂਕਿ ਐਡਮਿਨਿਸਟ੍ਰੇਟਿਵਲੀ ਉਹ ਬੜੇ ਐਕਸਪਰਟ ਸੀ, ਸੰਸਥਾਵਾਂ ਦੇ ਉਹ ਮਾਸਟਰ ਸੀ। ਉਹਨਾਂ ਨੇ ਜਿਹੜੀਆਂ ਸੰਸਥਾਵਾਂ ਬਣਾਈਆਂ ਅਸੀਂ ਅਜੇ ਤੱਕ ਭੁਗਤ ਰਹੇ ਹਾਂ ਉਹੀ। ਸਾਡੇ ਸੰਸਥਾਈਕਰਨ ਦਾ ਰਿਵਾਜ ਹੀ ਕੋਈ ਨਹੀਂ ਸੀ। ਇਸ ਕਰਕੇ ਸਭ ਤੋਂ ਲੇਟ ਇੰਡੀਆ ਤੋਂ ਉਹ ਇੱਥੇ ਆਏ। ਉੱਥੇ ਤਾਂ ਉਹਨਾਂ ਨੂੰ ਮੁਸ਼ਕਿਲ ਨਹੀਂ ਆਈ ਕੋਈ, ਉੱਥੇ ਕਾਸਟ ਸਿਸਟਮ ਦਾ ਬਣਿਆ ਹੁੰਦਾ ਸੀ ਪ੍ਰਬੰਧ, ਕਿਸੇ ਰਾਜੇ ਨੂੰ ਵੀ ਮੁਸ਼ਕਿਲ ਨਹੀਂ ਆਈ। ਉਹ ਕਪੂਰ ਸਾਹਿਬ ਦੀ ਬਿਲਕੁਲ ਗੱਲ ਠੀਕ ਹੈ ਕਿ 90% ਤਾਂ ਗੁਲਾਮ ਹੀ ਹੁੰਦੇ ਸੀ, ਜਿਹੜਾ ਆਇਆ ਉਹਨੇ ਬੈਠਣਾ ਹੀ ਹੈ, ਉਹਨਾਂ ਨੇ ਗੋਡੇ ਕੁੱਟਣੇ ਸ਼ੁਰੂ ਕਰ ਦੇਣੇ ਨੇ। ਇੱਥੇ ਸਿਆਪਾ ਪੈਂਦਾ ਸੀ, ਇੱਥੇ ਗੋਡੇ ਤੋੜਨ ਵਾਲੇ ਜ਼ਿਆਦਾ ਸੀ ਕੁੱਟਣ ਨਾਲੋਂ। ਅੰਗਰੇਜ਼ਾਂ ਨੂੰ ਵੀ ਬੜੀ ਮੁਸ਼ਕਿਲ ਆਈ। ਸਭ ਤੋਂ ਵੱਡੀ ਰੈਜ਼ਿਸਟੈਂਸ ਇੱਥੇ ਹੀ ਹੋਈ ਅੰਗਰੇਜ਼ਾਂ ਨੂੰ। ਪਹਿਲਾਂ ਲੜਾਈ 'ਚ ਹੋਈ, ਉਹਨਾਂ ਨੇ ਕਬਜ਼ਾ ਕਰ ਲਿਆ, 1850 'ਚ ਐਨੈਕਸੇਸ਼ਨ ਹੋਈ, ਪਰ ਉਹ ਸਮਝ ਗਏ ਸੀ ਇਹ ਗੱਲ ਨੂੰ ਕਿ ਲੋਕਾਂ ਦੇ ਮਨ ਬਦਲਣੇ ਬੜੇ ਜ਼ਰੂਰੀ ਨੇ। ਲੀਟਨਰ ਦੀ ਕਿਤਾਬ ਹੈ, ਤੁਸੀਂ ਪੜ੍ਹਿਓ, ਐਬੋਰੀਜਨ ਐਜੂਕੇਸ਼ਨ। ਉਹਦੇ ਮੁਤਾਬਕ ਪੰਜਾਬ ਰਣਜੀਤ ਸਿੰਘ ਦੇ ਟਾਈਮ 'ਚ ਸਭ ਤੋਂ ਲਿਟਰੇਟ ਸੀ। ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਦੇ ਵਿੱਚ ਐਜੂਕੇਸ਼ਨ ਦਿੱਤੀ ਜਾਂਦੀ ਸੀ, ਲੜਕੀਆਂ ਨੂੰ ਵੀ ਦਿੱਤੀ ਜਾਂਦੀ ਸੀ। ਉਹਨਾਂ ਨੇ ਉਹ ਲੋਕਲ ਐਜੂਕੇਸ਼ਨ ਖਤਮ ਕਰੀ। ਕਾਇਦਾ ਨੂਰ ਉਹਨੂੰ ਕਹਿੰਦੇ ਸੀ ਕਿ ਕਾਇਦਾ ਭੇਜਿਆ ਜਾਂਦਾ ਸੀ, ਸਾਰੇ ਪਿੰਡ ਨੂੰ ਕਿਹਾ ਜਾਂਦਾ ਸੀ ਕਿ ਲਿਖੋ। ਜਦੋਂ ਸਾਰੇ ਲਿਖਣਾ ਸਿੱਖ ਕੇ ਤਾਂ ਅਗਲੇ ਪਿੰਡਾਂ ਨੂੰ ਵੀ ਬਣਾ ਕੇ ਲਿਖ ਕੇ ਭੇਜੋ। ਸੋ ਲਿਖ ਪੜ੍ਹ ਸਾਰੇ ਸਕਦੇ ਸੀ। ਅੰਗਰੇਜ਼ਾਂ ਨੇ ਆ ਕੇ ਖਤਮ ਕੀਤਾ ਪਹਿਲਾਂ, ਉਹਨੇ ਆਪਣੀ ਐਜੂਕੇਸ਼ਨ ਸ਼ੁਰੂ ਕਰੀ। ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਸਾਡੀ ਜਿਹੜੀ ਮਿਡਲ ਕਲਾਸ ਪੈਦਾ ਹੋਈ। ਮੈਂ ਪੁੱਛੂੰਗਾ ਇਹਨਾਂ ਨੂੰ ਜੇ ਇੱਕ ਲੈਕਚਰ, ਉਹਦਾ ਪੰਜਾਬੀ ਲਿਟਰੇਚਰ ਤੇ ਬਹੁਤ ਮਾੜਾ ਅਸਰ ਹੋਇਆ ਬਾਅਦ ਦੇ ਵਿੱਚ। ਛਾਪਾਖਾਨਾ ਜਦੋਂ ਆਇਆ, ਉਹ ਵੀ ਇੱਕ ਆਪਣੇ ਆਪ 'ਚ ਪੂਰਾ ਇੱਕ ਟੌਪਿਕ ਹੈ। ਸੋ ਜਦੋਂ ਉਹਨਾਂ ਨੇ ਇੱਥੇ ਆ ਕੇ ਇੱਕ ਮਿਡਲ ਕਲਾਸ ਪੈਦਾ ਕਰ ਲਈ, ਸਾਡੇ ਜਿਹੜੇ ਉਹ ਲੋਕ ਪੈਦਾ ਹੋਏ ਉਹਨਾਂ ਨੇ ਲਹਿਰਾਂ ਚਲਾਈਆਂ। ਆਰੀਆ ਸਮਾਜ ਲਹਿਰ ਚੱਲੀ, ਸਿੰਘ ਸਭਾ ਲਹਿਰ ਚੱਲੀ, ਮੁਸਲਮਾਨਾਂ 'ਚ ਅਹਿਮਦੀਆਂ ਦੀ ਲਹਿਰ ਚੱਲੀ, ਤੇ ਅੰਗਰੇਜ਼ਾਂ ਦੇ ਖਿਲਾਫ ਜਿਹੜੀਆਂ ਲਹਿਰਾਂ ਚੱਲੀਆਂ ਹਿਸਟਰੀ 'ਚ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਮਿਲਦਾ। ਨਾਮਧਾਰੀਆਂ ਦੀ ਲਹਿਰ ਸੀ, ਬੱਬਰ ਅਕਾਲੀਆਂ ਦੀ ਸੀ, ਬਾਅਦ ਵਿੱਚ ਗਦਰੀਆਂ ਦੀ ਹੋਈ। ਚਲੋ ਭਗਤ ਸਿੰਘ ਹੋਣੀ ਤਾਂ ਬਾਅਦ 'ਚ ਆਉਂਦੇ ਨੇ। ਨਾਮਧਾਰੀਆਂ ਬਾਰੇ ਮੈਨੂੰ ਕੱਖ ਨਹੀਂ ਸੀ ਪਤਾ। ਸਾਡੇ ਪਿੰਡ ਦੇ ਨਾਲ ਹੀ ਭੈਣੀ ਸਾਹਿਬ ਹੈ। ਸਤਿਗੁਰੂ ਜਗਜੀਤ ਸਿੰਘ ਨਾਲ ਮੇਰੀ ਇੱਕ ਵਾਰ ਗੱਲ ਹੋਈ। ਉਹ ਕਹਿੰਦੇ ਯਾਰ ਗੱਲ ਇਹ ਹੈ ਵੀ ਅਸੀਂ ਤਾਂ ਪੜ੍ਹੇ ਨਹੀਂ ਅੰਗਰੇਜ਼ੀ, ਅਸੀਂ ਦੱਸ ਨਹੀਂ ਸਕੇ ਲੋਕਾਂ ਨੂੰ ਵੀ ਸਾਨੂੰ ਕੀ ਮੁਸ਼ਕਿਲ ਆਈ ਜਾਂ ਕੀ ਹੋਇਆ। ਤੁਸੀਂ ਤਾਂ ਪੜ੍ਹੇ ਲਿਖੇ ਲੋਕ ਹੋ, ਤੁਸੀਂ ਕਰੋ ਸਾਡੀ ਮਦਦ। ਉਹਨੇ ਮੈਨੂੰ ਕਿਤਾਬ ਦੱਸੀ। ਅਸੀਂ ਗੰਡਾ ਸਿੰਘ ਸਾਡਾ ਸਭ ਤੋਂ ਰਿਸਪੈਕਟਡ ਇਸ ਹਿਸਟਰੀ ਡਿਪਾਰਟਮੈਂਟ ਦਾ ਸਭ ਤੋਂ ਪਹਿਲਾ ਜਿਹੜਾ ਆਰਕੀਟੈਕਟ ਸੀ, ਉਹਦੀ ਕਿਤਾਬ ਹੈ ਕੂਕਿਆਂ ਦੀ ਵਿਥਿਆ। ਮੈਂ ਉਹ ਪੜ੍ਹੀ ਹੋਈ ਸੀ। ਉਹ ਮੈਨੂੰ ਕਹਿੰਦੇ ਵੀ ਤੁਸੀਂ ਅਮਰ ਭਾਰਤੀ ਦੀ ਕਿਤਾਬ ਪੜ੍ਹਿਓ, ਸਿੱਖ ਇਤਿਹਾਸ ਤੇ ਕੂਕੇ। ਮੈਂ ਜਦੋਂ ਪੜ੍ਹੀ ਤਾਂ ਉਦੋਂ ਮੇਰੀਆਂ ਅੱਖਾਂ ਖੁੱਲੀਆਂ ਕਿ ਸਿੰਘ ਸਭਾ ਦਾ ਚਲਾਈ ਹੋਈ ਨਾਮਧਾਰੀਆਂ ਦੇ ਖਿਲਾਫ ਅੰਗਰੇਜ਼ਾਂ ਨੇ ਸੀ ਲਹਿਰ, ਗੁਰਮੁਖ ਸਿਆਣਾਂ ਨੇ। ਜਿਹੜੇ ਸਾਡੇ ਪੜ੍ਹੇ ਲਿਖੇ ਲੋਕ ਸੀ ਉਹਨਾਂ ਨੂੰ ਮਾਨਸਿਕ ਤੌਰ ਤੇ ਅੰਗਰੇਜ਼ਾਂ ਨੇ ਗੁਲਾਮ ਬਣਾ ਲਿਆ। ਅਸੀਂ ਵੀ ਜਿਹੜੇ ਲੋਕ ਹਾਂ, ਅਸੀਂ ਵੀ ਅੱਧੇ ਅੰਗਰੇਜ਼ ਹਾਂ। ਅਸੀਂ ਇਸ ਗੱਲ ਬਾਰੇ ਅਵੇਅਰ ਨਹੀਂ ਹਾਂ ਕਿ ਅਸੀਂ ਸਾਡੇ ਉੱਪਰ ਅੰਗਰੇਜ਼ ਦਾ ਰਾਜ ਅਜੇ ਵੀ ਚੱਲ ਰਿਹਾ ਹੈ। ਜਿਹੜਾ ਅੰਗਰੇਜ਼ੀ 'ਚ ਲਟਰਮ ਪਟਰਮ ਬੋਲੇ ਬੰਦਾ ਫਟਾਫਟ ਸਾਨੂੰ ਸਿਆਣਾ ਲੱਗਣ ਲੱਗ ਜਾਂਦਾ। ਪਰ ਮੈਂ ਕਹਿੰਦਾ ਉਹਨਾਂ ਕਿ ਪੰਜਾਬੀ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਪੰਜਾਬੀ 'ਚ ਜਦੋਂ ਅਸੀਂ ਭਾਸ਼ਣ ਕਰਦੇ ਹਾਂ, ਪੰਜਾਬੀ ਝੱਟ ਦੇ ਕੇ ਸਮਝ ਆ ਜਾਂਦੀ ਹੈ। ਬੰਦਾ ਇੰਪ੍ਰੈਸ ਹੀ ਨਹੀਂ ਹੁੰਦਾ। ਇੰਪ੍ਰੈਸ ਤਾਂ ਅਸੀਂ ਉਸ ਗੱਲ ਤੋਂ ਹੁੰਦੇ ਹਾਂ ਜਿਹੜੀ ਸਮਝ ਨਾ ਆਵੇ, ਐਂ ਲੱਗੇ ਵੀ ਗੱਲ ਬੜੀ ਸਿਆਣੀ ਕਰ ਰਿਹਾ ਪਰ ਮੇਰੇ ਨਹੀਂ ਪੱਲੇ ਪੈ ਰਹੀ। ਸਾਡੇ ਪ੍ਰੋਫੈਸਰ ਇਵੇਂ ਹੀ ਕਰਦੇ ਨੇ। ਈਵਨ ਪੰਜਾਬੀ ਵਾਲੇ ਤੁਸੀਂ ਦੇਖੋ ਐਸੀ ਪੰਜਾਬੀ ਬੋਲਦੇ ਨੇ, ਮਤਲਬ ਕੰਬ ਜਾਂਦੇ ਹੋ ਦੇਖ ਕੇ। ਇੱਥੇ ਆਪਣਾ ਇੱਕ ਚੰਡੀਗੜ੍ਹ ਨੇ ਪ੍ਰੋਫੈਸਰ, ਉਹ ਮੈਨੂੰ ਇੱਥੇ ਹੁੰਦੀ ਸੀ ਮੈਦਾਨ ਦੀ ਦੁਕਾਨ ਪਹਿਲਾਂ ਲਾਇਬ੍ਰੇਰੀ 'ਚ। ਉਹ ਮੈਨੂੰ ਕਹਿੰਦੇ ਜੀ ਫਲਾਣੇ, ਮੈਂ ਨਾਂ ਨਹੀਂ ਲੈਂਦਾ, ਫਲਾਣੇ ਵਿਦਵਾਨ ਦੀ ਕਿਤਾਬ ਹੈ, ਬਹੁਤ ਅੱਛਾ ਲਿਖਦਾ, ਬੜਾ ਜੇ ਉਹ। ਅਸੀਂ ਕਿਤਾਬ ਖੋਲੀ, ਉਹਨੇ ਮੈਨੂੰ ਦਿੱਤੀ। ਮੈਂ ਕਿਤਾਬ ਦਾ ਪਹਿਲਾ ਹੀ ਪੇਜ ਦੇਖਿਆ ਤਾਂ ਉਹ ਤੁਸੀਂ ਜਦ ਪੜ੍ਹੀ ਹੋਣੀ ਹੈ, ਉਹ 'ਚ ਲਿਖਿਆ ਹੈ ਕਿ ਅਸੀਂ ਵਸਤੂ ਪ੍ਰਸਤ ਜੀਵ ਹਾਂ। ਮੇਰਾ ਤਾਂ ਹਾਜ਼ਮਾ ਖਰਾਬ ਹੋ ਗਿਆ ਪੜ੍ਹਦੇ ਹਿਸਾਬ ਨਾਲ। ਇਹਨੂੰ ਤਾਂ ਅੰਗਰੇਜ਼ੀ ਸੌਖੀ ਹੁੰਦੀ ਹੈ। ਸੋ ਸਾਡੇ ਕਲਚਰ ਦਾ ਇੱਕ ਹਿੱਸਾ ਬਣ ਗਿਆ ਕਿ ਜਿਹੜਾ ਔਖਾ ਹੋ ਰਿਹਾ ਇਹ ਕੋਈ ਸਿਆਣੀ ਗੱਲ ਕਰ ਰਿਹਾ, ਜਿਹੜਾ ਸੌਖੀ ਉਹ ਸਮਝ ਆ ਰਹੀ ਹੈ ਇਹ ਕਿਹੜੀ ਸਿਆਣੀ ਗੱਲ ਹੈ, ਤਾਂ ਮੈਨੂੰ ਵੀ ਪਤਾ ਹੈ। ਹਾਲਾਂਕਿ ਹੁੰਦੀ ਨਹੀਂ, ਅਸੀਂ ਇੱਥੇ ਹੀ ਮਿਸ ਕਰ ਜਾਂਦੇ ਹਾਂ। ਜਿਹੜੀ ਅੰਦਰਲੀ ਸਿਆਣਪ ਹੈ ਉਹ ਔਖੀ ਨਹੀਂ ਹੁੰਦੀ। ਜੇ ਔਖੇ ਹੋ ਕੇ ਕਰ ਰਿਹਾ ਇਹਦਾ ਮਤਲਬ ਸਿਆਣਾ ਨਹੀਂ ਹੈ ਉਹ। ਤਾਓਇਜ਼ਮ ਦੇ ਵਿੱਚ ਇੱਕ ਪਹਿਲਾ ਮੰਤਰ ਹੈ ਉਹਨਾਂ ਦਾ ਜਿਹੜਾ ਲਿਖਿਆ ਹੋਇਆ ਕਿ those who know do not speak, those who speak do not know। ਕਹਿੰਦੇ ਬੋਲਿਆ ਤਾਂ ਜਾ ਹੀ ਨਹੀਂ ਸਕਦਾ, ਉਹ ਬੋਲਣ ਵਾਲੀ ਤਾਂ ਚੀਜ਼ ਇਹਨੂੰ ਤਾਂ ਐਕਸਪੀਰੀਅੰਸ ਦੀ ਗੱਲ ਹੈ। ਜੇ ਤੁਹਾਨੂੰ ਕੋਈ ਪ੍ਰੇਮ ਕਰਦਾ ਹੈ ਉਹਨੂੰ ਢੋਲ ਵਜਾਉਣ ਦੀ ਲੋੜ ਨਹੀਂ ਹੈ ਕਿ ਤੁਹਾਨੂੰ ਪ੍ਰੇਮ ਕਰਦਾ ਹੈ, ਤਾਂ ਵੈਸੇ ਦੇਖ ਕੇ ਪਤਾ ਲੱਗ ਜਾਂਦਾ। ਤੁਹਾਡੀ ਉਮਰ ਦੇ ਵਿੱਚ ਤਾਂ ਮਤਲਬ ਮੇਰਾ ਖਿਆਲ ਦੇਖ ਕੇ ਕੰਮ ਸਰ ਜਾਂਦਾ ਹੈ।
ਪਰ ਅੱਜ ਕੱਲ੍ਹ WhatsApp ਵਗੈਰਾ ਆ ਗਿਆ, Facebook ਆ ਗਈ, ਉਹਦੇ 'ਤੇ ਬੰਦਾ ਪਿੱਛੇ ਹੋਰ ਹੁੰਦਾ, ਫੋਟੋ ਹੋਰ ਪਾਈ ਹੁੰਦੀ ਹੈ, ਉਹ ਥੋੜ੍ਹਾ ਰਿਸਕੀ ਕੰਮ ਹੈਗਾ। ਪਰ ਇਹ ਹੈ ਕਿ ਤੱਤ ਦੇ ਉੱਪਰ ਆਪਾਂ ਆਈਏ ਕਿ ਅੰਗਰੇਜ਼ਾਂ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਕੌਣ ਨੇ ਲੋਕ। ਇਸੇ ਕਰਕੇ ਉਹਨਾਂ ਦੀ ਜਦੋਂ ਰੈਜ਼ਿਸਟੈਂਸ ਸ਼ੁਰੂ ਹੋਈ ਉਹ ਵੀ ਉਹਨਾਂ ਦੀ ਸਮਝ ਨਹੀਂ ਆਈ। ਮਤਲਬ ਮਲੇਰਕੋਟਲੇ ਦੇ ਵਿੱਚ ਮਾਰਨ ਲੱਗੇ ਉਹ ਕੂਕਿਆਂ ਨੂੰ, ਤਾਂ ਉਹਨਾਂ ਨੇ ਬਿਲਕੁਲ ਛਾਤੀਆਂ ਢਾਹ ਕੇ ਕਹਿੰਦੇ ਚਲਾਓ ਤੋਪ। ਇਹ ਉਹਨਾਂ ਦੇ ਕਲਚਰ ਦਾ ਪਾਰਟ ਨਹੀਂ ਸੀ, ਉਹਨਾਂ ਨੂੰ ਇਹ ਸਮਝ ਆ ਹੀ ਨਹੀਂ ਸੀ ਸਕਦੀ ਗੱਲ ਅਸਲ ਦੇ ਵਿੱਚ। ਪਰ ਹੋਇਆ ਕੀ ਉਹਦਾ ਰਿਜ਼ਲਟ ਕਿ ਸਾਡੀ ਜਿਹੜੀ ਲੀਡਰਸ਼ਿਪ ਸੀ, ਸਾਡੀ ਜਿਹੜੀ ਐਲੀਟ ਜਾਂ ਜਿਹਨਾਂ ਨੂੰ ਅਸੀਂ ਪਤਵੰਤੇ ਕਹਿੰਦੇ ਆ, ਉਹਨਾਂ ਨੇ ਅੰਗਰੇਜ਼ਾਂ ਦੇ ਮੁਤਾਬਕ ਥੋੜ੍ਹਾ ਸਿੱਖੀ ਨੂੰ ਮੋਲਡ ਕੀਤਾ, ਥੋੜ੍ਹਾ ਹਿੰਦੂਇਜ਼ਮ ਨੂੰ ਕੀਤਾ, ਥੋੜ੍ਹਾ ਇਸਲਾਮ ਨੂੰ ਕੀਤਾ, ਤਾਂ ਉਹਦੇ 'ਚੋਂ ਆਪਸ ਵਿੱਚ ਲੜਨਾ ਸ਼ੁਰੂ ਹੋ ਗਏ। ਜਿਹੜੇ ਪੰਜਾਬੀ ਪਹਿਲਾਂ ਇੱਕ ਸੀ ਉਹ ਮੁਸਲਮਾਨ, ਹਿੰਦੂ, ਸਿੱਖ ਬਣ ਗਏ। ਪਰ ਉਹਦਾ ਰਿਜ਼ਲਟ ਇਹ ਨਿਕਲਿਆ ਜਦੋਂ ਛੱਡ ਕੇ ਜਾਣ ਲੱਗੇ ਤਾਂ ਉਹ ਕਹਿੰਦੇ ਭਾਈ ਆਪੋ ਆਪਣਾ ਰਾਜ ਸੰਭਾਲੋ, ਤੇ ਅਸੀਂ ਫਿਰ ਲੜ ਮਰੇ ਇੱਕ ਦੂਜੇ ਨਾਲ। 10 ਮਿਲੀਅਨ ਇਹ ਹਿਸਟਰੀ ਹੈ ਵਰਲਡ ਦੀ ਕਿ ਕਰੋੜਾਂ ਦਾ ਡਿਸਪਲੇਸ ਹੋਏ। 10 ਮਿਲੀਅਨ ਵਰ ਕਿਲਡ not by anyone else। ਇੱਕ ਵੀ ਅੰਗਰੇਜ਼ ਨਹੀਂ ਮਰਿਆ। ਮੈਂ ਇੱਥੇ ਸਟੂਡੈਂਟਸ ਨੂੰ ਸਾਡਿਆਂ ਨੂੰ ਕਹਿੰਦਾ ਹੁੰਦਾ ਸੀ ਵੀ ਜਿਹੜੇ ਬੰਦੇ ਸਾਡੇ ਉੱਜੜ ਕੇ ਆਏ ਹੋਏ ਨੇ, ਰਿਫਿਊਜੀ ਬਹਾਵਲਪੁਰੀ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਪਿੰਡਾਂ ਦੇ ਵਿੱਚ, ਜਿਨ੍ਹਾਂ ਦੀ ਤੀਜੀ ਚੌਥੀ ਜਨਰੇਸ਼ਨ ਵੀ ਅਜੇ ਨੋਰਮਲ ਨਹੀਂ ਹੈ ਕਿ ਇਹਨਾਂ ਤੇ ਰਿਸਰਚ ਕਰੀਏ, ਮੈਨੂੰ ਕੋਈ ਨਹੀਂ ਮਿਲਿਆ। ਫਿਰ ਹਾਰ ਕੇ ਮੈਂ ਉਹ ਕਿਤਾਬ ਲਿਖੀ ਪਾਰਟੀਸ਼ਨ ਦੇ ਉੱਪਰ, ਮੈਂ ਅੰਗਰੇਜ਼ੀ 'ਚ ਲਿਖਣ ਲੱਗਿਆ ਸੀ। ਇਨਫੈਕਟ ਮੇਰੇ ਮਦਰ ਇਨ ਲਾਅ ਨੇ ਜਿਹੜੇ ਉਹ ਇੱਥੇ ਸਾਡੇ ਕੋਲ ਰਹਿੰਦੇ ਸੀ, ਉਹ 16 ਸਾਲ ਦੀ ਸੀ ਜਦੋਂ ਉਹਦਾ ਵਿਆਹ ਹੋਇਆ। ਜਲੰਧਰ ਤੋਂ ਵਿਆਹ ਹੋ ਕੇ ਉੱਥੇ ਗਏ ਨਾ, ਸੱਚ ਜਲੰਧਰ ਆਏ, ਜਲੰਧਰ ਵਿਆਹ ਹੋਇਆ, ਜਲੰਧਰ ਸਹੁਰੇ ਸੀ। ਮਤਲਬ ਉਸ ਡੇ ਦੇ ਉੱਪਰ ਜਦੋਂ ਪਾਰਟੀਸ਼ਨ ਸ਼ੁਰੂ ਹੋਈ, ਉਹ ਮੈਨੂੰ ਕਹਿੰਦੇ ਵੀ ਤੁਸੀਂ ਲਿਖ ਦੇਗਾ ਵੀ ਸਮਝ ਕਿਹਦੇ ਆਊਗੀ। ਫਿਰ ਮੈਂ ਨਾ ਪੋਇਟਰੀ 'ਚ ਸ਼ਾਹ ਮੁਹੰਮਦ ਦੇ ਉੱਪਰ ਮੈਂ ਕੁਝ ਲਿਖਦਾ ਰਹਿੰਦਾ ਸੀ ਆਰਟੀਕਲ, ਮੈਂ ਉਹ ਸ਼ਾਹ ਮੁਹੰਮਦ ਵਾਲੀ ਤਰਜ਼ 'ਤੇ ਹੀ ਮੈਂ ਲਿਖੀ, ਤਾਂ ਉਹਨੂੰ ਲੱਗਿਆ, ਉਹ ਕਹਿੰਦੀ ਹਾਂ ਇਹ ਮੇਰੇ ਸਮਝ ਆ ਰਹੀ ਹੈ। ਫਿਰ ਮੈਂ ਉਹ ਕਿਤਾਬ ਲਿਖੀ ਪੂਰੀ ਜੰਗਨਾਮੇ ਦੀ ਤਰ੍ਹਾਂ ਹੀ, ਵੰਡਨਾਮਾ। ਅੱਛਾ, ਮੈਨੂੰ ਜਦੋਂ ਮੈਂ ਉਹ ਕਿਤਾਬ ਛਾਪੀ ਤਾਂ 6 ਮਹੀਨੇ ਮੈਨੂੰ ਫੋਨ ਆਉਂਦੇ ਰਹੇ ਲੋਕਾਂ ਦੇ, ਰੋਣ ਲੱਗ ਜਾਂਦੇ ਸੀ ਲੋਕ। ਮਤਲਬ ਦੱਸ ਨਹੀਂ ਸੀ ਸਕਦੇ ਵੀ ਦਰਦ ਕਿੰਨਾ ਕੁ ਹੈ। ਮੈਨੂੰ ਸਗੋਂ ਮੈਂ ਗਿਲਟੀ ਫੀਲ ਕਰਨਾ ਸ਼ੁਰੂ ਕਰਤਾ ਕਿ ਮੈਂ ਕਿਤੇ ਪੁਰਾਣੇ ਜ਼ਖਮ ਜਿਹੜੇ ਇਹਨਾਂ ਨੇ ਢੱਕ ਢੁੱਕ ਲਏ, ਮੈਂ ਛੇੜੀ ਤਾਂ ਨਹੀਂ ਰਿਹਾ ਕਿਤੇ। ਦੈਨ ਆਈ ਅੰਡਰਸਟੂਡ ਕਿ ਕਿੰਨਾ ਹਿਊਜ ਮਤਲਬ ਇਹ ਕਹਿ ਲਓ ਦੁੱਖ ਦਰਦ ਫੈਲਾਇਆ ਗਿਆ, ਜਿਹੜਾ ਸਾਡੇ ਵਿੱਚ ਹੀ ਅਜੇ ਹੈਗਾ ਹੈ। ਕਿਸੇ ਨੇ ਪ੍ਰੇਅਰ ਨਹੀਂ ਕੀਤੀ ਜਿਹੜੇ ਮਰ ਗਏ ਉਹਨਾਂ ਲਈ ਅੱਜ ਤੱਕ। ਮੈਂ ਇੱਥੇ ਜਸਪਾਲ ਸਿੰਘ ਹੁੰਦਾ ਸੀ, ਮੈਂ ਉਹਨੂੰ ਕਿਹਾ ਸੀ ਮੈਂ ਇੱਕ ਪ੍ਰੇਅਰ ਦਿਵਸ ਬਣਾ ਲਓ ਤਾਂ 15 ਅਗਸਤ ਨੂੰ ਪਾਕਿਸਤਾਨ 'ਚ ਵੀ ਇੱਥੇ ਪ੍ਰੇਅਰ ਦਿਵਸ ਦੇ ਤੌਰ 'ਤੇ ਮਨਾ ਦਿਆ ਕਰੋ ਕਿ ਜਿਹੜੀਆਂ ਆਤਮਾਵਾਂ ਮਰ ਗਈਆਂ ਅਸੀਂ ਉਹਨਾਂ ਨੂੰ ਘੱਟੋ ਘੱਟ ਸ਼ਰਧਾਂਜਲੀ ਦੇ ਦਈਏ, ਉਹਨਾਂ ਦੇ ਲਈ ਅਰਦਾਸ ਕਰ ਦਈਏ ਕਿ ਉਹਨਾਂ ਨੂੰ ਸੁੱਖ ਸ਼ਾਂਤੀ ਮਿਲੇ। ਪਰ ਜਿੱਥੇ ਜਿੱਥੇ ਅਸੀਂ ਉਹ ਸੈਮੀਨਾਰ ਕੀਤੇ ਬੁੱਕ 'ਤੇ, ਜਿਹੜਾ ਪਬਲਿਸ਼ਰ ਸੀ ਬੰਦਾ ਹਰੀਸ਼ ਜੈਨ, ਉਹਨੇ ਇੱਕ ਵਾਰੀ ਬੜੀ ਇੰਟਰਸਟਿੰਗ ਗੱਲ ਕਹੀ। ਉਹ ਕਹਿੰਦਾ ਇਹਦੀ ਅਜੇ ਕਲੋਜ਼ਰ ਨਹੀਂ ਹੋਈ, ਇਹ ਐਸੀ ਤਰਾਸਦੀ ਹੈ ਕਿ ਮੁੱਕੀ ਨਹੀਂ ਹੈ ਅਜੇ ਵੀ ਅਸੀਂ ਵੰਡੇ ਜਾ ਰਹੇ ਹਾਂ। ਸਾਡੇ ਮਾਈਂਡ ਨੇ ਜਿਹੜੇ ਉਹ ਪਾਰਟੀਸ਼ਨਡ ਨੇ ਤੇ ਫ੍ਰੈਕਚਰਡ ਨੇ। ਅਜੇ ਵੀ ਅਸੀਂ ਹਿੰਦੂ, ਸਿੱਖ, ਮੁਸਲਮਾਨ, ਦਲਿਤ, ਜੱਟ ਉਹਦੇ ਚੋਂ ਨਹੀਂ ਨਿਕਲੇ। ਪਰ ਪੋਲੀਟੀਸ਼ੀਅਨਾਂ ਨੂੰ ਇਹ ਪਤਾ ਹੈ। ਅਨਫੋਰਚੂਨੇਟਲੀ ਅੰਗਰੇਜ਼ਾਂ ਨੂੰ ਇਹ ਪਤਾ ਸੀ। ਅੰਗਰੇਜ਼ਾਂ ਨੂੰ ਪਤਾ ਸੀ ਵੀ ਇਹਨਾਂ ਦੇ ਅੰਦਰ ਜਿਹੜਾ ਜਾਨਵਰ ਹੈ ਇਸ ਤਰ੍ਹਾਂ ਜਗਾਇਆ ਜਾ ਸਕਦਾ ਹੈ ਤੇ ਉਹਨੂੰ ਇੱਕ ਦੂਜੇ ਤੇ ਛੱਡਿਆ ਜਾ ਸਕਦਾ ਹੈ। ਉਹਨਾਂ ਨੇ ਕੀਤਾ ਤੇ ਹੁਣ ਵੀ ਅਸੀਂ ਕਰ ਰਹੇ ਹਾਂ। ਸੋ ਜਿਹੜਾ ਖਿੱਤਾ ਰੂਹਾਨੀਅਤ ਦੇ ਤੌਰ ਤੇ ਸਾਰੀ ਦੁਨੀਆ ਤੋਂ ਵੱਖਰਾ ਹੈ, ਜਿਹਦੇ 'ਚ ਮੇਰਾ ਖਿਆਲ ਸਭ ਤੋਂ ਜ਼ਿਆਦਾ ਰੂਹਾਨੀ ਲਿਟਰੇਚਰ ਲਿਖਿਆ ਗਿਆ ਹੈ, ਗੁਰੂ ਗ੍ਰੰਥ ਸਾਹਿਬ, ਗੀਤਾ, ਰਿਗਵੇਦ, ਕਿਤੇ ਨਹੀਂ ਹੈ ਇੰਨਾ ਰਿਚ। ਉਹ ਖਿੱਤੇ ਦੀ ਹਾਲਤ ਇਹ ਹੈ ਕਿ ਕਿਤੇ ਕੋਈ ਵਰਕਾ, ਕਿਤੇ ਕੋਈ ਮੀਟ ਦਾ ਟੁਕੜਾ, ਕਿਤੇ ਕੋਈ ਸਿਗਰਟਾਂ ਦੀ ਡੱਬੀ ਸਿੱਟ ਦੇਵੇ ਤਾਂ ਅਸੀਂ ਦੰਗਿਆਂ ਤੇ ਗੱਲ ਲਾਉਣ ਤੇ ਉਤਾਰੂ ਹੋ ਜਾਂਦੇ ਹਾਂ। ਅਸੀਂ ਪਿਛਲੀਆਂ ਇਲੈਕਸ਼ਨਾਂ ਜਦੋਂ ਮਲੇਰਕੋਟਲੇ ਉਹ ਸਿੱਟ ਰਹੇ ਸੀ ਕੁਰਾਨ ਦੇ ਵਰਕੇ, ਮੈਨੂੰ ਉੱਥੋਂ ਇੱਕ ਮੁਸਲਿਮ ਸਟੂਡੈਂਟ ਸੀ ਸਾਡਾ, ਉਹਦਾ ਫੋਨ ਆਇਆ, ਬਹੁਤ ਭੜਕਿਆ ਹੋਇਆ, ਕਹਿੰਦਾ ਸਾਨੂੰ ਭੜਕਾ ਰਹੇ ਨੇ। ਮੈਂ ਕਿਹਾ ਨਾ ਭੜਕੋ, ਸਿੰਪਲ ਐਜ਼ ਦੈਟ। ਕਿਉਂਕਿ ਸਾਡੇ ਅੰਦਰ, ਇਹਦੇ ਤੇ ਮੈਂ ਇੱਕ ਹੋਰ ਲੈਕਚਰ ਕਲੈਕਟਿਵ ਆਇਡੈਂਟੀਟੀਜ਼ ਤੇ ਕਰਾਂਗਾ ਕਿ ਕਿਵੇਂ ਉਹ ਪਾਵਰਫੁਲ ਕਿਵੇਂ ਹੋ ਜਾਂਦੀਆਂ ਨੇ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸਾਡੇ ਅੰਦਰ ਜਿਹੜਾ ਉਹ ਚੀਜ਼ ਜਾਗ ਪੈਂਦੀ ਹੈ ਤੇ ਉਹਨੂੰ ਉਹ ਵਰਤ ਜਾਂਦੀ ਹੈ ਜਿਹੜੀ ਸਟੇਟ ਹੈ। ਇਹ ਸਾਨੂੰ ਹਰ ਇੱਕ ਨੂੰ ਇਕੱਲੇ ਨੂੰ ਸਾਨੂੰ ਲੱਗਦਾ ਕਿ ਮੈਂ ਸਿਆਣਾ ਬੰਦਾ, ਮੈਂ ਗਲਤ ਨਹੀਂ ਹਾਂ, ਮੈਂ ਠੀਕ ਹੀ ਕਰੂੰਗਾ। ਪਰ ਜਿਉਂ ਹੀ ਉਹ ਕੁਛ ਐਸਾ ਹੁੰਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਮਤਲਬ ਮੈਂ ਪੁੱਛਦਾ ਹੁੰਦਾ ਅੱਜ ਤੱਕ ਵੀ ਕਿੱਥੋਂ ਆ ਗਏ ਸੀ ਉਹ ਬੰਦੇ 47 ਦੇ ਵਿੱਚ, ਕਿੱਥੇ ਚਲੇ ਗਏ ਫਿਰ ਉਹ? ਇੱਕ ਵੀ ਬੰਦਾ, ਅਹਿਮਦ ਸਲੀਮ ਨੇ ਇੰਟਰਵਿਊਜ਼ ਕੀਤੀਆਂ ਪਾਕਿਸਤਾਨ 'ਚ ਵੀ, ਹੁਣ ਤਾਂ ਆਪਣੇ ਵੀ ਬਹੁਤ YouTube ਤੇ, ਇੱਕ ਵੀ ਬੰਦਾ ਨਹੀਂ ਮਿਲਿਆ ਜਿਹਨੇ ਕਿਹਾ ਹੋ ਵੀ ਅਸੀਂ ਮਾਰੇ ਸੀ ਤੇ ਠੀਕ ਕੀਤਾ ਸੀ। ਨਾਟ ਏ ਸਿੰਗਲ ਪਰਸਨ। ਫਰਕ ਹੋਇਆ
ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਹਜ਼ਾਰਾਂ, ਲੱਖਾਂ। ਸੋ ਇਹ ਵੀ ਸਾਡਾ ਇੱਕ ਰੂਪ ਹੈ ਪੰਜਾਬੀ ਭਾਈਚਾਰੇ ਦਾ, ਪੰਜਾਬੀ ਕਹਿ ਲਓ ਐਕਸਪੀਰੀਅੰਸ ਦਾ, ਕਿਉਂਕਿ ਅਸੀਂ ਸਾਰੀ ਦੁਨੀਆ ਤੋਂ ਵੱਖਰੇ ਹਾਂ। ਜੇ ਕਿਤੇ ਡਿਸਪਲਿਨਾਈਜ਼ ਹੋ ਜਾਣ ਪੰਜਾਬੀ, ਅੰਗਰੇਜ਼ ਕਹਿੰਦੇ ਹੁੰਦੇ ਸੀ, ਮੈਂ ਨਹੀਂ ਕਹਿ ਰਿਹਾ, ਉਹ ਕਹਿੰਦੇ ਸਾਰੀ ਦੁਨੀਆ ਤੇ ਰਾਜ ਕਰ ਸਕਦੇ ਨੇ। ਸਾਡੀ ਸਮੱਸਿਆ ਇਹ ਹੈ ਕਿ ਅਸੀਂ ਸੰਸਥਾਵਾਂ ਨੇ ਜਿਹੜੀਆਂ ਅਸੀਂ ਉਹਨਾਂ ਨੂੰ ਕਦੇ ਮਤਲਬ ਸੰਸਥਾਵਾਂ ਨੂੰ ਅਸੀਂ ਬਣਾਉਣ ਜੋਗੇ ਨਹੀਂ ਹੋਏ। ਸਿਰਫ 50 ਸਾਲ ਹੀ ਰਾਜ ਰਿਹਾ ਰਣਜੀਤ ਸਿੰਘ ਦਾ, ਉਹਨੇ ਵੀ ਥੋੜ੍ਹੀ ਜਿਹੀ ਸੰਸਥਾਵਾਂ ਬਣਾਈਆਂ। ਇੱਕ ਸੰਸਥਾ ਹੈ ਸਾਡੀ ਲੰਗਰ ਦੀ, ਇਹਨੂੰ ਅਸੀਂ ਸੰਸਥਾ ਦੇ ਰੂਪ 'ਚ ਵਿਕਸਿਤ ਕੀਤਾ। ਸਾਰੀ ਦੁਨੀਆ ਦੇ ਉੱਪਰ ਮਤਲਬ ਸਾਰੀ ਦੁਨੀਆ ਜਾਣਦੀ ਹੈ। ਮਤਲਬ ਕਰੋਨਾ ਦੇ ਵਿੱਚ ਜੇ ਕਿਤੇ ਆਕਸੀਜਨ ਦੇ ਲੰਗਰ ਲੱਗੇ, ਸਿਰਫ ਪੰਜਾਬੀਆਂ ਸਿੱਖਾਂ ਨੇ ਲਾਏ, ਉਹ ਕਿਤੇ ਨਹੀਂ ਕੋਈ ਲਾ ਸਕਿਆ, ਕਿਤੇ ਕਰ ਨਹੀਂ ਸਕਿਆ। ਹੁਣ ਵੀ ਨਹੀਂ ਕੋਈ। ਹੁਣ ਯੂਕਰੇਨ 'ਚ ਵੀ ਕੱਲ ਉਹ ਰਵੀ ਸਿੰਘ ਦਾ ਆ ਰਹੇ ਸੀ, ਉਹ ਉੱਥੇ ਪਹੁੰਚ ਗਏ ਨੇ, ਸਾਡੀ ਸਰਕਾਰ ਨਹੀਂ ਕੁਝ ਕਰ ਰਹੀ, ਈਵਨ ਸੀਰੀਆ ਦੇ ਵਿੱਚ। ਸੋ ਇਹ ਚੀਜ਼ ਸਾਨੂੰ, ਕਿਉਂਕਿ ਤੁਸੀਂ ਅਸੀਂ ਤਾਂ ਸਾਡਾ ਤਾਂ ਲਗਭਗ ਸਿਲੇਬਸ ਮੁੱਕ ਗਿਆ ਸੀ, ਜੋ ਗੰਦ ਪਾਉਣਾ ਸੀ ਪਾ ਲਿਆ, 60-70 ਸਾਲ। ਤੁਸੀਂ ਲੋਕਾਂ ਨੇ ਜੇ 50-50 ਸਾਲ ਰਹਿਣਾ, ਤੁਸੀਂ ਆਪਣੇ ਇਸ ਵਿਰਸੇ ਨੂੰ, ਜਿਹੜਾ ਰੂਹਾਨੀਅਤ ਦਾ ਵਿਰਸਾ ਹੈ, ਉਹਨੂੰ ਆਪਣੇ ਅੰਦਰ ਜਗਾਓ ਔਰ ਇਹਨੂੰ ਸਮਝੋ। ਸਾਡੇ ਇੱਥੇ ਪ੍ਰੋਫੈਸਰ ਸੇਠੀ ਹੁੰਦੇ ਸੀ, ਉਹਨੇ ਇੱਕ ਵਾਰ ਮੈਨੂੰ ਗੱਲ ਕਹੀ, ਉਹ ਕਹਿੰਦਾ ਐਵੇਂ ਨਹੀਂ, ਕਹਿੰਦਾ ਇਹ ਖਿੱਤੇ 'ਚ ਜਨਮ ਮਿਲ ਜਾਂਦਾ, ਕਹਿੰਦਾ ਬੜੀ ਕਿਰਪਾ ਹੈ ਵੀ ਜਿਹੜਾ ਇੱਥੇ ਜੰਮਦਾ ਉਹ ਐਵੇਂ ਨਹੀਂ ਜੰਮ ਪੈਂਦਾ। ਮਤਲਬ ਉਹਦੇ ਪਿੱਛੇ ਜਨਮਾਂ ਜਨਮਾਂਤਰਾਂ ਦਾ ਉਹਦਾ ਮਤਲਬ ਸੇਵਾ ਐਕਸਪੀਰੀਅੰਸ ਹੁੰਦਾ, ਤਾਂ ਜੰਮਦਾ ਇੱਥੇ ਆ ਕੇ। ਫਿਰ ਜੇ ਇੱਥੇ ਆ ਕੇ ਵੀ ਆਪਾਂ ਇਦਾਂ ਹੀ ਕਮਾ ਲਿਆ, ਤਾਂ ਐਸਕੀਮੋਸ ਦੇ ਨਾਲ ਵੀ ਕੀ ਮਾੜਾ ਸੀ ਵੀ ਉੱਥੇ ਹੀ ਜੰਮ ਪੈਂਦੇ। ਸੋ ਇਸ ਕਰਕੇ ਭਰਾਵੋ ਗੱਲ ਇਹ ਹੈ ਕਿ ਆਪਾਂ ਲੈਕਚਰ ਕਰਾਂਗੇ ਆਉਣ ਵਾਲੇ ਦਿਨਾਂ 'ਚ 5, 7, 10 ਜਿਹੜੇ ਹੈਗੇ ਉਹ ਇਸ ਤਰ੍ਹਾਂ ਦੇ ਹੀ ਹੋਣਗੇ ਕਿ ਲੈਟ ਅਸ ਲੁੱਕ ਵਿਦਨ ਆਵਰਸੈਲਵਸ, ਕਿ ਅਸੀਂ ਕੌਣ ਹਾਂ, ਅਸੀਂ ਕੀ ਹਾਂ, ਸਾਨੂੰ ਕੀ ਪ੍ਰੋਵਾਈਡਡ ਸੀ, ਕੀ ਅਸੀਂ ਛੱਡਤਾ, ਕੀ ਅਸੀਂ ਨਹੀਂ ਵਰਤਿਆ, ਪਰ ਕੀ ਅਸੀਂ ਵਰਤ ਸਕਦੇ ਵੀ ਹਾਂ ਕਿ ਨਹੀਂ। ਫੋਕ ਰਿਲੀਜਨ ਤੇ ਉਹ ਕਹਿੰਦੇ ਸੀ ਫੇਥ ਹੀਲਿੰਗ ਤੇ ਵੀ ਇੱਕ ਲੈਕਚਰ ਦੇਖ ਲਾਂਗੇ, ਆਪਾਂ ਕਰ ਲਾਂਗੇ ਇੱਕ ਹਿਸਟਰੀ ਆਫ ਲਿਟਰੇਚਰ ਤੇ, ਜੇ ਹੋ ਸਕਿਆ। ਜਾਂ ਤੁਸੀਂ ਦੱਸ ਦਿਓ ਜੇ ਤੁਹਾਨੂੰ ਲੱਗੇ ਨਾ ਕੋਈ ਵੀ ਆਹ ਟੌਪਿਕ ਹੈ, ਕਿਉਂਕਿ ਮੇਰੇ ਏਰੀਆਜ਼ ਕਈ ਨੇ, ਸੋਸ਼ੋਲੋਜੀ ਵੀ ਹੈ, ਪੋਲੀਟੀਕਲ ਸੋਸ਼ੋਲੋਜੀ ਵੀ ਹੈ, ਮਤਲਬ ਬ੍ਰੌਡ ਸਪੈਕਟਰਮ ਹੈ। ਤੁਹਾਨੂੰ ਜਿਹੜਾ ਕੋਈ ਲੱਗੇ ਕਿ ਆਹ ਜ਼ਿਆਦਾ ਸਾਨੂੰ ਇੰਪੋਰਟੈਂਟ ਲੱਗਦਾ, ਤੁਸੀਂ ਦੱਸ ਦੇਣਾ ਗੁਰਮੁਖ ਸਿੰਘ ਹੋਰਾਂ ਨੂੰ। ਓਕੇ, ਥੈਂਕ ਯੂ, ਆਲ ਦਾ ਬੈਸਟ।